ਰੂਪ ਪਿਆਰੇ ਸਾਧ ਸੰਗਤ ਜੇ ਸਜ ਜਾਓ। ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। श्री वाहिगुरु साहिब जी। एक ओंकार सतनाम करता पुरख ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਗਹ ਜੈ। ਕੋਟਿ ਇੰਦਰ ਇੰਦਰਾਣੇ ਸਾਹੀ ਸਾਹਾਣੇ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ। ਤਵੈ ਸਰਬ ਨਾਮ ਕਥ ਕਵਨ ਕਰਮ ਨਾਮ ਬਰਨਤ ਸੁਮਤ। ਜਗ ਔਰ ਨ ਜਾਹੀ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ। ਤਿਨ ਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪੱਦਤ ਤੇ ਮਤ ਚੁਕੇ ਰੇ ਮਨ ਭੇਦ ਬਭੇਦ ਨ ਜਾਣ ਬਿਓ। ਪਰਤਾਸ਼ ਹਿਰਦੈ ਗੁਰ ਅਰਜਨ ਕੈ ਹਾਰੇ ਪੂਰਨ ਬ੍ਰਹਮ ਨਿਵਾਸ ਲਿਆਓ। ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਪ੍ਰਮਤੀ ਫਿਰਤੀ ਬਹੁਤ ਆਓ। काल कोर समुद्र में बूढ़त थे कबहू मिट है नहीं रे पछतायो। तत् विचार यह मथुरा
जग तारन कौ अवतार बनायो। जपयाओ जिन अर्जुन देव गुरु, फिर संकट जोन गर्भ न आयाओ। निर्मल पेख अपार, तास बिन अवर न कोई। मन बच जिह जान आओ, पायाओ तिह समसर सोई। तरन गगन नवखंड मह, जोत स्वरूपी रहयो पर। पन मथुरा कश पीद नहीं, गुर अर्जुन परतख हर। बेसुमार अथाह अगनत अतोला, ज्यो बोलावहु त्यो नानक दास बोला। ज्यो बोलावहु त्यो नानक दास बोला। कृपा ते जपिया नाओ, तुमरी कृपा ते दरगह थाओ। तुमरी कृपा ते जपिया नाओ, तुमरी कृपा ते दरगह थाओ। तुझ बिन पार ब्रह्म नहीं कोई, तुमरी कृपा ते सदा सुख होए। रहा तुम मन बसे तो दुख न लागे, तुमरी कृपा ते ब्रह्म पाओ भागै। पार ब्रह्म अपरंपर स्वामी, सगल कटा के अंतर जामी। करो अरदास अपने सतगुर पास, नानक नाम मिलै सच रास। करो अरदास अपने सतगुर पास, नानक नाम मिलै सच रास। वाहिगुरु जी का खालसा, वाहिगुरु जी की फतेह। पतत पावन भगत वशल, करुणा निधान असुर संघारक। शरण प्रत पारक कलगीधर दशमेश पिता। चोजी प्रीतम अमृत के दाते, पंथ के वाली नीले दे शाह असवार। तख्तां वाले ताजां वाले फौजां वाले बाजां वाले, साहिबे कमाल श्री गुरु गोबिंद सिंह साहिब सच्चे पातशाह जी महाराज। हक हक अंदेस गुर गोबिंद सिंह, बादशाह दरवेश गुर गोबिंद सिंह। हक हक आगाह गुर गोबिंद सिंह, शाही शहनशाह गुर गोबिंद सिंह। कलगीधर प्रीतम साहिबे कमाल श्री गुरु गोबिंद सिंह सच्चे पातशाह जी महाराज।
ਸਰਬਤ ਜੀਵਾਂ ਦੇ ਉੱਪਰ ਦਇਆਲਤਾ ਕਿਰਪਾਲਤਾ ਬਖਸ਼ਿਸ਼ ਰਹਿਮਤ ਕਰਕੇ ਆਪਣੇ ਪਾਵਨ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦਸਾਂ ਹੀ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਿਕ ਸਰੂਪ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗੋਦ ਦੀਆਂ ਹਾਜ਼ਰੀਆਂ ਬਖਸ਼ ਕਰਕੇ ਸਰਬਤ ਜੀਵਾਂ ਨੂੰ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤ ਸੰਗੀ ਜਨਾਂ ਨੇ, ਸਤਿਗੁਰੂ ਜੀ ਦੇ ਪਿਆਰ ਵਾਲਿਆਂ ਨੇ, ਨੇਮ ਅਤੇ ਪ੍ਰੇਮ ਵਾਲਿਆਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਪਾਵਨ ਦਰਸ਼ਨ ਦੀਦਾਰ ਕਰਕੇ ਅੰਮ੍ਰਿਤ ਬਾਣੀ ਨੂੰ ਪੜ੍ਹ ਸਰਵਣ ਅਤੇ ਗਾਇਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਪ੍ਰੇਮ ਰਸ ਨੂੰ, ਨਾਮ ਰਸ ਨੂੰ, ਆਤਮ ਰਸ ਨੂੰ ਮਾਣ ਕਰਕੇ ਵੱਡੇ ਭਾਰੀ ਲਾਹੇ ਪ੍ਰਾਪਤ ਕੀਤੇ ਨੇ। ਹੁਣ ਕਲਗੀਧਰ ਸਾਹਿਬ ਜੀ ਦੇ ਦਰਬਾਰ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਵਕਤ ਹੋ ਆਇਆ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਨੇ ਦਾ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਾਹਿਬਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਹੋਰ ਵਡਭਾਗੇ ਬਣਨੇ ਦਾ ਯਤਨ ਕਰੀਏ। ਹਿਰਦੇ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਿਮਰ ਸਹਿਤ ਪਿਆਰ ਦੇ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪੰਜਵੇਂ ਸਰਗੁਣ ਸਰੂਪ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਸਰਬਤ ਜੀਵਾਂ ਦੇ ਤਾਰਨਹਾਰ ਪਰ ਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਜਗਿਆਸੂ ਜਨਾਂ ਨੇ ਅਰਜ਼ ਗੁਜ਼ਾਰੀ ਹੈ, ਬੇਨਤੀ ਕੀਤੀ ਹੈ। ਗਰੀਬ ਨਿਵਾਜ ਸਾਹਿਬ ਜੀ, ਭਾਵੇਂ ਕਿ ਜਾਣਦੇ ਹਾਂ ਵਿਕਾਰਾਂ ਨੂੰ ਛੱਡਣਾ ਅਤਿਅੰਤ ਲਾਭਕਾਰੀ ਤੇ ਭਲੇ ਵਾਲਾ ਹੈ, ਪਰ ਸਾਹਿਬ ਜੀ ਨਹੀਂ ਛੱਡੇ ਜਾਂਦੇ। ਇਸ ਤੋਂ ਉਪਰੰਤ ਮਾਇਆ ਦੇ ਮੋਹ ਦਾ ਹਿਰਦੇ ਦੇ ਵਿੱਚੋਂ ਤਿਆਗ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਉਪਦੇਸ਼ਾਂ ਦੇ ਅਨੁਸਾਰ ਅਤਿਅੰਤ ਜ਼ਰੂਰੀ ਹੈ, ਪਰ ਹਿਰਦੇ ਦੇ ਅੰਦਰੋਂ ਮਾਇਆ ਦੇ ਮੋਹ ਦਾ ਤਿਆਗ ਵੀ ਨਹੀਂ ਹੁੰਦਾ ਹੈ। ਤੇ ਗਰੀਬ ਨਿਵਾਜ ਦੁਨੀਆ ਸੰਸਾਰ ਦੇ ਅੰਦਰ ਦੇਖਿਆ ਜਾਂਦਾ ਹੈ, ਜਿਨ੍ਹਾਂ ਨੇ ਮਾਇਆ ਦਾ ਤਿਆਗ ਕਰ ਵੀ ਦਿੱਤਾ ਨਾ, ਉਹਨਾਂ ਨੂੰ ਤਿਆਗ ਕਰਨੇ ਦਾ ਹੀ ਮਾਣ ਹੋ ਗਿਆ ਜੀ, ਅਸੀਂ ਤਿਆਗ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਦੁਆਰਾ ਉਪਦੇਸ਼ ਬਖਸ਼ਦੇ ਨੇ। ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਈ। ਜੇ ਮਾਇਆ ਛੱਡ ਦਿੱਤੀ ਤਾਂ ਕੀ ਹੋਇਆ? ਹਿਰਦੇ ਦੇ ਵਿੱਚੋਂ ਮਾਇਆ ਦੇ ਤਿਆਗਣ ਦਾ ਮਾਣ ਨਹੀਂ ਛੱਡਿਆ ਗਿਆ, ਹੰਕਾਰ ਹੋ ਗਿਆ ਜੀ, ਅਸੀਂ ਤਿਆਗੀ। ਮਾਨ ਮੁਨੀ ਮੋਨੇ ਵਾਰੇ ਗਲੇ, ਮਾਨ ਸਭੈ ਖਾਓ ਖਾਈ। ਇਹ ਜਿਹੜਾ ਮਾਣ ਹੈ, ਇਹ ਜਿਹੜਾ ਹੰਕਾਰ ਹੈ ਨਾ, ਇਸ ਹੰਕਾਰ ਦੇ ਨਾਲ ਮੁਨੀ, ਸ੍ਰੇਸ਼ਟ ਮੁਨੀਵਰ, ਉਹਨਾਂ ਦੇ ਪੂਜੇ, ਉਹਨਾਂ ਦੇ ਅਰਾਧੇ ਸਾਰੇ ਹੀ ਇਸ ਦੇ ਨਾਲ ਗਲ ਗਏ। ਇਹ ਜਿਹੜਾ ਮਾਣ ਆ ਸਾਰਿਆਂ ਦੇ ਹਿਰਦਿਆਂ ਦੇ ਵਿੱਚੋਂ ਸ਼ੁਭ ਗੁਣਾਂ ਨੂੰ ਖਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾਂ ਮਾਇਆ ਦੇ ਮੋਹ ਦਾ ਤਿਆਗ ਅਤਿਅੰਤ ਦੁਸ਼ਤਰ ਹੈ, ਬੜਾ ਕਠਿਨ ਹੈ, ਨਹੀਂ ਕੀਤਾ ਜਾਂਦਾ। ਤੇ ਜੇ ਕਿਸੇ ਨੇ ਤਿਆਗ ਕੀਤਾ, ਇਸ ਗੱਲ ਦਾ ਹੀ ਹੰਕਾਰ ਹੋ ਗਿਆ ਜੀ, ਅਸੀਂ ਤਿਆਗੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਇਹ ਮਾਣ ਤੇ ਕਿਸੇ ਨੂੰ ਵੀ ਨਹੀਂ ਛੱਡਦਾ ਹੈ। ਸਾਹਿਬ ਜੀ ਕਿਰਪਾਲਤਾ ਕਰਕੇ ਆਪ ਜੀ ਦੇ ਪਿਆਰੇ ਗੁਰਸਿੱਖਾਂ ਨਾਮ ਰਸੀਆਂ ਦੇ ਪਰਥਾਏ ਸਾਨੂੰ ਪ੍ਰਵਚਨ ਕਹਿ ਕਰਕੇ ਫਰਮਾ ਕਰਕੇ ਪਵਿੱਤਰ ਰਸਨਾ ਤੋਂ ਪ੍ਰਵਚਨ ਤੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕਰੋ। ਮਹਾਰਾਜ ਜਿਹੜੇ ਗੁਰਸਿੱਖ ਬੰਦਗੀ ਕਰਦੇ ਨੇ, ਜਿਹੜੇ ਸਿਮਰਨ ਕਰਦੇ ਨੇ, ਜਿਹੜੇ ਭਜਨ ਕਰਦੇ ਨੇ, ਕਿ ਉਹਨਾਂ ਨੂੰ ਵੀ ਮਾਣ ਆ ਜਾਂਦਾ ਹੋਵੇਗਾ, ਕਿਉਂਕਿ ਜਿਹੜੇ ਸਵਰਗਾਂ ਦੇ ਦੇਵਤੇ ਨੇ ਉਹ ਵੀ ਆਪਸ ਦੇ ਵਿੱਚ ਖਹਿੰਦੇ ਨੇ।
ਇੱਕ ਕਹਿੰਦਾ ਜੀ ਮੇਰੀ 20,000 ਵਰੇ ਦੀ ਤਪੱਸਿਆ ਹੈ, ਤੇ ਦੂਜਾ ਕਹਿੰਦਾ ਕਿ 20,000 ਦਾ ਮਾਣ ਕਰਦਾ ਮੇਰੀ 30,000 ਵਰੇ ਦੀ ਤਪੱਸਿਆ ਹੈ। ਇਸ ਪ੍ਰਕਾਰ ਇਹ ਜਿਹੜਾ ਮਾਣ ਹੈ ਇਹ ਤੇ ਸਵਰਗਾਂ ਦੇ ਦੇਵਤਿਆਂ ਨੂੰ ਵੀ ਨਹੀਂ ਛੱਡਦਾ ਹੈ, ਤਪੱਸਵੀਆਂ ਨੂੰ ਨਹੀਂ ਛੱਡਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਆਪ ਜੀ ਦੇ ਗੁਰਸਿੱਖ ਨੇ, ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਗੁਰਬਾਣੀ ਨੂੰ ਪੜ੍ਹਦੇ ਨੇ, ਅੰਮ੍ਰਿਤ ਵੇਲੇ ਦੀ ਸਾਂਭ ਕਰਦੇ ਨੇ, ਆਪ ਜੀ ਦੇ ਉਪਦੇਸ਼ਾਂ ਨੂੰ ਕਮਾਉਂਦੇ ਨੇ, ਕਿ ਕਦੇ ਉਹਨਾਂ ਦੇ ਹਿਰਦੇ ਵਿੱਚ ਵੀ ਮਾਣ ਆ ਜਾਂਦਾ ਹੋਵੇਗਾ ਕਿ ਅਸੀਂ ਨਿਤਨੇਮੀ ਹਾਂ, ਅਸੀਂ ਨਾਮ ਦੇ ਜਪਣ ਵਾਲੇ ਹਾਂ, ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ। ਹਜ਼ੂਰ, ਕੀ ਨਾਮ ਰਸੀਆਂ ਨੂੰ ਵੀ ਮਾਣ ਆਉਂਦਾ ਹੈ? ਕਿਰਪਾਲਤਾ ਕਰਕੇ ਸਾਨੂੰ ਆਪਣੇ ਸ੍ਰੀ ਕੰਠ ਚੋਂ ਉਪਦੇਸ਼ ਉਚਾਰਨ ਕਰਕੇ, ਫੁਰਮਾ ਕਰਕੇ ਸਮਝਾਵਣਾ ਕਰੋ ਜੀ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਿਆਸੂ ਜਨਾਂ ਦੀ ਇਸ ਬੇਨਤੀ ਦੇ ਅੰਮ੍ਰਿਤਮਈ ਉਪਦੇਸ਼ ਦੀ ਵਰਖਾ ਕਿਰਪਾ ਦੇ ਬਦਲ ਰੂਪ ਹੋ ਕਰਕੇ ਕਰ ਰਹੇ ਹਨ ਜੀ। ਤੁਮਰੀ ਕਿਰਪਾ ਤੇ ਜਪਿਐ ਨਾਉ। हे ਸਾਧ ਸੰਗਤ ਜੀ, ਅਥਵਾ हे ਗੁਰਸਿੱਖੋ, ਜੋ ਗੁਰਸਿੱਖ ਪਿਆਰੇ ਨਾਮ ਨੂੰ ਜਪਦੇ ਨੇ ਨਾ, ਉਹ ਮਾਣ ਨਹੀਂ ਕਰਦੇ, ਹੰਕਾਰ ਨਹੀਂ ਕਰਦੇ ਕਿ ਅਸੀਂ ਨਾਮ ਜਪਦੇ ਹਾਂ, ਬਲਕਿ ਜਿਵੇਂ ਜਿਵੇਂ ਨਾਮ ਜਪਦੇ ਨੇ ਤਿਵੇਂ ਤਿਵੇਂ ਸ਼ੁਕਰਾਨੇ ਵਜੋਂ ਝੁਕਦੇ ਜਾਂਦੇ ਨੇ। ਜਿਵੇਂ ਦਰਖਤ ਨੂੰ ਜਿੰਨੇ ਫਲ ਵੱਡੇ ਭਾਰੀ ਤੇ ਮਿੱਠੇ ਲੱਗਦੇ ਨੇ, ਫਲ ਲੱਗਦੇ ਨੇ, ਫਿਰ ਵੱਡੇ ਹੁੰਦੇ ਨੇ, ਫਿਰ ਰਸਦੇ ਨੇ, ਪੱਕਦੇ ਨੇ, ਜਿਵੇਂ ਜਿਵੇਂ ਫਲਾਂ ਦੇ ਵਿੱਚ ਰਸ ਆਉਂਦਾ ਨਾ, ਤਿਵੇਂ ਤਿਵੇਂ ਡਾਲੀਆਂ, ਤਿਵੇਂ ਤਿਵੇਂ ਸ਼ਾਖਾ ਝੁਕਦੀਆਂ ਜਾਂਦੀਆਂ ਨੇ। ਇਸੇ ਪ੍ਰਕਾਰ ਆਤਮ ਗਿਆਨ ਦਾ ਫਲ ਜਦੋਂ ਪ੍ਰਾਪਤ ਹੁੰਦਾ ਨਾ, ਨਾਮ ਦੀ ਕਮਾਈ ਸਦਕਾ, ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਸਦਕਾ, ਤੇ ਗਿਆਨ ਰੂਪੀ ਫਲ ਨੂੰ ਪ੍ਰਾਪਤ ਕਰਕੇ ਜਿਹੜੇ ਨਾਮ ਦੇ ਰਸੀਏ ਨੇ ਉਹ ਝੁਕਦੇ ਹੀ ਜਾਂਦੇ ਨੇ, ਨਿਉਂਦੇ ਜਾਂਦੇ ਨੇ, ਹੋਰ ਨਿਮਰਤਾ ਨੂੰ ਧਾਰਨ ਕਰਦੇ ਨੇ, ਸਤਿਗੁਰੂ ਜੀ ਦੇ ਹੋਰ ਪਿਆਰ ਨੂੰ ਧਾਰਨ ਕਰਦੇ ਨੇ, ਅਤਿਅੰਤ ਸਹਿਤ ਪ੍ਰੇਮ ਦੇ ਬੇਨਤੀਆਂ ਕਰਦੇ ਨੇ। ਸੱਚੇ ਪਾਤਸ਼ਾਹ, ਅਸੀਂ ਤੇ ਆਪਣੇ ਨਿਜ ਕਰਮਾਂ ਕਰਕੇ ਐਸੇ ਆਪ ਜੀ ਦੇ ਚਰਨਾਂ ਤੋਂ ਟੁੱਟੇ ਹੋਏ ਹਾਂ ਕਿ ਜਨਮਾਂ ਜਨਮਾਂਤਰਾਂ ਤੋਂ, ਕਰੋੜਾਂ ਸਾਲਾਂ ਤੋਂ, ਆਦ ਸਮੇਂ ਤੋਂ ਮਹਾਰਾਜ ਭਰਮਦੇ ਹੀ ਆਉਂਦੇ ਆ। ਇਹ ਤੇ ਸਾਡੇ ਉੱਪਰ ਆਪ ਜੀ ਨੇ ਕਿਰਪਾਲਤਾ ਕਰ ਦਿੱਤੀ ਹੈ, ਭਰਮਦਿਆਂ ਦੇ ਉੱਪਰ, ਕਿ ਫਿਰਦੇ ਫਿਰਦੇ ਆਪ ਜੀ ਦੇ ਦਰ ਪਹੁੰਚ ਗਏ ਤੇ ਆਪ ਜੀ ਨੇ ਆਪਣੇ ਚਰਨੀ ਲਾ ਲਿਆ। ਫਿਰਤ ਫਿਰਤ ਪ੍ਰਭ ਆਇਆ, ਭਰਿਆ ਤਉ ਸਰਨਾਏ। ਤੇ ਸਦਾ ਬੇਨਤੀਆਂ ਕਰਦੇ ਨੇ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮਹਾਰਾਜ ਚਾਰੇ ਯੁੱਗਾਂ ਵਾਲੇ ਸੰਸਾਰ ਦੇ ਅੰਦਰ, ਚਾਰੇ ਹੀ ਯੁੱਗਾਂ ਦੇ ਅੰਦਰ, ਬਹੁਤੀਆਂ ਜੂਨੀਆਂ ਦੇ ਅੰਦਰ, ਕਦੇ ਜਲ ਵਾਲੀਆਂ ਜੂਨੀਆਂ, ਕਦੇ ਥਲ ਵਾਲੀਆਂ ਜੂਨੀਆਂ, ਕਦੇ ਉੱਡਣ ਵਾਲੇ ਪੰਛੀ, ਕਦੇ ਧਰਤੀ ਦੇ ਵਿੱਚ ਰਹਿ ਕੇ ਮਿੱਟੀ ਖਾ ਕੇ ਜਿਉਂਦੇ ਰਹਿਣ ਵਾਲੇ ਪੰਛੀ, ਇਸੇ ਪ੍ਰਕਾਰ ਮਿੱਟੀ ਖਾ ਕੇ ਜਿਉਂਦੇ ਰਹਿਣ ਵਾਲੇ ਜੀਵ ਜੰਤੂ ਇਤਿਆਦਿਕ ਦੀਆਂ ਜੂਨੀਆਂ ਧਾਰਨ ਕੀਤੀਆਂ। ਮਹਾਰਾਜ ਕਦੇ ਵੱਡੀਆਂ ਵੱਡੀਆਂ ਲੱਤਾਂ ਵਾਲੀਆਂ ਜੂਨੀਆਂ, ਕਦੇ ਲੱਤਾਂ ਤੋਂ ਬਿਨਾਂ ਗੁਡੋਏ ਜੋਕਾਂ, ਸੱਪ ਇਤਿਆਦਿਕ ਦੀਆਂ ਜੂਨੀਆਂ ਵਿੱਚ ਬੜਾ ਭਰਮੇ ਹਾਂ। ਹੁਣ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਦਰ ਘਰ ਵਿਖੇ ਪੁੱਜੇ ਆ। ਸਾਡੀ ਇਹ ਬੇਨਤੀ ਹੈ, ਕਿਰਪਾਲਤਾ ਕਰਕੇ ਸਾਨੂੰ ਆਪਣੀ ਭਗਤੀ ਵਿੱਚ ਲਾ ਲਵੋ। ਸਦਾ ਹੀ ਏਦਾਂ ਸਤਿਗੁਰੂ ਜੀ ਦੇ ਸਨਮੁਖ ਰਹਿ ਕਰਕੇ ਸਿਨਮਰ ਬੇਨਤੀਆਂ ਕਰਦੇ ਹੀ ਰਹਿੰਦੇ ਨੇ, ਸਹਿਤ ਪਿਆਰ ਦੇ ਆਜ਼ਜ਼ੀ ਹੋ ਕਰਕੇ ਬੇਨਤੀਆਂ ਕਰਦੇ ਹੀ ਰਹਿੰਦੇ ਨੇ। ਸਾਧ ਸੰਗਤ ਜੀ, ਇਹ ਜਿਹੜੀਆਂ ਬੇਨਤੀਆਂ ਨੇ ਨਾ, ਇਹ ਜੀਵ ਦਾ ਪਾਰ ਉਤਾਰਾ ਕਰਨ ਵਾਲੀਆਂ ਨੇ। ਪਹਿਲੀਆਂ ਅਵਸਥਾ ਦੇ ਵਿੱਚ ਜਦੋਂ ਮਨ ਨਹੀਂ ਨਾ ਜੁੜਦਾ, ਉਦੋਂ ਸਭ ਤੋਂ ਵੱਧ ਸਹਾਇਤਾ ਬੇਨਤੀਆਂ ਹੀ ਕਰਦੀਆਂ ਨੇ, ਅਰਦਾਸਾਂ ਹੀ ਕਰਦੀਆਂ ਨੇ। ਜਦੋਂ ਵੀ ਮਨ ਭਟਕੇ ਉਸੇ ਵੇਲੇ ਜੁੜ ਜਾਣਾ, ਸੱਚੇ ਪਾਤਸ਼ਾਹ ਬਖਸ਼ ਲਓ, ਮਹਾਰਾਜ ਬਖਸ਼ ਲਓ। ਸਾਡੇ ਬੁਰੇ ਕਰਮ ਜਿਹੜੇ ਨੇ, ਸਾਡੀ ਪਰਾਲਬਧ ਬਣ ਕੇ ਸਾਡੇ ਹਿਰਦੇ, ਸਾਡੇ ਮਨ ਨੂੰ ਐਸਾ ਜੰਜਾਲ ਬਣ ਕੇ ਚੰਬੜੇ ਨੇ। ਸੱਚੇ ਪਾਤਸ਼ਾਹ, ਸਾਡੇ ਬੁਰੇ ਕਰਮਾਂ ਦੀ ਪਰਾਲਬਧ ਆਪ ਜੀ ਦੇ ਚਰਨਾਂ ਦੇ ਨਾਲੋਂ ਤੋੜ ਕਰਕੇ, ਵਿਛੋੜ ਕਰਕੇ ਸਾਨੂੰ ਵਿਕਾਰਾਂ ਵੱਲ ਲਿਜਾਂਦੀ ਹੈ। ਸੱਚੇ ਪਾਤਸ਼ਾਹ, ਵਿਕਾਰਾਂ ਵੱਲੋਂ ਸਾਡੇ ਪਾਪੀ ਮਨ ਨੂੰ ਆਪ ਜੀ ਕਿਰਪਾ ਕਰਕੇ ਉਪਦੇਸ਼ ਰੂਪੀ ਡੰਡੇ ਦੇ ਨਾਲ ਮੋੜ ਲਵੋ। ਮਹਾਰਾਜ, ਸਾਡੇ ਵੱਸ ਨਹੀਂ ਇਹ ਮਨ ਆਉਂਦਾ, ਸਾਡੇ ਪਾਸੋਂ ਨਹੀਂ ਸਾਂਭਿਆ ਜਾਂਦਾ, ਸਾਡੇ ਪਾਸੋਂ ਇਸ ਦੇ ਸੰਕਲਪ ਵਿਕਲਪ ਨਹੀਂ ਰੁਕਦੇ ਹਨ। ਆਪ ਜੀ ਕਿਰਪਾ ਕਰੋਗੇ ਤੇ ਆਪ ਜੀ ਦੀ ਕਿਰਪਾ ਦੇ ਨਾਲ ਹੀ ਮਹਾਰਾਜ ਅਸੀਂ ਪ੍ਰੇਮਾ ਭਗਤੀ ਕਰ ਸਕਦੇ ਹਾਂ, ਆਪਣੇ ਬਲ ਜ਼ੋਰ ਤੇ ਸਿਆਣਪ ਦੇ ਨਾਲ ਨਹੀਂ। ਇਸ ਪ੍ਰਕਾਰ ਸਿਮਰਨ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਸਦਾ ਸਤਿਗੁਰੂ ਜੀ ਦੇ ਅੱਗੇ ਝੁਕ ਕਰਕੇ, ਸਨਿਮਰ ਹੋ ਕਰਕੇ ਬੇਨਤੀਆਂ ਕਰਦੇ ਨੇ। ਸੱਚੇ ਪਾਤਸ਼ਾਹ, ਤੁਮਰੀ ਕਿਰਪਾ ਤੇ ਜਪੀਐ ਨਾਉ।
ਆਪ ਜੀ ਦੀ ਹੀ ਕਿਰਪਾ ਦੇ ਨਾਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਅਸੀਂ ਜਪਣਾ ਕਰਦੇ ਹਾਂ। ਮਹਾਰਾਜ ਆਪ ਜੀ ਦੀ ਕਿਰਪਾ ਤੋਂ ਬਿਨਾਂ ਨਾਮ ਜਪਣਾ ਸੰਭਵ ਨਹੀਂ। ਇਹ ਕੋਈ ਮਨ ਦੀਆਂ ਚਤੁਰਾਈਆਂ ਦੀ ਜਾਂ ਬਚਨਾਂ ਦੀ ਸਿਆਣਪਾਂ ਦੀ ਖੇਡ ਥੋੜ੍ਹਾ ਹੈ। ਇਹ ਤਾਂ ਆਪ ਜੀ ਦੀ ਕਿਰਪਾਲਤਾ ਦੀ ਖੇਡ ਹੈ। ਆਪ ਜੀ ਦੀ ਅਨੁਕੰਪਾ ਜਦੋਂ ਹੋ ਜਾਂਦੀ ਹੈ, ਆਪ ਜੀ ਜਦੋਂ ਜੀਵ ਨੂੰ ਅਨੁਗ੍ਰਹਿਤ ਕਰਦੇ ਹੋ, ਆਪ ਜੀ ਦੀ ਅਨੁਗ੍ਰਹ ਪ੍ਰਾਪਤ ਕਰਕੇ ਹੀ ਨਾਮ ਜਪਿਆ ਜਾਂਦਾ ਹੈ। ਗਰੀਬ ਨਿਵਾਜ ਆਦਿ ਸਮੇਂ ਦੇ ਵਿੱਚ ਵੀ ਜਿਨ੍ਹਾਂ ਨੇ ਨਾਮ ਜਪਿਆ ਹੈ, ਆਪ ਜੀ ਦੀ ਕਿਰਪਾ ਦੁਆਰਾ ਹੀ ਜਪਿਆ ਹੈ। ਮੌਜੂਦਾ ਸਮੇਂ ਦੇ ਅੰਦਰ ਵੀ ਜਿਤਨੇ ਨਾਮ ਰਸੀਏ ਨਾਮ ਦਾ ਸਿਮਰਨ ਕਰਦੇ ਨੇ ਸਾਹਿਬ ਜੀ, ਉਹ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਹੀ ਕਰਦੇ ਨੇ। ਗਰੀਬ ਨਿਵਾਜ ਸਾਹਿਬ ਜੀ, ਸਾਡੇ ਵੀ ਹਿਰਦੇ ਰੂਪੀ ਝੋਲੀ ਦੇ ਅੰਦਰ ਆਪ ਜੀ ਨੇ ਗਰੀਬ ਜਾਣ ਕੇ, ਤੁਛ ਜਾਣ ਕੇ, ਆਪਣੇ ਦਰ ਦੇ ਭਿਖਾਰੀ ਜਾਣ ਕਰਕੇ ਨਾਮ ਦਾ ਕਿਣਕਾ ਬਖਸ਼ਿਸ਼ ਕੀਤਾ ਹੈ। ਮਹਾਰਾਜ ਆਪ ਜੀ ਦੀ ਹੀ ਕਿਰਪਾ ਦੁਆਰਾ, ਆਪ ਜੀ ਦੀ ਦਇਆ ਕਿਰਪਾਲਤਾ ਰਹਿਮਤ ਦੇ ਸਦਕਾ ਆਪ ਜੀ ਦੁਆਰਾ ਬਖਸ਼ੇ ਹੋਏ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰਦੇ ਹਾਂ। ਤੁਮਰੀ ਕਿਰਪਾ ਤੇ ਦਰਗਹ ਥਾਓ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੀ ਕਿਰਪਾ ਦੇ ਨਾਲ ਹੀ ਆਪ ਜੀ ਦਾ ਜੋ ਦਰ ਸਤ ਸੰਗਤ ਹੈ ਨਾ, ਉਸ ਦੇ ਵਿੱਚ ਗਹਿ ਦਰ ਗਹਿ, ਆਪ ਜੀ ਦੇ ਦਰ ਸਤ ਸੰਗਤ ਰੂਪੀ ਸਥਾਨ ਦੇ ਵਿੱਚ ਗਹਿ ਥਾਉ ਨੂੰ ਪ੍ਰਾਪਤ ਕਰੀਦਾ ਹੈ। ਆਪ ਜੀ ਦੀ ਕਿਰਪਾ ਤੋਂ ਬਿਨਾਂ ਤੇ ਆਪ ਜੀ ਦੀ ਸਤ ਸੰਗਤ ਵੀ ਨਹੀਂ ਮਿਲਦੀ ਹੈ। ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਣ ਪ੍ਰਮ ਚੋਟਾਂ ਖਾਵਹਿ, ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ। ਸੰਗਤ ਕੀਤੇ ਤੋਂ ਬਿਨਾਂ ਜਿਹੜਾ ਹਿਰਦਾ ਹੈ ਪਾਪਾਂ ਵਿਕਾਰਾਂ ਦੀ ਮੈਲ ਦੇ ਨਾਲ ਭਰਿਆ ਹੀ ਰਹਿੰਦਾ ਹੈ, ਤੇ ਆਪ ਜੀ ਦੀ ਕਿਰਪਾ ਤੋਂ ਬਿਨਾਂ ਆਪ ਜੀ ਦੀ ਸੰਗਤ ਨਹੀਂ ਮਿਲਦੀ ਹੈ। ਮਹਾਰਾਜ ਗਰੀਬ ਨਿਵਾਜ ਸਾਹਿਬ ਜੀ, ਆਪ ਜੀ ਹੀ ਕਿਰਪਾ ਕਰਕੇ ਆਪਣੀ ਸਾਧ ਸੰਗਤ ਰੂਪੀ ਦਰਗਾਹ ਦੇ ਵਿੱਚ ਥਾਂ ਬਖਸ਼ਦੇ ਹੋ। ਆਪ ਜੀ ਹੀ ਕਿਰਪਾ ਕਰਕੇ ਆਪਣੀ ਸਤ ਸੰਗਤ ਰੂਪੀ ਦਰਗਾਹ ਦੇ ਵਿੱਚ ਸਥਾਂ ਬਖਸ਼ਦੇ ਹੋ। ਕਲਗੀਧਰ ਸੱਚੇ ਪਾਤਸ਼ਾਹ ਜੀ, ਆਪ ਜੀ ਹੀ ਕਿਰਪਾਲਤਾ ਕਰਕੇ ਆਪਣੇ ਸੱਚਖੰਡ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀਆਂ ਹਾਜ਼ਰੀਆਂ ਬਖਸ਼ਦੇ ਹੋ। ਆਪ ਜੀ ਦੀ ਕਿਰਪਾ ਤੋਂ ਬਿਨਾਂ ਤੇ ਕੁਝ ਵੀ ਸੰਭਵ ਨਹੀਂ। ਸੋ ਇਸੇ ਪ੍ਰਕਾਰ ਤੁਮਰੀ ਕਿਰਪਾ ਤੇ ਜਪਿਐ ਨਾਉ। ਮਹਾਰਾਜ ਗਰੀਬ ਨਿਵਾਜ ਸਾਹਿਬ ਜੀ, ਸਰਬਤ ਜਗਿਆਸੂ ਤਿੰਨਾਂ ਕਾਲਾਂ ਤਿੰਨਾਂ ਸਮਿਆਂ ਦੇ ਵਿੱਚ ਆਪ ਜੀ ਦੀ ਕਿਰਪਾ ਦੁਆਰਾ ਹੀ ਆਪ ਜੀ ਦੇ ਨਾਮ ਨੂੰ ਜਪਦੇ ਨੇ। ਸਾਹਿਬ ਜੀ ਗੁਰਮੁਖ ਪਿਆਰੇ ਆਪ ਜੀ ਦੀ ਕਿਰਪਾ ਦੁਆਰਾ ਨਾਮ ਜਪਦੇ ਨੇ। ਸਾਡੇ ਉੱਪਰ ਵੀ ਆਪ ਜੀ ਨੇ ਵੱਡੀ ਭਾਰੀ ਬਖਸ਼ਿਸ਼ ਕਰਨਾ ਕੀਤੀ ਹੈ। ਜੋ ਸਤਿਗੁਰ ਪੂਰੈ ਨਾਮ ਦੀਆ, ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਦੀਆ। ਪੂਰੇ ਸਤਿਗੁਰੂ ਜੀ ਸਰੂਪ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੇ ਹੀ ਆਪਣਾ ਨਾਮ ਬਖਸ਼ਿਆ ਹੈ, ਤੇ ਆਪ ਜੀ ਦੀ ਕਿਰਪਾ ਦੇ ਨਾਲ ਹੀ ਆਪ ਜੀ ਦੇ ਨਾਮ ਨੂੰ ਜਪਣਾ ਕਰਦੇ ਹਾਂ। ਤੁਮਰੀ ਕਿਰਪਾ ਤੇ ਦਰਗਹ ਥਾਓ। ਆਪ ਜੀ ਦੀ ਹੀ ਕਿਰਪਾ ਦੇ ਨਾਲ ਜੋ ਦਰ ਹਿਰਦਾ ਹੈ, ਇਸ ਦੇ ਅੰਦਰ ਗਹਿ ਤੁਰਿਆ ਪਦ ਭੂਮਿਕਾ ਨੂੰ, ਤੁਰਿਆ ਪਦ ਰੂਪੀ ਭੂਮਿਕਾ ਨੂੰ ਪ੍ਰਾਪਤ ਕਰੀਦਾ ਹੈ। ਮਹਾਰਾਜ ਆਪ ਜੀ ਹੀ ਕਿਰਪਾਲਤਾ ਕਰਕੇ ਸਰੂਪ ਰੂਪ ਦੀ ਪ੍ਰਾਪਤੀ ਕਰਵਾਵਣੇ ਵਾਲੇ ਹੋ। ਇਸੇ ਪ੍ਰਕਾਰ ਤੁਮਰੀ ਕਿਰਪਾ ਤੇ ਦਰਗਹ ਥਾਓ। ਸਤਿਗੁਰ ਸੇਤੀ ਰਤਿਆ, ਦਰਗਹ ਪਾਈਐ ਠਾਓ। ਆਪ ਜੀ ਦੀ ਦਇਆ ਦ੍ਰਿਸ਼ਟੀ ਨਾਲ, ਆਪ ਜੀ ਦੀ ਕਿਰਪਾ ਦੇ ਨਾਲ ਨਾਮ ਨੂੰ ਹੀ ਜਪ ਕਰਕੇ ਗਰੀਬ ਨਿਵਾਜ ਸੱਚੇ ਸਾਹਿਬ ਜੀ, ਆਪ ਜੀ ਦੇ ਸੱਚਖੰਡ ਰੂਪੀ ਅਸਥਾਨ ਦੇ ਵਿੱਚ ਜੋ ਆਪ ਜੀ ਦਾ ਨਿੱਜ ਸਥਾਨ ਹੈ, ਸੱਚਖੰਡ ਵਸੈ ਨਿਰੰਕਾਰ। ਹੇ ਨਿਰੰਕਾਰ ਸਾਹਿਬ ਜੀ, ਆਪ ਜੀ ਦੀ ਕਿਰਪਾ ਦੇ ਨਾਲ ਹੀ ਆਪ ਜੀ ਦੀ ਦਰਗਾਹ ਦੇ ਅੰਦਰ ਸੱਚਖੰਡ ਅਸਥਾਨ ਦੇ ਵਿੱਚ ਥਾਂ ਪ੍ਰਾਪਤ ਕਰੀਦਾ ਹੈ, ਇਹ ਸਥਿਤੀ ਪ੍ਰਾਪਤ ਹੁੰਦੀ ਹੈ। ਤੁਝ ਬਿਨ ਪਾਰ ਬ੍ਰਹਮ ਨਹੀਂ ਕੋਏ। ਹੇ ਪਾਰ ਬ੍ਰਹਮ ਪਰਮੇਸ਼ਰ ਜੀਓ, ਪਾਰ ਪਾਪਾਂ ਪੁੰਨਾਂ ਤੋਂ ਪਰੇ, ਪਾਪਾਂ ਪੁੰਨਾਂ ਦੀ ਆਪ ਜੀ ਨੂੰ ਲਿਪਾਏ ਮਾਰਗੀ ਨਹੀਂ ਹੁੰਦੀ ਹੈ। ਬ੍ਰਹਮ ਆਪ ਜੀ ਵਿਆਪਕ ਸਰੂਪ ਹੋ। ਹੇ ਪਾਰ ਬ੍ਰਹਮ ਪਰਮੇਸ਼ਰ ਜੀ, ਆਪ ਜੀ ਤੋਂ ਬਿਨਾ ਕੋਈ ਵੀ ਜੀਵਾਂ ਦਾ ਰਖਵਾਲਾ ਨਹੀਂ ਹੈ, ਕੋਈ ਵੀ ਸੁੱਖਾਂ ਦਾ ਦਾਤਾ ਨਹੀਂ ਹੈ। ਇਸੇ ਪ੍ਰਕਾਰ ਤੁਝ ਬਿਨ ਪਾਰ ਬ੍ਰਹਮ ਨਹੀਂ ਕੋਏ। ਹੇ ਪਾਰ ਬ੍ਰਹਮ ਪਰਮੇਸ਼ਰ ਜੀਓ, ਆਪ ਜੀ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾ ਤੇ ਕੋਈ ਵੀ ਨਾਮ ਨਹੀਂ ਜਪ ਸਕਦਾ ਹੈ। ਜੇ ਕੋਈ ਆਪਣੇ ਯਤਨ ਦੇ ਨਾਲ, ਚਤੁਰਾਈਆਂ ਦੇ ਨਾਲ ਆਖੇ ਜੀ ਮੈਂ ਨਾਮ ਦਾ ਰਸੀਆ ਬਣ ਜਾਵਾਂ, ਤੇ ਮਹਾਰਾਜ ਚਤੁਰਾਈਆਂ ਆਪ ਜੀ ਦੇ ਦਰ ਤੇ ਨਹੀਂ ਪਾਉਂਦੀਆਂ ਹਨ। ਆਪ ਜੀ ਤਾਂ ਭੋਲੇ ਭਾਵ ਮਿਲਦੇ ਹੋ। ਭੋਲੇ ਭਾਉ ਮਿਲੈ ਰਘੁਰਾਇਆ। ਪਰਮਾਤਮਾ ਜੀ ਭੋਲੇ ਭਾਵ ਮਿਲਦੇ ਹੋ,
ਤੇ ਭੋਲਾ ਭਾਉ ਆਪ ਜੀ ਦੀ ਨਜ਼ਰ ਦੇ ਨਾਲ ਪ੍ਰਾਪਤ ਹੁੰਦਾ ਹੈ। ਆਪ ਜੀ ਦੀ ਨਜ਼ਰ ਤੋਂ ਬਿਨਾ ਪੂਰੇ ਸਤਿਗੁਰੂ ਜੀ ਦਾ ਮਿਲਾਪ ਵੀ ਨਹੀਂ ਹੁੰਦਾ ਹੈ। ਆਪ ਜੀ ਦੀ ਨਜ਼ਰ ਤੋਂ ਬਿਨਾ ਪੂਰੇ ਸਤਿਗੁਰੂ ਜੀ ਤੋਂ ਜੀਵ ਨਾਮ ਨੂੰ ਪ੍ਰਾਪਤ ਨਹੀਂ ਕਰਦਾ ਹੈ। ਆਪ ਜੀ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾ ਜੀਵ ਨਾਮ ਦਾ ਰਸੀਆ ਨਹੀਂ ਹੁੰਦਾ ਹੈ। ਇਸੇ ਪ੍ਰਕਾਰ ਤੁਝ ਬਿਨ ਪਾਰ ਬ੍ਰਹਮ ਨਹੀਂ ਕੋਏ। हे ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ, ਤੁਝ ਬਿਨ ਆਪ ਜੀ ਤੋਂ ਬਿਨਾ ਜੀਵਾਂ ਨੂੰ ਕੋਈ ਸੁੱਖ ਨਹੀਂ ਦੇ ਸਕਦਾ ਹੈ। ਆਤਮ ਸੁੱਖ ਦੇ ਦਾਤੇ ਆਪ ਜੀ ਹੀ ਹੋ। ਦੁਨੀਆ ਦੇ ਅੰਦਰ ਰਹਿੰਦਿਆਂ ਹੋਇਆਂ ਪਦਾਰਥਾਂ ਦੇ ਸੁੱਖ, ਦੇਹ ਅਰੋਗਤਾ ਤੰਦਰੁਸਤੀ ਦੇ ਸੁੱਖ, ਆਤਮ ਸਰੂਪ ਦੀ ਪ੍ਰਾਪਤੀ ਦੇ ਸੁੱਖ, ਆਪਣੇ ਸਰੂਪ ਰੂਪ ਦੀ ਪ੍ਰਾਪਤੀ ਦਾ ਸੁੱਖ ਆਪ ਜੀ ਹੀ ਬਖਸ਼ਣ ਵਾਲੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਤੋਂ ਬਿਨਾ ਕੋਈ ਸੁੱਖਾਂ ਦਾ ਦਾਤਾ ਨਹੀਂ। ਇਸੇ ਪ੍ਰਕਾਰ ਤੁਝ ਬਿਨ ਪਾਰ ਬ੍ਰਹਮ ਨਹੀਂ ਕੋਏ। हे ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ, ਜਿਸ ਨੇ ਵੀ ਬ੍ਰਹਮਾਨੰਦ ਦੀ ਪ੍ਰਾਪਤੀ ਦੇ ਆਨੰਦ ਨੂੰ ਪਾਇਆ ਹੈ, ਤੁਝ ਤੇ ਆਪ ਜੀ ਤੋਂ ਹੀ ਪਾਇਆ ਹੈ। ਤੁਝ ਬਿਨ ਆਪ ਜੀ ਤੋਂ ਬਿਨਾ, ਆਪ ਜੀ ਦੀ ਨਜ਼ਰ ਤੋਂ ਬਿਨਾ ਸੱਚ ਦਾ ਆਨੰਦ ਸਵਰੂਪ ਨੂੰ ਕਿਸੇ ਨੇ ਪ੍ਰਾਪਤ ਨਹੀਂ ਕੀਤਾ ਹੈ। ਆਪ ਜੀ ਦੀ ਦਇਆ ਦ੍ਰਿਸ਼ਟੀ ਨਜ਼ਰ ਕਿਰਪਾਲਤਾ ਤੋਂ ਬਿਨਾ ਕਿਸੇ ਨੇ ਵੀ ਗਰੀਬ ਨਿਵਾਜ ਸਾਹਿਬ ਜੀ ਬ੍ਰਹਮਾਨੰਦ ਰਸ ਦੀ ਪ੍ਰਾਪਤੀ ਨੂੰ ਪ੍ਰਾਪਤ ਨਹੀਂ ਕੀਤਾ ਹੈ। ਤੁਮਰੀ ਕਿਰਪਾ ਤੇ ਸਦਾ ਸੁਖ ਹੋਏ। हे ਸੱਚੇ ਸਾਹਿਬ ਜੀ, ਤੁਮਰੀ ਕਿਰਪਾ ਤੇ ਆਪ ਜੀ ਦੀ ਹੀ ਕਿਰਪਾ ਦ੍ਰਿਸ਼ਟੀ ਦੇ ਨਾਲ ਸਦਾ ਜੀਵਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਸਦਾ ਤੋਂ ਆਦਿ ਕਾਲ ਤੋਂ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਜੀਵਾਂ ਨੇ ਸੁਖ ਮਾਨਣਾ ਕੀਤਾ ਹੈ। ਇਸੇ ਪ੍ਰਕਾਰ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ। ਦੁਨਿਆਵੀ ਜਿਹੜੇ ਸਰੀਰਕ ਸੁਖ ਨੇ ਇਹ ਥੋੜੇ ਸਮੇਂ ਦੇ ਨੇ, ਪਰ ਸਦਾ ਸੁਖ ਹੈ ਆਤਮ ਸੁਖ, ਸਰੂਪ ਰੂਪ ਦੀ ਪ੍ਰਾਪਤੀ ਦਾ ਸੁਖ, ਜਿਹੜਾ ਇੱਕ ਵਾਰ ਪ੍ਰਾਪਤ ਹੋ ਜਾਵੇ ਮੁੜ ਕਦੇ ਵੀ ਉਹ ਸੁਖ ਭੰਗ ਨਹੀਂ ਹੁੰਦਾ ਹੈ, ਅਭਾਵ ਨਹੀਂ ਹੁੰਦਾ ਹੈ। ਸੱਚੇ ਸਾਹਿਬ ਜੀ ਜਿਨ੍ਹਾਂ ਨੇ ਵੀ ਸਦਾ ਸਥਿਰ ਰਹਿਣੇ ਵਾਲੇ ਆਤਮ ਸਰੂਪ ਦੀ ਪ੍ਰਾਪਤੀ ਦਾ ਸੁਖ ਪਾਇਆ ਹੈ, ਆਪ ਜੀ ਦੀ ਨਦਰ ਕਿਰਪਾ ਦ੍ਰਿਸ਼ਟੀ ਦੁਆਰਾ ਹੀ ਪਾਇਆ ਹੈ। ਇਸੇ ਪ੍ਰਕਾਰ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ। ਆਪ ਜੀ ਦੀ ਕਿਰਪਾ ਦੇ ਨਾਲ ਸਦਾ ਆਪ ਜੀ ਦੇ ਸਰੂਪ ਰੂਪ ਦੀ ਅਭੇਦਤਾ ਦਾ ਭਾਵ ਸੱਚਖੰਡ ਦੇ ਵਿੱਚ ਸਥਾਨ ਮਿਲਦਾ ਹੈ। ਤੇ ਸੱਚਖੰਡ ਦਾ ਸੁਖ ਐਸਾ ਹੈ ਜਿਹੜਾ ਕਥਨ ਨਹੀਂ ਕੀਤਾ ਜਾ ਸਕਦਾ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਜਿਸ ਵੇਲੇ ਪਾਵਨ ਸ੍ਰੀ ਦੁਸ਼ਟ ਦਮਨ ਜੀ ਦੇ ਸਵਰੂਪ ਦੇ ਅੰਦਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚਖੰਡ ਪੁੱਜੇ ਨੇ ਨਾ ਪਿਤਾ ਪਰਮੇਸ਼ਰ ਜੀ ਦੇ ਪਾਸ, ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਵੀ ਸੱਚਖੰਡ ਦਾ ਜਿਹੜਾ ਸਾਰਾ ਕੌਤਕ ਹੈ, ਜਲਵਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਦਾ ਉਹ ਸਮਾਂ ਹੈ, ਪਾਵਨ ਸ੍ਰੀ ਦੁਸ਼ਟ ਦਮਨ ਜੀ ਦਾ ਆਪਣੀ ਲਿਖਤ ਦੇ ਅੰਦਰ ਕਥਨ ਕੀਤਾ ਹੈ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਸ੍ਰੀ ਕਲਗੀਧਰ ਚਮਤਕਾਰ ਦੇ ਅੰਦਰ ਗ੍ਰੰਥ ਦੇ ਅੰਦਰ ਉਹ ਸੱਚਖੰਡ ਦਾ ਨਜ਼ਾਰਾ ਕਥਨ ਕਰਨਾ ਕੀਤਾ ਹੈ। ਕੈਸਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿੰਘਾਸਨ ਹੈ, ਸੋਨੇ ਦਾ ਸਿੰਘਾਸਨ ਹੈ, ਹੀਰੇ ਲਾਲ ਪੁਖਰਾਜ ਪਾਰਸ ਮਣੀਆਂ ਉਸ ਦੇ ਵਿੱਚ ਚੜੇ ਹੋਏ ਨੇ। ਉਸ ਦੇ ਉੱਪਰ ਪ੍ਰਕਾਸ਼ ਸਰੂਪ ਹਰੀ ਵਾਹਿਗੁਰੂ ਜੀ ਸਜੇ ਹੋਏ ਨੇ। ਇਤਨਾ ਪ੍ਰਕਾਸ਼ ਹੈ ਕਿ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਵੀ ਉਸ ਪ੍ਰਕਾਸ਼ ਦੀ ਬਰਾਬਰੀ ਅਥਵਾ ਸਾਹਮਣਾ ਨਹੀਂ ਕਰ ਸਕਦਾ। ਪਰ ਸੂਰਜ ਦੇ ਪ੍ਰਕਾਸ਼ ਦੇ ਅੰਦਰ ਤਪਸ਼ ਹੈ, ਉਸ ਪ੍ਰਕਾਸ਼ ਦੇ ਅੰਦਰ ਸੁਖ ਹੈ, ਆਨੰਦ ਹੈ, ਅਕਹਿ ਹੈ, ਰਸ ਹੈ, ਐਸੀ ਸ਼ਾਂਤੀ, ਐਸੀ ਠੰਡਕ ਹੈ ਜਿਹੜੀ ਤਿਆਗੀ ਨਹੀਂ ਜਾਂਦੀ। ਇਹ ਠੰਡਕ ਕੋਈ ਸਿਆਲੇ ਦੀ ਰੁੱਤ ਵਰਗੀ ਨਹੀਂ ਜਿਹੜੀ ਸਰੀਰ ਨੂੰ ਸੁੰਨ ਕਰ ਦੇਵੇ ਜਾਂ ਸੜਕੇ ਵਾਲਿਆਂ ਨੂੰ ਦੁੱਖ ਦੇਵੇ। ਉਹ ਠੰਡਕ ਐਸੀ ਹੈ ਜਿਹੜੀ ਤਨ ਮਨ ਨੂੰ ਠਾਰਦੀ ਹੈ, ਸੀਤਲ ਕਰਦੀ ਹੈ, ਅਨੁਭਵ ਸੁਖ ਦਾ ਹਿਰਦੇ ਦੇ ਅੰਦਰ ਪ੍ਰਕਾਸ਼ ਕਰਦੀ ਹੈ। ਉਹ ਸੁਖ ਕਥਨ ਤੋਂ ਬਾਹਰਾ ਹੈ। ਉਹ ਵਾਹਿਗੁਰੂ ਜੀ ਦਾ ਦਰਬਾਰ, ਉਸ ਦੀ ਦਿੱਖ, ਉਸ ਦੀ ਬਨਾਵਟ ਐਸੀ ਅਦਭੁਤ ਹੈ ਜਿਹੜੀ ਕਥਨ ਨਹੀਂ ਕੀਤੀ ਜਾ ਸਕਦੀ। ਵਾਹਿਗੁਰੂ ਜੀ ਦੇ ਦਰ ਦਾ ਸੱਚਖੰਡ ਦਰਬਾਰ ਦਾ ਦਰਵਾਜ਼ਾ ਹੀ ਐਸਾ ਹੈ ਜਿਹੜਾ ਵੱਡਾ ਭਾਰੀ ਦਰਵਾਜ਼ਾ ਸੋਨੇ ਦਾ ਬਣਿਆ ਹੋਇਆ ਤੇ ਹੀਰੇ ਉਸ ਦੇ ਉੱਪਰ ਐਵੇਂ ਚਮਕਾ ਮਾਰਦੇ ਨੇ ਜਿਵੇਂ ਸਿਖਰ ਦੁਪਹਿਰੇ ਸੂਰਜ ਚਮਕਦਾ ਹੈ। ਕਿਤਨਾ ਆਪ ਜੀ ਦੇ ਦਰ ਦੀ ਸ਼ੋਭਾ ਹੈ, ਵਡਿਆਈ ਹੈ, ਕਿਤਨੀ ਸ਼ਾਂਤੀ ਹੈ, ਕਥਨ ਨਹੀਂ ਕੀਤੀ ਜਾਂਦੀ। ਇਸੇ ਪ੍ਰਕਾਰ ਤਖਤ ਸੱਚਖੰਡ ਦਰਬਾਰ ਜਿਹੜੇ ਅੰਦਰ ਫੁੱਲ ਖਿੜੇ ਹੋਏ ਨੇ ਨਾ, ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਲਿਖਦੇ ਨੇ ਐਵੇਂ ਜਿਵੇਂ ਪੁਖਰਾਜ ਇਤਿਆਦਿਕ ਚੀਰ ਕੇ ਕੱਟ ਕੇ ਤੇ ਉਹ ਬਣਾਏ ਹੋਣ, ਪਰ ਜਿਹੜੇ ਪੁਖਰਾਜ ਦੇ ਮੂੰਗਿਆਂ ਦੇ ਫੁੱਲ ਨੇ ਉਹਨਾਂ 'ਚ ਖੁਸ਼ਬੂ ਨਹੀਂ ਹੁੰਦੀ।
ਪਰ ਵਾਹਿਗੁਰੂ ਜੀ ਦੇ ਦਰ ਤੇ ਉਹ ਫੁੱਲ ਐਸੇ ਮਹਿਕਦੇ ਨੇ ਜੈਸੀ ਮਹਿਕ ਧਰਤੀ ਦੇ ਫੁੱਲਾਂ ਦੇ ਅੰਦਰ ਤੇ ਹੁੰਦੀ ਹੀ ਨਹੀਂ। ਫਿਰ ਉੱਥੇ ਸਾਧ ਸੰਗਤ ਜੀ ਮੌਤ ਨਹੀਂ ਹੈ। ਉਸ ਫੁੱਲ ਨੂੰ ਜੇ ਤੋੜ ਲਿਆ ਗਿਆ ਤੇ ਫੁੱਲ ਹੱਥ ਦੇ ਵਿੱਚ ਵੀ ਫੜਿਆ, ਪਰ ਜਿਸ ਟਾਹਣੀ ਤੋਂ ਤੋੜਿਆ ਗਿਆ ਫੁੱਲ ਉੱਥੇ ਵੀ ਮੌਜੂਦ ਆ, ਟੁੱਟਾ ਉੱਥੋਂ ਵੀ ਨਹੀਂ, ਕਿਉਂਕਿ ਮੌਤ ਨਹੀਂ ਹੈ ਨਾ। ਜਿਹੜਾ ਟੁੱਟ ਗਿਆ ਉਹ ਤੇ ਮਰ ਗਿਆ, ਉਹ ਤੇ ਕੁਮਲਾ ਮੁਰਝਾ ਜਾਵੇਗਾ, ਸੁੱਕ ਜਾਵੇਗਾ, ਪਰ ਉੱਥੇ ਕੋਈ ਸੋਕਾ ਨਹੀਂ ਹੈ, ਉੱਥੇ ਕੋਈ ਝੋਰਾ ਨਹੀਂ ਹੈ, ਉੱਥੇ ਕੋਈ ਦੁੱਖ ਨਹੀਂ ਹੈ। ਅਤਿਅੰਤ ਮਨਮੋਹਕ ਦ੍ਰਿਸ਼ ਆਪ ਜੀ ਆਪਣੀ ਲਿਖਤ ਦੇ ਅੰਦਰ ਪ੍ਰਗਟ ਕਰਕੇ ਨਾ ਤੇ ਫਿਰ ਸਹਿਤ ਨਿਮਰਤਾ ਦੇ ਲਿਖਣਾ ਕਰਦੇ ਨੇ, ਜਿੰਨਾ ਕੁਝ ਵੀ ਲਿਖਿਆ ਬੜਾ ਤੁੱਛ ਹੈ, ਬੜਾ ਤੁੱਛ ਹੈ। ਇਹ ਕੇਵਲ ਤਾਂ ਕੇਵਲ ਉਸ ਦ੍ਰਿਸ਼ ਨੂੰ ਰੂਪਮਾਨ ਕਰਨ ਵਾਸਤੇ ਸਾਰੇ ਹਵਾਲੇ ਦਿੱਤੇ ਨੇ। ਪੁਖਰਾਜ ਵਰਗੇ ਫੁੱਲ ਨੇ, ਸੋਨੇ ਦੇ ਤਖਤੇ ਨੇ, ਸੋਨੇ ਦਾ ਸਿੰਘਾਸਣ ਹੈ, ਪਰ ਇਹ ਸੋਨਾ ਹੀਰੇ ਮੋਤੀ ਤੇ ਸਾਰੇ ਨਾਸ਼ਵਾਨ ਨੇ। ਉਹ ਸੱਚਖੰਡ ਦਰਬਾਰ ਦੀ ਸੋਭਾ ਤੇ ਤਖਤ ਕੋਈ ਨਾਸ਼ਵਾਨ ਥੋੜਾ ਹੈ। ਇਹ ਕੇਵਲ ਤਾਂ ਕੇਵਲ ਸਮਝ ਵਿੱਚ ਆ ਜਾਵੇ, ਹਿਰਦੇ ਵਿੱਚ ਪਿਆਰ ਉਤਪੰਨ ਹੋਵੇ, ਐਸੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਪਰ ਉਹ ਕਿਸ ਧਾਤ ਦਾ ਦਰਬਾਰ ਆ, ਉਹ ਧਾਤ ਵੀ ਕਥਨ ਨਹੀਂ ਕੀਤੀ ਜਾਂਦੀ। ਕਿਸ ਧਾਤ ਦਾ ਸਿੰਘਾਸਣ ਹੈ, ਉਹ ਸਿੰਘਾਸਣ ਦੀ ਧਾਤ ਵੀ ਕਥਨ ਨਹੀਂ ਕੀਤੀ ਜਾਂਦੀ। ਐਸਾ ਆਤਮਿਕ ਸੁਖ ਜਿੱਥੇ ਕਲਗੀਧਰ ਸਾਹਿਬ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਿਸ਼ ਭਰੇ ਪ੍ਰਵਚਨ ਫਰਮਾਉਂਦੇ ਨੇ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚਰ ਕਰ ਬੇਹ ਕਉ ਸਾਚਾ। ਉਹ ਸੱਚਖੰਡ ਦਰਬਾਰ ਦਾ ਸਾਧ ਸੰਗਤ ਜੀ ਐਸਾ ਵੱਡਾ ਭਾਰੀ ਸੁੱਖ ਹੈ, ਨਿਮਖ ਮਾਤਰ ਵੀ ਪ੍ਰਾਪਤ ਹੋ ਜਾਵੇ ਨਾ ਤੇ ਤਿਸ ਦੀ ਵਡਿਆਈ ਤੇ ਇਸ ਸੁੱਖ ਦਾ ਆਨੰਦ ਜਿਹੜਾ ਹੈ ਉਹ ਕਥਨ ਨਹੀਂ ਕੀਤਾ ਜਾਂਦਾ। ਕਬੀਰ ਚਰਨ ਕਮਲ ਕੀ ਮੌਜ ਕਉ, ਕਹਿ ਕੈਸੇ ਉਨਮਾਨ, ਕਹਿਬੇ ਕਉ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਉਹ ਸੁੱਖ ਤਾਂ ਦੇਖਿਆ ਦੀਦਾਰ ਕੀਤਿਆਂ ਹੀ ਬਣਦਾ ਹੈ, ਮਨ ਨੂੰ ਭਾਉਂਦਾ ਹੈ। ਸ਼ਬਦਾਂ ਦੇ ਨਾਲ ਜ਼ੁਬਾਨ ਦੇ ਵਿੱਚੋਂ ਕਥਨ ਕਰਕੇ ਵਰਣਨ ਕਰੀਏ ਤੇ ਸੋਭਾ ਨਹੀਂ ਪ੍ਰਗਟ ਹੁੰਦੀ ਹੈ, ਪੂਰਨ ਸਮਗਰ ਵਡਿਆਈ ਨਹੀਂ ਕਹੀ ਜਾਂਦੀ ਹੈ। ਇਸ ਪ੍ਰਕਾਰ ਦਾ ਜੋ ਆਪ ਜੀ ਦਾ ਸੱਚਖੰਡ ਦਰਬਾਰ ਹੈ ਵਾਹਿਗੁਰੂ ਜੀ, ਜਿੱਥੇ ਦੁੱਖ ਨਹੀਂ, ਜਿੱਥੇ ਭੁੱਖ ਨਹੀਂ, ਜਿੱਥੇ ਰੋਗ ਨਹੀਂ, ਜਿੱਥੇ ਸੋਗ ਨਹੀਂ, ਜਿੱਥੇ ਭਉ ਭੋਗ ਨਹੀਂ, ਜਿੱਥੇ ਮੌਤ ਨਹੀਂ। ਭੋਗ ਤੋਂ ਭਾਵ ਵਿਸ਼ੇ ਭੋਗ ਹੈ, ਉਥੇ ਵਿਸ਼ੇ ਭੋਗ ਵੀ ਨਹੀਂ। ਉਥੇ ਸਰੀਰਾਂ ਦਾ ਵਧਣਾ ਤੇ ਘਟਣਾ ਨਹੀਂ ਹੁੰਦਾ ਹੈ, ਸਰੀਰਾਂ ਦਾ ਜੰਮਣਾ ਤੇ ਮਰਨਾ ਨਹੀਂ ਹੁੰਦਾ ਹੈ। ਉਥੇ ਦਾ ਸੁੱਖ ਜਿਹੜਾ ਕਦੇ ਅਭਾਵ ਨਹੀਂ ਹੁੰਦਾ ਹੈ। ਇਹ ਸੱਚੇ ਸਾਹਿਬ ਜੀ ਆਪ ਜੀ ਦੀ ਦਇਆ ਦ੍ਰਿਸ਼ਟੀ ਦੇ ਨਾਲ ਹੀ ਐਸਾ ਦਰਗਾਹ, ਆਪ ਜੀ ਦੇ ਸੱਚਖੰਡ ਦਾ ਦਰਬਾਰ ਆਪ ਜੀ ਦੇ ਨਾਮ ਰਸੀਆਂ ਨੂੰ ਪ੍ਰਾਪਤ ਹੁੰਦਾ ਹੈ ਜੀ। ਰਹਾਉ ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ, ਤੁਮ ਮਨ ਵਸੇ ਤੋ ਦੁਖ ਨ ਲਾਗੈ। ਹੇ ਸਿੱਖੋ, ਉਹ ਨਾਮ ਰਸੀਏ ਮਾਣ ਨਹੀਂ ਕਰਦੇ ਕਿ ਅਸੀਂ ਸੁਖੀ ਹੋ ਗਏ ਆ, ਉਹ ਤੇ ਬੇਨਤੀਆਂ ਕਰਦੇ ਨੇ, ਹੇ ਸੱਚੇ ਸਾਹਿਬ ਜੀ ਆਪ ਜੀ ਜਦੋਂ ਹਿਰਦੇ ਵਿੱਚ ਵਸ ਜਾਂਦੇ ਹੋ ਤੇ ਫਿਰ ਦੁੱਖ ਨਹੀਂ ਲੱਗਦੇ। ਇਹ ਵਿਕਾਰਾਂ ਦੇ ਦੁੱਖ, ਮਾਇਆ ਦੀ ਪਕੜ ਦੇ ਦੁੱਖ ਜਿਹੜੇ ਨੇ ਨੇੜੇ ਵੀ ਨਹੀਂ ਆਉਂਦੇ। ਸੋ ਇਸੇ ਪ੍ਰਕਾਰ ਤੁਮ ਮਨ ਵਸੇ ਤੋ ਦੁਖ ਨ ਲਾਗੈ। ਜਦੋਂ ਆਪ ਜੀ ਹਿਰਦੇ ਦੇ ਅੰਦਰ ਸਾਖਿਆਤ ਹੋ ਕਰਕੇ ਵਸ ਜਾਂਦੇ ਹੋ, ਅਥਵਾ ਨਾਮ ਰੂਪ ਹੋ ਕਰਕੇ ਵਸ ਜਾਂਦੇ ਹੋ ਨਾ, ਤੇ ਸੱਚੇ ਸਾਹਿਬ ਜੀ ਫਿਰ ਜੰਮਣ ਮਰਨ ਦੇ ਦੁੱਖ ਵੀ ਨਹੀਂ ਲੱਗਦੇ ਹਨ। ਆਪ ਜੀ ਕਿਰਪਾਲਤਾ ਕਰਕੇ ਜਿਸ ਦੇ ਹਿਰਦੇ ਵਿੱਚ ਵਸ ਜਾਂਦੇ ਹੋ ਤੇ ਇਸ ਦੇ ਜੰਮਣ ਮਰਨ ਦੇ ਸਾਰੇ ਹੀ ਦੁੱਖਾਂ ਨੂੰ ਅਭਾਵ ਕਰ ਦਿੰਦੇ ਹੋ, ਮੇਟ ਦਿੰਦੇ ਹੋ। ਜਮਾ ਨਰਕਾਂ ਇਤਿਆਦਿਕਾਂ ਦੇ ਗਰਭ ਜੂਨੀਆਂ ਦੇ ਦੁੱਖ ਵੀ ਨਹੀਂ ਲੱਗਦੇ, ਸਾਰੇ ਹੀ ਦੁੱਖਾਂ ਨੂੰ ਆਪ ਜੀ ਮੇਟ ਦਿੰਦੇ ਹੋ ਜੀ। ਤੁਮਰੀ ਕਿਰਪਾ ਤੇ ਭ੍ਰਮ ਭਉ ਭਾਗੈ। ਸੱਚੇ ਪਾਤਸ਼ਾਹ ਇਹ ਜਿਹੜੇ ਮਨ ਦੇ ਵਿੱਚ ਭਰਮ ਪੈ ਜਾਂਦੇ ਨੇ ਨਾ ਕਿ ਜੀਵ ਵੱਖਰਾ ਤੇ ਈਸ਼ ਵੱਖਰਾ ਹੈ, ਪਾਰ ਬ੍ਰਹਮ ਵੱਖਰਾ ਤੇ ਅਸੀਂ ਵਾਹਿਗੁਰੂ ਜੀ ਤੋਂ ਵੱਖਰੇ ਹਾਂ। ਜੀਵ ਹਿਰਦੇ ਦੇ ਅੰਦਰ ਮੈਂ ਨੂੰ ਧਾਰਨ ਕਰਕੇ ਤੇ ਆਪਣੀ ਹੋਂਦ ਸਥਾਪਿਤ ਕਰ ਲੈਂਦਾ। ਮੈਂ ਹਾਂ, ਮੈਂ ਸੀ, ਮੈਂ ਕਰਾਂਗਾ, ਆਪਣੇ ਆਪ ਨੂੰ ਕਰਤਾ ਮੰਨ ਲੈਂਦਾ ਹੈ। ਆਪਣੇ ਆਪ ਨੂੰ ਕਾਰਜਾਂ ਦਾ ਕਰਤਾ ਮੰਨ ਲੈਣਾ ਇਹ ਜੀਵ ਦੇ ਹਿਰਦੇ ਦਾ ਭਰਮ ਹੈ। ਤੇ ਸਾਧ ਸੰਗਤ ਦੀ ਜਿਹੜਾ ਭਰਮ ਹੈ ਨਾ, ਇਹ ਜੀਵ ਦੇ ਜੰਮਣ ਮਰਨ ਦਾ ਮੂਲ ਬਣ ਜਾਂਦਾ ਹੈ, ਦੁੱਖਾਂ ਦਾ ਮੂਲ ਬਣ ਜਾਂਦਾ ਹੈ। ਤੇ ਜਗਿਆਸੂ ਜਨਾਂ ਦੇ ਹਿਰਦੇ ਦੇ ਵਿੱਚੋਂ ਸਿਮਰਨ ਦਾ ਅਭਿਆਸ ਕਰਕੇ ਜਦੋਂ ਸਾਰੇ ਭਰਮ ਮਿਟ ਜਾਂਦੇ ਨੇ ਨਾ, ਤੇ ਫਿਰ ਉਹ ਮਾਣ ਨਹੀਂ ਕਰਦੇ ਗੁਰਮੁਖ ਜਨ ਨਾਮ ਦੇ ਰਸੀਏ ਕਿ ਅਸੀਂ ਭਰਮ ਮੇਟ ਲਏ ਨੇ, ਬਲਕਿ ਬੇਨਤੀਆਂ ਕਰਦੇ ਨੇ, ਇਹ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਨੇ ਕਿਰਪਾਲਤਾ ਕਰਨਾ ਕੀਤੀ ਹੈ। ਜੋ ਦੁੱਖਾਂ ਦਾ ਮੂਲ ਹਿਰਦੇ ਦੇ ਅੰਦਰ ਭਰਮ ਪਿਆ ਹੋਇਆ ਸੀ,
ਉਹ ਭਰਮ ਦਾ ਹੁਣ ਨਾਸ ਹੋ ਗਿਆ ਹੈ। ਤਾਉ ਪ੍ਰਸਾਦ ਭਰਮ ਕਾ ਨਾਸ। ਇਹ ਆਪ ਜੀ ਨੇ ਕਿਰਪਾ ਕੀਤੀ ਹੈ ਜੋ ਹਿਰਦੇ ਦੇ ਵਿੱਚੋਂ ਭਰਮਾਂ ਦਾ ਨਾਸ ਹੋਇਆ ਹੈ। ਇਸੇ ਪ੍ਰਕਾਰ ਤੁਮਰੀ ਕਿਰਪਾ ਤੇ ਭ੍ਰਮ ਭਉ ਭਾਗੈ। ਤੇ ਸੱਚੇ ਪਾਤਸ਼ਾਹ ਤੁਮਰੀ ਕਿਰਪਾ ਤੇ, ਆਪ ਜੀ ਦੀ ਕਿਰਪਾ ਦੇ ਨਾਲ ਜਿੱਥੇ ਭਰਮਾਂ ਦਾ ਨਾਸ ਹੋਇਆ, ਭਰਮ ਭੱਜ ਗਏ ਨੇ, ਉੱਥੇ ਭਉ ਭਾਗੈ, ਸਰਬਤ ਪ੍ਰਕਾਰ ਦੇ ਡਰ ਵੀ ਭੱਜ ਗਏ ਨੇ। ਹੁਣ ਵਿਕਾਰਾਂ ਤੋਂ ਵੀ ਡਰ ਨਹੀਂ ਆਉਂਦਾ। ਪਹਿਲਾਂ ਮਹਾਰਾਜ ਵਿਕਾਰ ਬੜੇ ਵੱਡੇ ਨਜ਼ਰ ਆਉਂਦੇ ਸੀ, ਬੜੇ ਤਕੜੇ ਨੇ, ਬੜੇ ਬਲਵਾਨ ਨੇ, ਸਾਨੂੰ ਢਾਹ ਲੈਣਗੇ, ਸਾਨੂੰ ਆਪਣੇ ਅਧੀਨ ਕਰ ਲੈਣਗੇ। ਵਿਕਾਰ ਜੀਵਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੇ ਨੇ, ਬੜੇ ਬਲਸ਼ਾਲੀ ਨੇ। ਪਰ ਸੱਚੇ ਪਾਤਸ਼ਾਹ ਜਦੋਂ ਹਿਰਦੇ ਦੇ ਵਿੱਚੋਂ ਭਰਮ ਭਉ ਭਾਗੈ, ਭਰਮ ਭੱਜ ਗਿਆ, ਫਿਰ ਭਉ ਭਾਗੈ, ਵਿਕਾਰਾਂ ਦਾ ਡਰ ਵੀ ਭੱਜ ਗਿਆ। ਹੁਣ ਨਿਸ਼ਚਾ ਬਣ ਆਇਆ ਹੈ, ਵਿਕਾਰ ਚਾਹੇ ਬਲਵਾਨ ਨੇ ਪਰ ਆਪ ਜੀ ਅਤ ਬਲਵਾਨ ਹੋ, ਆਪ ਜੀ ਤੋਂ ਬਲਵਾਨ ਨਹੀਂ। ਸਾਰੇ ਆਪ ਜੀ ਦੇ ਹੁਕਮ ਦੇ ਅੰਦਰ ਹੀ ਨੇ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਆਪ ਜੀ ਦੇ ਹੁਕਮ ਦੇ ਅੰਦਰ ਨੇ, ਆਪ ਜੀ ਨੂੰ ਪਾਉਂਦੇ ਨਹੀਂ। ਤੇ ਜਿਸ ਹਿਰਦੇ ਦੇ ਵਿੱਚ ਆਪ ਜੀ ਸਾਖਿਆਤਕਾਰ ਹੋ ਜਾਂਦੇ ਹੋ ਨਾ, ਉਸ ਨਾਮ ਰਸੀਏ ਨੂੰ ਵੀ ਫਿਰ ਇਹ ਵਿਕਾਰ ਪਾਉਂਦੇ ਨਹੀਂ। ਇਸ ਕਰਕੇ ਵਿਕਾਰਾਂ ਦਾ ਡਰ ਵੀ ਆਪ ਜੀ ਦੀ ਕਿਰਪਾ ਦੇ ਨਾਲ ਭਾਗਿਆ ਭੱਜ ਜਾਂਦਾ ਹੈ। ਗੁਰਮੁਖਾਂ ਜਨਾਂ ਦਾ, ਨਾਮ ਰਸੀਆਂ ਦਾ ਜਿਹੜਾ ਵਿਕਾਰਾਂ ਦਾ ਡਰ ਉਹ ਭੱਜ ਗਿਆ ਹੈ। ਇਸੇ ਪ੍ਰਕਾਰ ਜੰਮਣ ਮਰਨ ਦਾ ਜਿਹੜਾ ਡਰ ਉਹ ਭਾਗਿਆ ਭੱਜ ਗਿਆ ਹੈ, ਅਥਵਾ ਭਾਗਿਆ ਨਾਸ ਹੋ ਗਿਆ ਹੈ। ਪਾਰ ਬ੍ਰਹਮ ਅਪਰੰਪਰ ਸੁਆਮੀ। ਹੇ ਪਾਰ ਪਾਪਾ ਪੁੰਨਾ ਤੋਂ ਪਰੇ ਜੀ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਬ੍ਰਹਮ ਵਿਆਪਕ ਸਰੂਪ ਜੀਓ। ਸੋ ਇਸੇ ਪ੍ਰਕਾਰ ਫਿਰ ਪੜ੍ਹਦੇ ਹੋ, ਪਾਰ ਬ੍ਰਹਮ ਅਪਰੰਪਰ ਸੁਆਮੀ। ਅਪਰੰਪਰ ਜਿਸ ਦਾ ਆਦ ਅੰਤ ਨਾ ਆਵੇ, ਜਿਸ ਦਾ ਉਰਾਰਲਾ ਪਾਰਲਾ ਕੰਢਾ ਨਾ ਲੱਭੇ, ਜਿਸ ਦੇ ਆਦ ਅੰਤ ਦਾ ਕੋਈ ਸਿਰਾ ਨਾ ਮਿਲੇ, ਸੋ ਕਹੀਏ ਅਪਰੰਪਰ। ਜਿਸ ਪ੍ਰਕਾਰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਵੱਡੇ ਭਾਰੀ ਪ੍ਰਤਾਪ ਵਾਲੇ 5 ਗਹਿਣੇ ਬਖਸ਼ੇ ਨੇ। ਤੇ ਸਾਧ ਸੰਗਤ ਜੀ, ਉਹ 5 ਗਹਿਣੇ ਨੇ 5 ਕਕਾਰ, ਕੇਸ, ਕੰਗਾ, ਕੜਾ, ਕਿਰਪਾਨ ਤੇ ਕਸ਼ਹਿਰਾ। ਤੇ ਕੜੇ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜਿਵੇਂ ਕੜੇ ਦਾ ਕੋਈ ਸਿਰਾ ਨਹੀਂ, ਕੋਈ ਆਦ ਅੰਤ ਨਹੀਂ, ਗੋਲ ਹੈ ਨਾ, ਤਾਂ ਹੀ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ, ਕੜਾ ਜਿਹੜਾ ਹੈ ਇਹ ਜੋੜ ਵਾਲਾ ਨਹੀਂ ਪਹਿਨਣਾ, ਬਿਨਾਂ ਜੋੜ ਤੋਂ ਪਹਿਨਣਾ ਹੈ। ਹੁਣ ਬਿਨਾਂ ਜੋੜ ਤੋਂ ਕੜਾ ਹੱਥ ਵਿੱਚ ਪਕੜ ਕੇ ਦੇਖੋ, ਇਸ ਦਾ ਕੋਈ ਸਿਰਾ ਨਹੀਂ, ਕੋਈ ਆਦ ਅੰਤ ਨਹੀਂ। ਇਸੇ ਪ੍ਰਕਾਰ ਪਰਮਾਤਮਾ ਜੀ ਦਾ ਕੋਈ ਆਦ ਨਹੀਂ ਮਿਲਦਾ, ਆਦ ਦਾ ਸਿਰਾ ਨਹੀਂ ਮਿਲਦਾ, ਅੰਤ ਦਾ ਸਿਰਾ ਨਹੀਂ ਮਿਲਦਾ। ਇਸੇ ਕਾਰਨ ਪਾਰ ਬ੍ਰਹਮ ਜੀ ਨੂੰ ਕਿਹਾ ਜਾਂਦਾ ਹੈ, ਸ੍ਰਿਸ਼ਟੀ ਦੇ ਪਾਰਾਵਾਰ ਤੋਂ ਪਰਾ ਰੂਪ ਜੀਓ, ਪਾਪਾ ਪੁੰਨਾ ਤੋਂ ਪਰਾ ਰੂਪ ਬ੍ਰਹਮ ਵਿਆਪਕ ਸਰੂਪ ਜੀਓ। ਆਪ ਜੀ ਅਪਰੰਪਰ ਹੋ, ਆਪ ਜੀ ਦਾ ਆਦ ਅੰਤ ਨਹੀਂ ਮਿਲਦਾ ਹੈ, ਕੋਈ ਸਿਰਾ ਨਹੀਂ ਮਿਲਦਾ ਹੈ। ਫਿਰ ਸੁਆਮੀ ਮਾਲਕ ਹੋ ਆਪ ਜੀ। ਗਰੀਬ ਨਵਾਜ ਸੱਚੇ ਪਾਤਸ਼ਾਹ ਸਾਰੀਆਂ ਪੁਰੀਆਂ ਵੀ ਆਪ ਜੀ ਦੇ ਅਧੀਨ ਨੇ, ਆਕਾਸ਼ ਲੋਕ ਦੀਆਂ, ਉਹਨਾਂ ਦੇ ਵੀ ਆਪ ਜੀ ਮਾਲਕ ਹੋ। ਆਕਾਸ਼ ਲੋਕ ਦੇ ਅੰਦਰ ਕਰੋੜਾਂ ਬ੍ਰਹਮੰਡ ਜਿਤਨੇ ਵਸਣੇ ਵਾਲੇ ਨੇ, ਉਹਨਾਂ ਦੇ ਵੀ ਆਪ ਜੀ ਮਾਲਕ ਹੋ। ਇਸੇ ਪ੍ਰਕਾਰ ਧਰਤੀ ਦੇ ਮਾਲਕ ਹੋ, ਧਰਤੀ ਦੇ ਸਾਰੇ ਜੀਵਾਂ ਦੇ ਮਾਲਕ ਹੋ। ਗਰੀਬ ਨਿਵਾਜ ਜੀ ਆਪ ਜੀ ਦੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆ ਕਾ ਦਾਤਾ ਰੇ। ਜਿੱਥੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਹੋ, ਕਰੋੜਾਂ ਬ੍ਰਹਮੰਡਾਂ ਦੇ ਅੰਦਰ ਸਾਰੇ ਜਿਤਨੇ ਵੀ ਜੀਵ ਵਸਦੇ ਨੇ, ਜਲ ਵਾਲੇ, ਥਲ ਵਾਲੇ ਇਤਿਆਦਿਕ, ਮਹਾਰਾਜ ਸਾਰਿਆਂ ਨੂੰ ਦਾਤਾ ਦੇਣ ਵਾਲੇ ਦਾਤੇ ਹੋ। ਆਪ ਜੀ ਸਾਡੇ ਵੇ ਸੁਆਮੀ ਮਾਲਕ ਹੋ, ਸਾਡੇ ਸਾਹਿਬ ਹੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਡੇ ਪ੍ਰਤ ਪਾਲਕ ਹੋ। ਸਗਲ ਘਟਾ ਕੇ ਅੰਤਰਜਾਮੀ। ਤੇ ਸਾਰਿਆਂ ਹਿਰਦਿਆਂ ਦੇ ਅੰਦਰ ਤੁਸੀਂ ਵਸੇ ਹੋਏ ਹੋ। ਹਰ ਇੱਕ ਦੇ ਹਿਰਦੇ ਦੇ ਅੰਦਰ ਵਸ ਕਰਕੇ ਬੈਠ ਕਰਕੇ ਕਿਹੜੇ ਕਿਹੜੇ ਹਿਰਦੇ ਦੇ ਅੰਦਰ ਕੀ ਚੱਲ ਰਿਹਾ ਹੈ, ਆਪ ਜੀ ਹਿਰਦੇ ਦੇ ਜਾਮੀ ਜਾਣਨ ਵਾਲੇ ਹੋ। ਤਾਂ ਹੀ ਹਿਰਦੇ ਦੀ ਜਾਣਦੇ ਹੋ, ਕਿਉਂਕਿ ਹਿਰਦੇ ਦੇ ਅੰਦਰ ਬੈਠੇ ਹੋ। ਹਿਰਦੇ ਦੇ ਅੰਦਰ ਚੰਗੇ ਸੰਕਲਪ, ਬੁਰੇ ਸੰਕਲਪ, ਪਰ ਉਪਕਾਰ ਦੀ ਭਾਵਨਾ, ਸੇਵਾ ਦੀ ਭਾਵਨਾ, ਨਾਮ ਸਿਮਰਨ ਦੀ ਭਾਵਨਾ, ਗੁਰ ਚਰਨਾਂ ਦਾ ਪਿਆਰ, ਜੋ ਜੋ ਕੋਈ ਵੀ ਫੁਰਨਾ ਹਿਰਦੇ ਦੇ ਅੰਦਰ ਆਉਂਦਾ ਨਾ, ਆਪ ਜੀ ਤੋਂ ਇੱਕ ਵੀ ਫੁਰਨਾ ਛੁਪਾਇਆ ਨਹੀਂ ਜਾ ਸਕਦਾ। ਅੰਦਰ ਬੈਠੇ ਸਾਰੇ ਫੁਰਨਿਆਂ ਨੂੰ ਤੱਕ ਰਹੇ ਹੋ, ਦੇਖ ਰਹੇ ਹੋ। ਗਰੀਬ ਨਿਵਾਜ ਹਿਰਦਿਆਂ ਦੀ ਜਾਣਨ ਵਾਲੇ, ਬੁੱਝਣ ਵਾਲੇ ਹੋ ਤੁਸੀਂ। ਇਸੇ ਪ੍ਰਕਾਰ ਸਗਲ ਘਟਾ ਕੇ ਅੰਤਰਜਾਮੀ। ਸਾਰਿਆਂ ਹਿਰਦਾਂ ਦੇ ਦੁੱਖ ਤੇ ਦਰਦ ਨੂੰ ਵੀ ਅੰਤਰਜਾਮੀ ਜੀ ਪਛਾਣਨੇ ਵਾਲੇ ਹੋ। ਕੋਈ ਹਿਰਦੇ ਕਰਕੇ ਹੀ ਆਪ ਜੀ ਦੇ ਚਰਨਾਂ ਨਾਲ ਜੁੜ ਜਾਵੇ, ਸੱਚੇ ਪਾਤਸ਼ਾਹ ਬਿਪਤਾ ਆ ਬਣੀਏ ਨਿਵਰਤੀ ਕਰ ਦੇਵੋ, ਤੇ ਹਿਰਦੇ 'ਚ ਹੀ ਬੈਠੇ ਹੋਣ ਕਰਕੇ ਹਿਰਦੇ ਦੀ ਪੁਕਾਰ ਝੱਟ ਹੀ ਸੁਣ ਲੈਂਦੇ ਹੋ।
ਤੇ ਉਸੇ ਵੇਲੇ ਅੰਤਰਜਾਮੀ ਜੀ ਰਖਵਾਲੀ ਵਾਸਤੇ ਪਹੁੰਚ ਜਾਂਦੇ ਹੋ। ਭਾਵੇਂ ਹਾਥੀ ਨੇ ਪੁਕਾਰ ਕੀਤੀ, ਭਾਵੇਂ ਹਿਰਣੀ ਨੇ ਪੁਕਾਰ ਕੀਤੀ, ਚਾਹੇ ਪ੍ਰਹਿਲਾਦ ਨੇ ਪੁਕਾਰ ਕੀਤੀ, ਬਾਬਾ ਨਾਮਦੇਵ ਸਾਹਿਬ ਜੀ ਨੇ ਪੁਕਾਰ ਕੀਤੀ, ਭਗਤ ਰਵਿਦਾਸ ਸਾਹਿਬ ਜੀ ਨੇ ਨੇਤਰ ਬੰਦ ਕਰਕੇ ਹਿਰਦੇ ਦੇ ਪਿਆਰ ਦੇ ਨਾਲ ਪੁਕਾਰਿਆ, ਚਾਹੇ ਭਗਤ ਕਬੀਰ ਸਾਹਿਬ ਜੀ ਨੇ ਅਰਾਧਿਆ, ਹਿਰਦੇ 'ਚ ਹੀ ਅਰਾਧਿਆ, ਉਸੇ ਵੇਲੇ ਆਣ ਪ੍ਰਗਟ ਹੁੰਦੇ ਹੋ, ਕਿਉਂਕਿ ਹਿਰਦੇ ਦੀਆਂ ਜਾਣਨ ਵਾਲੇ ਹੋ। ਸੱਚੇ ਪਾਤਸ਼ਾਹ ਜੀ ਸਭਨਾਂ ਦੇ ਹਿਰਦੇ ਦੀ ਵੇਦਨਾ ਨੂੰ ਆਪ ਜੀ ਪਛਾਣਦੇ ਹੋ। ਦੁਨੀਆ ਦੇ ਅੰਦਰ ਤੇ ਆਵਰ ਕੋ ਜਾਣੈ ਪੀਰ ਪਰਾਈ, ਕਿਹੜਾ ਜਿਹੜਾ ਪਰਾਏ ਹਿਰਦੇ ਦੀ ਪੀਰ ਨੂੰ ਪਛਾਣਦਾ ਹੋਵੇ? ਕੋਈ ਕਿਸੇ ਦੀ ਪੀੜਾ ਨੂੰ ਨਹੀਂ ਪਛਾਣਦਾ ਹੈ। ਕਿਸੇ ਦੇ ਸਰੀਰ ਦੀ ਹੱਡੀ ਟੁੱਟੀ ਹੋਵੇ, ਐਕਸੀਡੈਂਟ ਹੋਇਆ ਹੋਵੇ, ਸੱਟ ਲੱਗੀ ਹੋਵੇ, ਅਥਵਾ ਕੰਨ ਪੀੜ, ਦਾੜ ਪੀੜ, ਢਿੱਡ ਪੀੜ, ਸਿਰ ਪੀੜ ਹੋਵੇ, ਤੇ ਬੰਦਾ ਜਲਦੀ ਦੇ ਨਾਲ ਡਾਕਟਰ ਕੋਲ ਹੀ ਭੱਜਦਾ ਹੈ। ਜਦੋਂ ਡਾਕਟਰ ਕੋਲ ਜਾਂਦਾ ਹੈ ਤੇ ਡਾਕਟਰ ਪੇਨ ਕਿਲਰ ਤਾਂ ਦੇ ਦਿੰਦਾ ਹੈ, ਪੀੜ ਦੀ ਦਵਾਈ, ਦਰਦ ਦੀ ਦਵਾਈ ਤੇ ਦੇ ਦਿੰਦਾ ਹੈ, ਪਰ ਡਾਕਟਰ ਨੂੰ ਉਸ ਦੀ ਪੀੜ ਦਾ ਕਦੇ ਅਹਿਸਾਸ ਨਹੀਂ ਹੁੰਦਾ। ਪਰਿਵਾਰ ਨੂੰ ਛੱਡ ਕੇ, ਆਂਢੀ ਗੁਆਂਢੀ ਸਕੇ ਸੰਬੰਧੀਆਂ ਨੂੰ ਛੱਡ ਕੇ ਜਿਹਦੇ ਕੋਲ ਮਰੀਜ਼ ਪਹੁੰਚਿਆ ਨਾ, ਡਾਕਟਰ ਕਦੇ ਪੇਸ਼ੈਂਟ ਦੀ ਪੀੜ ਦਾ ਅਨੁਭਵ ਆਪਣੇ ਸਰੀਰ ਤੇ, ਆਪਣੇ ਮਨ ਤੇ ਨਹੀਂ ਕਰ ਸਕਦਾ। ਕੌਣ ਜਾਣੇ ਪੀਰ ਪਰਾਈ? ਕੋਈ ਪਰਾਈ ਪੀੜ ਨਹੀਂ ਜਾਣਦਾ। ਪਰ ਸੱਚੇ ਪਾਤਸ਼ਾਹ ਜੀ ਆਪ ਜੀ ਐਸੇ ਅੰਤਰਜਾਮੀਓ, ਭਲੇ ਬੁਰੇ ਕੀ ਪੀਰ ਪਛਾਨਤ। ਜਿੱਥੇ ਭਲਿਆਂ ਦੀ ਪੀੜਾ ਨੂੰ ਪਛਾਣਦੇ ਹੋ, ਉੱਥੇ ਬੁਰਿਆਂ ਦੀ ਵੀ ਪੀੜਾ ਨੂੰ ਪਛਾਣਦੇ ਹੋ। ਜਿੱਥੇ ਭਲਿਆਂ ਦੇ ਦੁੱਖਾਂ ਦੀ ਨਿਵਰਤੀ ਕਰ ਦਿੰਦੇ ਹੋ, ਅੰਤਰਜਾਮੀ ਸਾਹਿਬ ਜੀ ਬੁਰਿਆਂ ਦੇ ਵੀ ਦੁੱਖ ਨਿਵਰਤ ਕਰ ਦਿੰਦੇ ਹੋ, ਜੇ ਕੋਈ ਹਿਰਦੇ ਕਰਕੇ ਪੁਕਾਰ ਕਰੇ। ਸਾਰਿਆਂ ਦੇ ਹਿਰਦਿਆਂ ਦੇ ਅੰਤਰਜਾਮੀ, ਬੁੱਝਣ ਵਾਲੇ, ਜਾਣਨਹਾਰ ਹੋ ਤੁਸੀਂ, ਦਿਲਾਂ ਦੇ ਜਾਨੀ ਹੋ ਜੀ। ਕਰੋ ਅਰਦਾਸ ਆਪਣੇ ਸਤਿਗੁਰ ਪਾਸ। ਇਸ ਪ੍ਰਕਾਰ ਗੁਰਸਿੱਖੋ, ਨਾਮ ਦੇ ਰਸੀਏ ਮਾਣ ਨਹੀਂ ਕਰਦੇ ਕਿ ਅਸੀਂ ਨਾਮ ਜਪਦੇ ਹਾਂ। ਉਹ ਤੇ ਸਦਾ ਸ਼ੁਕਰਾਨੇ ਦੇ ਵਿੱਚ ਜੁੜੇ ਰਹਿੰਦੇ ਨੇ। ਤੁਮਰੀ ਕਿਰਪਾ ਤੇ ਜਪੀਐ ਨਾਉ, ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਨਾਲ ਨਾਮ ਜਪਦੇ ਹਾਂ। ਫਿਰ ਨਾਮ ਜਪਦੇ ਹੋਇਆਂ ਵੀ ਸਦਾ ਹੀ ਸ਼ੁਕਰਾਨੇ ਦੇ ਵਜੋਂ ਹਿਰਦੇ ਦੇ ਪਿਆਰ ਕਰਕੇ, ਜੁੜ ਕਰਕੇ ਸਦਾ ਅਰਦਾਸਾਂ ਇਸ ਪ੍ਰਕਾਰ ਕਰਦੇ ਰਹਿੰਦੇ ਨੇ। ਕਰੋ ਅਰਦਾਸ ਆਪਣੇ ਸਤਿਗੁਰ ਪਾਸ। ਇਹ ਸੱਚੇ ਸਾਹਿਬ ਜੀ, ਦੁਨੀਆ ਦੇ ਵਿੱਚ ਕੁਝ ਵੀ ਸਾਡਾ ਆਪਣਾ ਨਹੀਂ ਹੈ। ਸਕੇ ਸੰਬੰਧੀਆਂ ਨੇ ਕੁਝ ਨੇ ਸਰੀਰਕ ਵਿਛੋੜਾ ਸਾਨੂੰ ਦੇ ਜਾਣਾ ਤੇ ਕੁਛ ਨੂੰ ਅਸੀਂ ਦੇ ਜਾਣਾ। ਇਸ ਕਰਕੇ ਇਹ ਸਰੀਰ ਵੀ ਆਪਣੇ ਨਹੀਂ, ਮਹਾਰਾਜ ਜੀ ਇਹ ਪਦਾਰਥ ਵੀ ਆਪਣੇ ਨਹੀਂ। ਕੁਛ ਜਿਉਂਦਿਆਂ ਜੀ ਵਿਛੋੜਾ ਦੇ ਜਾਣਗੇ, ਕੁਛ ਨੂੰ ਅਸੀਂ ਮਰ ਕੇ ਛੱਡ ਜਾਵਾਂਗੇ, ਇਹ ਵੀ ਆਪਣੇ ਨਹੀਂ। ਸਾਹਿਬ ਜੀ ਇੱਥੋਂ ਤੱਕ ਜਿਸ ਘਰ ਨੂੰ ਬਣਾਉਣ ਵਾਸਤੇ ਸਾਰੀ ਜ਼ਿੰਦਗੀ ਦੀ ਘਾਲਣਾ ਘਾਲ ਕੇ ਮਿਹਨਤ ਕਮਾਈ ਲਾ ਦਿੰਦੇ ਆ, ਉਹ ਵੀ ਨਾਲ ਨਹੀਂ ਜਾਣਾ। ਸੱਚੇ ਪਾਤਸ਼ਾਹ ਆਪਣਾ ਤੇ ਉਹ ਵੀ ਨਹੀਂ। ਇਸ ਕਰਕੇ ਸਾਹਿਬ ਜੀ ਕੇਵਲ ਤਾਂ ਕੇਵਲ ਤੁਸੀਂ ਹੀ ਸਾਡੇ ਆਪਣੇ ਹੋ, ਹਿਰਦੇ ਦੀਆਂ ਜਾਣਦੇ ਹੋ, ਸਾਡੇ ਦਰਦ ਨੂੰ ਬੁੱਝ ਕੇ ਉਸ ਦੀ ਨਿਵਰਤੀ ਕਰਦੇ ਹੋ। ਸੁੱਖਾਂ ਦੇ ਦਾਤਾ ਸਾਹਿਬ ਜੀ, ਸਾਨੂੰ ਨਾਮ ਦੁਆਰਾ ਸੁੱਖ ਤੇ ਦਇਆ ਦ੍ਰਿਸ਼ਟੀ ਦੁਆਰਾ ਸੁੱਖ ਬਖਸ਼ਣਾ ਕਰਦੇ ਹੋ। ਇਸ ਕਰਕੇ ਕਰੋ ਅਰਦਾਸ ਆਪਣੇ ਸਤਿਗੁਰ ਆਗੈ। हे ਸਾਡੇ ਆਪਣੇ ਸਤਿਗੁਰੂ ਜੀ, ਸਾਡੇ ਹਿਰਦੇ ਦੇ ਬੁੱਝਣਹਾਰ ਅੰਤਰਜਾਮੀ ਜੀ, ਲੋਕ ਪਰਲੋਕ ਦੇ ਵਿੱਚ ਸਾਡੀ ਰਖਵਾਲੀ ਕਰਨੇ ਵਾਲੇ ਜੀ, ਮਾਤਾ ਦੇ ਉਦਰ ਵਿੱਚ ਗਰਭ ਅਗਨੀ ਦੇ ਵਿੱਚੋਂ ਵੀ ਕਿਰਪਾ ਰੂਪੀ ਹੱਥ ਦੇ ਕਰਕੇ ਨਾਮ ਜਪਾ ਕਰਕੇ ਕੱਢ ਲੈਣ ਵਾਲੇ ਸਤਿਗੁਰੂ ਜੀ, ਤੁਸੀਂ ਸਾਡੇ ਆਪਣੇ ਹੋ। ਇਸ ਕਰਕੇ ਆਪਣੇ ਸਤਿਗੁਰੂ ਜੀ ਦੇ ਪਾਸ ਸਾਹਿਬ ਜੀ, ਆਪ ਜੀ ਦੇ ਚਰਨਾਂ ਵਿਖੇ ਸਾਡੀ ਅਰਦਾਸ ਬੇਨਤੀ ਹੈ। ਨਾਨਕ ਨਾਮ ਮਿਲੈ ਸਚ ਰਾਸ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਅਰਦਾਸ ਕਰਦੇ ਨੇ ਗੁਰਮੁਖ। हे ਗਰੀਬ ਨਿਵਾਜ ਸੱਚੇ ਸਾਹਿਬ ਜੀ, ਸਾਨੂੰ ਜੋ ਸੱਚੀ ਰਾਸ ਹੈ ਸ਼ਰਧਾ ਰੂਪੀ, ਇਹ ਆਪ ਜੀ ਦੇ ਦਰ ਤੋਂ ਪ੍ਰਾਪਤ ਹੋਵੇ। ਇਸੇ ਪ੍ਰਕਾਰ ਨਾਨਕ ਨਾਮ ਮਿਲੈ ਸਚ ਰਾਸ। ਸਾਨੂੰ ਨਾਨਕ ਨਾ ਅਨ ਅਕ, ਜਿਸ ਦੇ ਵਿੱਚ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੈ, ਐਸੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਰੂਪੀ ਰਾਸ ਬਖਸ਼ਣਾ ਕਰੋ। ਨਾਮ ਰੂਪੀ ਪੂੰਜੀ, ਨਾਮ ਰੂਪੀ ਧਨ, ਨਾਮ ਰੂਪੀ ਦੌਲਤ, ਨਾਮ ਰੂਪੀ ਖਜ਼ਾਨਾ ਸਾਨੂੰ ਬਖਸ਼ਣਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਸਾਨੂੰ ਮਾਤ ਲੋਕ ਤੇ ਸਵਾਸਾਂ ਰੂਪੀ ਰਾਸ ਦੇ ਕਰਕੇ ਭੇਜਿਆ ਹੈ। ਇਹ ਸਵਾਸਾਂ ਰੂਪੀ ਰਾਸ ਸਾਡੀ ਤਾਂ ਹੀ ਸਾਬਤ ਰਹਿ ਆਉਣੀ ਹੈ, ਤਾਂ ਹੀ ਇਹ ਨਿਭ ਜਾਣੀ ਹੈ, ਤਾਂ ਹੀ ਸਫਲੀ ਪ੍ਰਵਾਨ ਹੋਣੀ ਹੈ, ਜੇਕਰ ਨਾਮ ਨੂੰ ਜਪ ਕਰਕੇ ਸਵਾਸਾਂ ਨੂੰ ਸਫਲੇ ਕਰ ਲਈਏ। ਇਸ ਕਰਕੇ ਇਹ ਸ਼ੁਭ ਗੁਣਾਂ ਦੇ ਖਜ਼ਾਨੇ, ਇਹ ਗੁਣਾਂ ਦੇ ਸਾਗਰ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰੋ, ਸਾਨੂੰ ਨਾਮ ਰੂਪੀ ਧਨ, ਨਾਮ ਰੂਪੀ ਰਾਸ ਦੇਣਾ ਕਰੋ। ਸਾਧ ਸੰਗਤ ਜੀ, ਜੇ ਬਿਜ਼ਨਸ ਵਪਾਰ ਕਰਨਾ ਹੋਵੇ ਤੇ ਜਿਹੜੀ ਮਾਇਆ ਅਸੀਂ ਲੈ ਕਰਕੇ ਬਿਜ਼ਨਸ ਕਰਨ ਵਾਸਤੇ ਅਥਵਾ
ਬਿਜ਼ਨਸਮੈਨ, ਵਪਾਰੀ ਬੰਦਾ ਜਿਸ ਮਾਇਆ ਨੂੰ ਲੈ ਕਰਕੇ ਵਪਾਰ ਕਰਨ ਜਾਂਦਾ ਨਾ, ਉਸ ਮਾਇਆ ਨੂੰ, ਉਸ ਧਨ ਨੂੰ, ਉਹਨਾਂ ਪੈਸਿਆਂ ਨੂੰ, ਉਸ ਦੌਲਤ ਨੂੰ ਪੂੰਜੀ ਕਿਹਾ ਜਾਂਦਾ, ਰਾਸ ਕਿਹਾ ਜਾਂਦਾ ਹੈ। ਮਹਾਰਾਜ ਜਿਵੇਂ ਧਨ ਵਪਾਰੀ ਦੀ ਰਾਸ ਹੈ, ਸ਼ਾਹੂਕਾਰ ਦੀ ਰਾਸ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਾਡੀ ਰਾਸ ਆਪ ਜੀ ਦਾ ਨਾਮ ਹੀ ਹੈ। ਨਾਮ ਰੂਪੀ ਧਨ ਸਾਨੂੰ ਰਾਸ ਰੂਪ ਦੇ ਵਿੱਚ ਬਖਸ਼ਿਸ਼ ਕਰਨਾ ਕਰੋ, ਜਿਸ ਦੇ ਨਾਲ ਸੱਚੇ ਸਾਹਿਬ ਜੀ ਅਸੀਂ ਆਪਣੇ ਸਵਾਸਾਂ ਨੂੰ ਸਫਲੇ ਕਰ ਲਈਏ, ਆਪ ਜੀ ਦੇ ਨਾਮ ਨੂੰ ਵਿਹਾਜਣ ਰੂਪੀ ਵਪਾਰ ਕਰਕੇ ਆਪ ਜੀ ਦੀ ਪ੍ਰਾਪਤੀ ਰੂਪੀ ਲਾਹਾ ਖੱਟ ਲਈਏ। ਆਪ ਜੀ ਦੀ ਪ੍ਰਾਪਤੀ ਹੀ ਇਸ ਵਿਵਹਾਰ ਦੇ ਅੰਦਰ, ਇਸ ਸ਼ਰਧਾ ਰੂਪੀ ਅਥਵਾ ਨਾਮ ਰੂਪੀ ਰਾਸ ਦੇ ਨਾਲ ਵਪਾਰ ਕਰਕੇ ਆਪ ਜੀ ਨੂੰ ਪ੍ਰਾਪਤੀ ਰੂਪੀ ਜਿਹੜਾ ਸੌਦਾ ਹੈ, ਪ੍ਰਾਪਤੀ ਰੂਪੀ ਲਾਭ ਹੈ, ਪ੍ਰਾਪਤੀ ਰੂਪੀ ਮਨੋਰਥ ਹੈ, ਅਸੀਂ ਪੂਰਾ ਕਰ ਲਈਏ। ਕਿਰਪਾਲਤਾ ਕਰਕੇ ਗਰੀਬ ਨਿਵਾਜ ਸਾਨੂੰ ਨਾਮ ਦੀ ਹੀ ਰਾਸ ਪੂੰਜੀ ਬਖਸ਼ਣਾ ਕਰੋ। ਸਤਿਗੁਰੂ ਦੇਵ ਪਿਤਾ ਜੀ ਫਰਮਾਉਂਦੇ ਨੇ, ਸਿੱਖੋ ਇਸ ਪ੍ਰਕਾਰ ਜਿਹੜੇ ਨਾਮ ਜਪਣ ਵਾਲੇ ਨੇ ਸਦਾ ਹੀ ਅਰਦਾਸਾਂ ਵਿੱਚ ਜੁੜੇ ਰਹਿੰਦੇ ਨੇ, ਸਦਾ ਹੀ ਸ਼ੁਕਰਾਨਾ ਕਰਦੇ ਨੇ, ਸਦਾ ਹੀ ਜਪਦੇ ਆ, ਕਦੇ ਮਾਣ ਨਹੀਂ ਕਰਦੇ। ਅਸੀਂ ਜਪਦੇ ਹਾਂ, ਸਦਾ ਬੇਨਤੀਆਂ ਕਰਦੇ, ਮਹਾਰਾਜ ਇਹ ਤਾਂ ਆਪ ਜੀ ਹੀ ਕਰਨ ਕਾਰਨ ਸਮਰੱਥ ਹੈ। ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ। ਮਹਾਰਾਜ ਆਪ ਜੀ ਕਰਤਾ ਪੁਰਖ ਹੋ, ਸਾਰੇ ਕਾਰਨ ਆਪ ਜੀ ਦੇ ਵਸ ਨੇ। ਜਿਨ ਕਲ ਰੱਖੀ ਧਾਰ, ਜਿਸ ਆਪ ਜੀ ਨੇ ਆਪਣੀ ਕਲਾ ਦੇ ਨਾਲ ਸਾਰੀ ਸ੍ਰਿਸ਼ਟੀ ਨੂੰ ਧਾਰਨ ਕਰ ਰੱਖਿਆ ਹੈ, ਮਹਾਰਾਜ ਆਪ ਹੀ ਕਰਨ ਕਰਾਉਣ ਦੇ ਸਮਰੱਥ ਹੋ। ਇਸ ਪ੍ਰਕਾਰ ਬੰਦਗੀ ਕਰਦੇ ਆਂ, ਸਿਮਰਨ ਕਰਦੇ ਆਂ, ਭਜਨ ਕਰਦੇ ਆਂ, ਸਦਾ ਹੀ ਸ਼ੁਕਰਾਨੇ ਵਿੱਚ ਜੁੜੇ ਰਹਿੰਦੇ, ਅਰਦਾਸਾਂ ਕਰਦੇ ਨੇ। ਗੁਰਸਿੱਖੋ ਕਦੇ ਵੀ ਨਾਮ ਦੇ ਰਸੀਏ ਮਾਣ ਨਹੀਂ ਕਰਦੇ ਹਨ। ਗੌੜੀ ਮਹੱਲਾ ਪੰਜਵਾ। ਤੇ ਜਗਿਆਸੂ ਜਨਾਂ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਤੇ ਨਾਮ ਜਪਣ ਵਾਲਿਆਂ ਦੀ ਵਡਿਆਈ ਆਪ ਜੀ ਨੇ ਪ੍ਰਗਟ ਕਰਕੇ ਸਰਵਣ ਕਰਾਈ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਰੋਮ ਰੋਮ ਕਰਕੇ ਕਿਰਤਾਰਥ ਹੋਏ ਹਾਂ, ਰੋਮ ਰੋਮ ਕਰਕੇ ਵਡਭਾਗੇ ਬਣੇ ਹਾਂ, ਰੋਮ ਰੋਮ ਕਰਕੇ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਸੱਚੇ ਪਾਤਸ਼ਾਹ ਆਪ ਜੀ ਨੇ ਐਸੇ ਅੰਮ੍ਰਿਤ ਬਚਨਾਂ ਦੇ ਨਾਲ ਸਾਨੂੰ ਉਪਦੇਸ਼ ਦੀ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰਨਾ ਕੀਤਾ ਹੈ। ਪਰ ਗਰੀਬ ਨਿਵਾਜ ਸਾਹਿਬ ਜੀ ਸਾਰੇ ਨਾਮ ਨਹੀਂ ਜਪਦੇ ਹਨ। ਇਸ ਦੁਨੀਆ ਦੇ ਤਖਤੇ ਦੇ ਅੰਦਰ, ਇਸ ਅੰਮ੍ਰਿਤ ਮੰਡਲ ਦੇ ਅੰਦਰ, ਮਿਟ ਜਾਣ ਵਾਲੇ ਸੰਸਾਰ ਦੇ ਅੰਦਰ ਭਰਮਾਂ ਨੇ ਜੀਵਾਂ ਨੂੰ ਐਸਾ ਭਰਮਾਇਆ ਹੋਇਆ ਹੈ, ਮੁਖ ਦੇ ਨਾਲ ਨਾਮ ਨੂੰ ਨਹੀਂ ਜਪਦੇ, ਪਰ ਮੁਖ ਨੂੰ ਸ਼ਿੰਗਾਰਦੇ ਬੜਾ ਨੇ। ਸ਼ਿੰਗਾਰ ਕਰਕੇ ਮੁਖ ਨੂੰ ਸੋਹਣਾ ਬਣਾਉਣ ਦਾ ਯਤਨ ਕਰਦੇ ਨੇ। ਮੁਖ ਸੋਹਣਾ ਬਣ ਜਾਵੇ, ਮੇਰਾ ਸਵਰੂਪ ਸੋਹਣਾ ਹੋਵੇ, ਜਿਹੜਾ ਤੱਕੇ ਤੇ ਤੱਕਦਾ ਹੀ ਰਹਿ ਜਾਵੇ, ਜਿਹੜਾ ਦੇਖੇ ਮੋਹਿਤ ਹੋ ਜਾਵੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਨਾਮ ਦੇ ਸ਼ਿੰਗਾਰ ਤੋਂ ਹੀਣੇ ਆਪਣੇ ਮੁਖ ਨੂੰ ਸ਼ਿੰਗਾਰਨਾ ਚਾਹੁੰਦੇ ਨੇ। ਇਸ ਪ੍ਰਕਾਰ ਦੁਨੀਆ ਦੇ ਅੰਦਰ ਰੂਪ ਦੁਆਰਾ ਵਡਿਆਈ ਪ੍ਰਾਪਤ ਕਰਨਾ ਚਾਹੁੰਦੇ ਨੇ। ਅਸੀਂ ਰੂਪਮਾਨ ਹੋ ਕਰਕੇ ਵਡਿਆਈ ਪ੍ਰਾਪਤ ਕਰੀਏ। ਸੱਚੇ ਪਾਤਸ਼ਾਹ ਜਿਹੜੇ ਆਪਣੇ ਆਪ ਨੂੰ ਸ਼ਿੰਗਾਰਦੇ ਤਾਂ ਬਹੁਤ ਨੇ, ਪਰ ਨਾਮ ਤੋਂ ਹੀਣੇ ਨੇ। ਗਰੀਬ ਨਿਵਾਜ ਤਿੰਨਾਂ ਦੇ ਪ੍ਰਥਾਏ ਵੀ ਬਚਨ ਕਰੋ ਜਿਹੜੇ ਨਾਮ ਜਪਦੇ ਹੀ ਨਹੀਂ, ਜਿਹੜੇ ਮੁਖ ਨਾਮ ਤੋਂ ਵਿਹੂਣੇ ਨੇ, ਨਾਮ ਤੋਂ ਖਾਲੀ ਨੇ, ਨਾਮ ਤੋਂ ਸੁੰਝੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪ੍ਰਥਾਏ ਗੁਰਮਤਿ ਦਾ ਨਜ਼ਰੀਆ ਕੀ ਹੈ, ਆਪ ਜੀ ਦੇ ਹਿਰਦੇ ਦੇ ਅੰਦਰ ਤਿੰਨਾਂ ਦਾ ਸਥਾਨ ਕੈਸਾ ਹੈ, ਕਿਰਪਾਲਤਾ ਕਰਕੇ ਪ੍ਰਗਟ ਕਰਕੇ ਕਹਿਣਾ ਕਰੋ ਜੀ। ਤੇ ਗਰੀਬ ਨਿਵਾਜ ਸਾਹਿਬ ਜੀ ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਕਣ ਬਿਨਾ ਜੈਸੇ ਥੋਥਰ ਤੁਖਾ। ਹਜ਼ੂਰ ਫਰਮਾਵਣਾ ਕਰਦੇ ਨੇ, ਜਿਵੇਂ ਕਣ ਤੋਂ ਬਿਨਾ ਜਿਹੜਾ ਤੋਖਰ ਤੋ ਹੈ ਨਾ, ਇਹ ਥੋਥਾ ਹੁੰਦਾ ਹੈ, ਖਾਲੀ ਹੁੰਦਾ ਹੈ। ਤੇ ਆਮ ਕਰਕੇ ਜਿਹੜਾ ਤੋ ਸ਼ਬਦ ਹੈ ਇਹ ਚੌਲਾਂ ਦੀ, ਚਾਵਲਾਂ ਦੀ ਫੱਕ ਵਾਸਤੇ ਵਰਤਿਆ ਜਾਂਦਾ ਹੈ। ਜਦੋਂ ਝੋਨੇ ਤੋਂ, ਬਾਸਮਤੀ, ਪਰਮਲ ਇਤਿਆਦਿਕ ਤੋਂ ਛਿਲਕਾ ਵੱਖ ਕਰ ਦਿੱਤਾ ਜਾਂਦਾ ਤੇ ਚਾਵਲ ਕੱਢ ਲਏ ਜਾਂਦੇ ਨੇ। ਭਗਤ ਕਬੀਰ ਸਾਹਿਬ ਜੀ ਨੇ ਵੀ ਇਹਨਾਂ ਨੂੰ ਥੋਥਿਆਂ ਨੂੰ ਤੁਹ ਦਾ ਨਾਮ ਦਿੱਤਾ ਆਪਣੀ ਪਾਵਨ ਗੁਰਬਾਣੀ ਦੇ ਅੰਦਰ। ਕਬੀਰ ਚਾਵਲ ਕਾਰਨੇ ਤੁਖ ਕੋ ਮੁਹਲੀ ਲਾਏ। ਪੁਰਾਤਨ ਸਮੇਂ ਦੇ ਅੰਦਰ ਅੱਜ ਵਰਗੀਆਂ ਆਧੁਨਿਕ ਬਿਜਲੀ ਦੇ ਨਾਲ ਚੱਲਣ ਵਾਲੀਆਂ ਮਸ਼ੀਨਾਂ ਨਹੀਂ ਸਨ ਹੁੰਦੀਆਂ, ਝੋਨਾ ਇਤਿਆਦਿਕ ਛੱਡਣ ਵਾਲੀਆਂ। ਤੇ ਮੋਲੀ ਦੇ ਵਿੱਚ ਪਾ ਕਰਕੇ ਝੋਨੇ ਇਤਿਆਦਿਕ, ਬਾਸਮਤੀ, ਵਾਹਿਗੁਰੂ, ਉਖਲੀ ਦੇ ਵਿੱਚ ਪਾ ਕਰਕੇ ਤੇ ਮੋਲੀ ਦੇ ਨਾਲ ਕੁੱਟਿਆ ਜਾਂਦਾ ਸੀ। ਤੇ ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਚਾਵਲ ਪ੍ਰਾਪਤ ਕਰਨ ਵਾਸਤੇ ਝੋਨੇ ਨੂੰ, ਬਾਸਮਤੀ ਇਤਿਆਦਿਕ ਨੂੰ ਮੋਲੀ ਦੀਆਂ ਸੱਟਾਂ ਸਹਾਰਨੀਆਂ ਪੈਂਦੀਆਂ ਨੇ। ਪ੍ਰਾਪਤੀ ਤੇ ਕਰਨੀ ਸੀ ਚਾਵਲਾਂ ਦੀ, ਤੇ ਫੱਕ ਨੂੰ ਮਾਰ ਐਵੇਂ ਹੀ ਪੈ ਗਈ, ਉਹਦੇ ਤੋਂ ਤਾਂ ਕੁਛ ਲੈਣਾ ਦੇਣਾ ਹੀ ਨਹੀਂ ਸੀ।
ਇਸੇ ਪ੍ਰਕਾਰ ਸੰਗ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਏ। ਜਿਹੜੇ ਕੁਸੰਗੀਆਂ ਦੀ ਸੰਗਤ ਕਰਦੇ ਨੇ, ਖੋਟਿਆਂ ਦੀ ਸੰਗਤ ਕਰਦੇ ਨੇ ਨਾ, ਆਪ ਚਾਹੇ ਖੋਟੇ ਕਰਮ ਨਹੀਂ ਕਰਦੇ, ਜੇ ਉਹਨਾਂ ਦੀ ਸੰਗਤ ਵੀ ਕਰ ਲਈ ਤੇ ਧਰਮ ਰਾਜੇ ਦੇ ਦਰਬਾਰ ਵਿੱਚ ਜਵਾਬਦੇਹੀ ਬਣ ਜਾਂਦੀ ਹੈ। ਧਰਮ ਰਾਜਾ ਪੁੱਛਦਾ ਹੈ, ਤੈਨੂੰ ਸਤ ਸੰਗਤ ਕਰਨ ਲਈ ਭੇਜਿਆ ਸੀ ਜਾਂ ਇਹਨਾਂ ਪਾਪੀਆਂ ਦੀ ਸੰਗਤ ਵਾਸਤੇ ਭੇਜਿਆ ਸੀ? ਸਾਧ ਸੰਗਤ ਕਰਨੀ ਸੀ ਕਿ ਵਿਕਾਰੀਆਂ ਦੀ ਸੰਗਤ ਕਰਨੀ ਸੀ? ਕਿਉਂ ਕੀਤੀ ਇਹਨਾਂ ਦੀ ਸੰਗਤ? ਇਸ ਪ੍ਰਕਾਰ ਕਬੀਰ ਚਾਵਲਕਾਰ ਨੇ ਤੁਖ ਕੋ ਬੋਹਲੀ ਲਾਏ। ਜਿਵੇਂ ਤੁਖ ਨੂੰ ਤੋਹ ਨੂੰ ਸੱਟਾਂ ਪੈਂਦੀਆਂ ਨੇ ਨਾ, ਇਵੇਂ ਕੁਸੰਗੀਆਂ ਦੀ ਸੰਗਤ ਕਰਨ ਵਾਲਿਆਂ ਨੂੰ ਦਰਗਾਹ ਦੇ ਵਿੱਚ ਫਿਰ ਚੋਟਾਂ ਸਹਾਰਨੀਆਂ ਪੈਂਦੀਆਂ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਕਣ ਬਿਨਾ ਜੈਸੇ ਥੋਥਰ ਤੁਖਾ। ਕਣ ਤੋਂ ਭਾਵ ਹੈ ਦਾਣਾ। ਜਦੋਂ ਦਾਣੇ ਕੱਢ ਲਏ ਜਾਂਦੇ ਨੇ ਕਣਕ ਦੇ ਸਿੱਟੇ ਦੇ ਵਿੱਚੋਂ, ਤੇ ਬਾਕੀ ਕੇਵਲ ਤਾਂ ਕੇਵਲ ਕਸੀਰ ਬਚਦੇ ਨੇ। ਜਦੋਂ ਚਾਵਲ ਕੱਢ ਲਏ ਜਾਂਦੇ ਨੇ, ਕਣ ਕੱਢ ਲਏ ਜਾਂਦੇ ਨੇ, ਇਸੇ ਪ੍ਰਕਾਰ ਫੱਕ ਦੇ ਵਿੱਚੋਂ, ਛਿਲਕਿਆਂ ਦੇ ਵਿੱਚੋਂ ਤੇ ਬਾਕੀ ਖਾਲੀ ਤੋਹ ਬਚਦੇ ਨੇ। ਤੇ ਜਿਹੜੇ ਸਾਧ ਸੰਗਤ ਜੀ ਉਹ ਤੋਹ ਹੁੰਦੇ ਨੇ, ਖਾਣ ਸਾਂਭਣ ਦੇ ਕੰਮ ਨਹੀਂ ਆਉਂਦੇ, ਸੁੱਟ ਦਿੱਤੇ ਜਾਂਦੇ ਨੇ, ਇਹ ਕਿਸੇ ਕੰਮ ਨਹੀਂ। ਸੋ ਇਸੇ ਹੀ ਪ੍ਰਕਾਰ ਕਣ ਬਿਨਾ ਜੈਸੇ ਥੋਥਰ ਤੁਖਾ। ਤੁਖਾ, ਤੁਖਾ ਦਾ ਦੂਸਰਾ ਅਰਥ ਹੈ ਤੁੱਕਾ। ਜਿਹੜੀ ਮੱਕੀ ਦੀ ਛੱਲੀ ਹੁੰਦੀ ਹੈ ਨਾ, ਜਦੋਂ ਉੱਪਰੋਂ ਦਾਣੇ ਉਧੇੜ ਲਏ ਜਾਂਦੇ ਨੇ ਤੇ ਬਾਕੀ ਬਚਦਾ ਹੈ ਖਾਲੀ ਤੁੱਕਾ। ਤੇ ਜਿਹੜੇ ਛੱਲੀ ਨੂੰ ਖਰੀਦਦੇ ਨੇ, ਭੁੱਜੀ ਹੋਈ ਇਤਿਆਦਿਕ ਨੂੰ ਦਾਣੇ ਖਾ ਲੈਂਦੇ ਤੇ ਤੁੱਕਾ ਸੁੱਟ ਦਿੰਦੇ ਨੇ, ਉਹ ਕਿਸੇ ਕੰਮ ਨਹੀਂ ਆਉਂਦਾ। ਇਸੇ ਪ੍ਰਕਾਰ ਮੱਕੀ ਦਾ ਆਟਾ ਪ੍ਰਾਪਤ ਕਰਨ ਵਾਸਤੇ ਵੀ ਦਾਣੇ ਉਧੇੜ ਲਏ ਜਾਂਦੇ, ਜਿਹੜੇ ਤੁੱਕੇ ਨੇ ਉਹ ਸੁੱਟ ਦਿੱਤੇ ਜਾਂਦੇ, ਕਿਸੇ ਕੰਮ ਨਹੀਂ ਆਉਂਦੇ। ਤੇ ਹਜ਼ੂਰ ਜੋ ਪਹਿਲਾ ਪ੍ਰਮਾਣ ਹੈ ਉਹ ਚਾਵਲਾਂ ਦਾ ਤੇ ਫੱਕ ਦਾ ਦਿੰਦੇ ਨੇ। ਚਾਵਲ ਕੱਢ ਲਏ ਜਾਂਦੇ ਨੇ ਤੇ ਥੋਥਰ ਖਾਲੀ ਤੋਹ ਬਚਦੇ ਨੇ, ਉਹ ਨਿਕੰਮੇ ਹੁੰਦੇ ਨੇ, ਕਿਸੇ ਕਾਰਜ ਨਹੀਂ। ਮੱਕੀ ਦੀ ਛੱਲੀ ਤੋਂ ਦਾਣੇ ਜਿਹੜੇ ਨੇ, ਕਣ ਜੋ ਹੈ ਉਹ ਉਧੇੜ ਲਿਆ ਜਾਂਦਾ ਹੈ, ਤੇ ਥੋਥਾ ਖਾਲੀ ਤੁੱਕਾ ਬਚਦਾ ਹੈ, ਉਹ ਕਿਸੇ ਕੰਮ ਨਹੀਂ ਆਉਂਦਾ। ਉਹ ਖੱਡ ਦੇ ਵਿੱਚ, ਛੱਪੜ ਦੇ ਵਿੱਚ, ਡਸਟਬਿਨ ਦੇ ਵਿੱਚ, ਰੂੜੀ ਦੇ ਉੱਪਰ ਸੁੱਟ ਦਿੱਤਾ ਜਾਂਦਾ ਹੈ, ਵਿਅਰਥ ਜਾਣ ਕਰਕੇ। ਨਾਮ ਬਿਹੂਨ ਸੁਨੇ ਸੇ ਮੁਖਾ। ਇਸੇ ਪ੍ਰਕਾਰ ਸਿੱਖੋ, ਜਿਹੜੇ ਜੀਵ ਨਾਮ ਨਹੀਂ ਨਾ ਜਪਦੇ, ਉਹਨਾਂ ਦੇ ਜਿਹੜੇ ਮੁਖਾ ਮੂੰਹ ਨੇ ਉਹ ਖਾਲੀ ਨੇ। ਮੱਕੀ ਦੇ ਦਾਣੇ ਉਧੇੜ ਲਏ ਤੇ ਤੁੱਕਾ ਖਾਲੀ ਹੈ, ਚਾਵਲ ਕੱਢ ਲਏ ਤੇ ਤੋਹ ਖਾਲੀ ਹੈ, ਮੁਖ ਦੇ ਵਿੱਚ ਨਾਮ ਨਹੀਂ ਤੇ ਉਹ ਮੂੰਹ ਹੀ ਖਾਲੀ ਹੈ। ਜਿਵੇਂ ਫੱਕ ਵਿਅਰਥ ਹੁੰਦੀ ਹੈ, ਉਸ ਦੀ ਕੋਈ ਕਦਰ ਨਹੀਂ। ਛੱਲੀ ਦੇ ਤੁੱਕੇ ਵਿਅਰਥ ਹੁੰਦੇ ਨੇ, ਖੱਡ ਛੱਪੜ ਵਿੱਚ ਸੁੱਟ ਜਾਂਦੇ ਨੇ, ਉਹਨਾਂ ਦੀ ਕੋਈ ਨਦਰ ਨਹੀਂ, ਕਿਉਂਕਿ ਨਿਕੰਮੇ ਨੇ, ਕੰਮ ਨਹੀਂ ਆਉਣ ਵਾਲੇ। ਤੇ ਜਿਹੜੇ ਨਾਮ ਤੋਂ ਹੀਣੇ ਮੁਖ ਨੇ ਜਿਨ੍ਹਾਂ ਜਗਿਆਸੂਆਂ ਦੇ, ਉਹਨਾਂ ਨੂੰ ਫਿਰ ਨਰਕਾਂ ਦੇ ਵਿੱਚ ਤੇ ਮਾਤਾ ਦੇ ਉਦਰ ਵਿੱਚ, ਗਰਭ ਅਗਨੀ ਵਿੱਚ ਸੁੱਟ ਦਿੱਤਾ ਜਾਂਦਾ ਹੈ। ਤੂੰ ਨਾਮ ਨਹੀਂ ਜਪਿਆ, ਤੇਰਾ ਮੂੰਹ ਖਾਲੀ ਹੈ, ਜਾ ਕੇ ਹੁਣ ਗਲ ਗਰਭ ਜੂਨੀਆਂ ਦੇ ਵਿੱਚ, ਗਲ ਜਾ ਕੇ ਨਰਕਾਂ ਦੇ ਵਿੱਚ। ਜਿਵੇਂ ਤੁੱਕੇ ਇਤਿਆਦਿਕ ਨੂੰ ਰੂੜੀ ਜਾਂ ਛੱਪੜ ਵਿੱਚ ਸੁੱਟ ਦਿੱਤਾ ਜਾਂਦਾ ਨਾ ਗਲਣ ਵਾਸਤੇ, ਜਿਹੜੇ ਨਾਮ ਤੋਂ ਵੀ ਹੁਣੇ ਸੁੰਨੇ ਮੁਖ ਨੇ, ਉਹਨਾਂ ਨੂੰ ਫਿਰ ਗਰਭ ਜੂਨੀਆਂ ਵਿੱਚ ਗਾਲਣ ਵਾਸਤੇ ਪਰਮਾਤਮਾ ਵੱਲੋਂ ਸੁੱਟਿਆ ਜਾਂਦਾ, ਗਰਭ ਜੂਨੀਆਂ ਦੇ ਅੰਦਰ ਪਾਇਆ ਜਾਂਦਾ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨਾਮ ਦੀ ਬੇਅੰਤ ਮਹਿਮਾ ਕਥਨ ਕਰਦੇ ਨੇ ਤੇ ਫਰਮਾਨ ਕਰਨਾ ਕਰਦੇ ਨੇ, ਸਿੱਖੋ, ਕੋਟ ਬਿਗਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾਉ। ਜਿਸ ਨੂੰ ਵਾਹਿਗੁਰੂ ਜੀ ਦਾ ਨਾਮ ਵਿਸਰ ਜਾਂਦਾ ਨਾ, ਕਰੋੜਾਂ ਹੀ ਵਿਘਨ ਆ ਕੇ ਉਸ ਨੂੰ ਚੰਬੜ ਜਾਂਦੇ ਨੇ। ਉਹਦੇ ਕਾਰਜਾਂ 'ਚ ਵੀ ਵਿਘਨ, ਉਹਦੇ ਜੀਵਨ 'ਚ ਵੀ ਵਿਘਨ, ਉਹਦੀ ਖੁਸ਼ਹਾਲੀ 'ਚ ਵੀ ਵਿਘਨ, ਉਹਦੀਆਂ ਤਰੱਕੀਆਂ 'ਚ ਵੀ ਵਿਘਨ, ਉਹਦੀ ਸੱਜਣਤਾਈ 'ਚ ਵੀ ਵਿਘਨ, ਉਹਦੀ ਰਿਸ਼ਤੇਦਾਰੀਆਂ 'ਚ ਵੀ ਵਿਘਨ, ਸਭਨਾਂ ਦੇ ਨਾਲ ਫਿਰ ਨਹੀਂ ਬਣ ਆਉਂਦੀ ਹੈ। ਨਾਨਕ ਅਨ ਦਿਨ ਬਿਲਪਤੇ। ਹਜ਼ੂਰ ਫਰਮਾਉਂਦੇ ਨੇ, ਫਿਰ ਉਹ ਨਾਮ ਤੋਂ ਹੀਣੇ ਬੰਦੇ ਰਾਤ ਦਿਨ ਵਿਲਕਦੇ ਨੇ, ਲਿਓ ਕਰਦੇ ਨੇ, ਵਿਰਲਾਪ ਕਰਦੇ ਨੇ। ਜੀ ਕਿਵੇਂ ਵਿਰਲਾਪ ਕਰਦੇ ਨੇ? ਜਿਉਂ ਸੁਣਿਆ ਘਰ ਕਾਓ। ਜਿਹੜਾ ਘਰ ਗ੍ਰਸਤੀਆਂ ਦਾ ਹੋਵੇ, ਹੱਸਦਾ ਵਸਦਾ ਹੋਵੇ, ਬੱਚੇ ਖੇਡਦੇ ਹੋਣ, ਤੇ ਸਾਧ ਸੰਗਤ ਜੀ ਕਾਂ ਆ ਕੇ ਬੈਠਦੇ ਨੇ, ਬੱਚੇ ਦੇ ਹੱਥ 'ਚੋਂ ਡਿੱਗਿਆ ਰੋਟੀ ਦਾ ਟੁਕੜਾ ਚੁੱਕ ਕੇ ਲੈ ਜਾਂਦੇ ਨੇ, ਖਾਂਦੇ ਨੇ। ਪਰ ਜਿਹੜਾ ਘਰ ਹੀ ਸੁਣਿਆ ਹੈ, ਜਿੱਥੇ ਵਸਦਾ ਹੀ ਕੋਈ ਨਹੀਂ, ਬੱਚਾ ਖੇਡਦਾ ਹੀ ਕੋਈ ਨਹੀਂ, ਅੰਨ ਦਾ ਦਾਣਾ ਮਿਲਣਾ ਹੀ ਕੋਈ ਨਹੀਂ, ਕਾਉ ਆਉਂਦਾ ਹੈ, ਕਾਂ ਬੋਲ ਕਰਕੇ, ਵਿਰਲਾਪ ਕਰਕੇ ਖਾਲੀ ਉੱਠ ਕੇ ਤੁਰ ਜਾਂਦਾ, ਉਹਨੂੰ ਖਾਣ ਵਾਸਤੇ ਕੁਝ ਨਹੀਂ ਮਿਲਦਾ। ਜਿਵੇਂ ਸੁਣਿਏ ਘਰ 'ਚੋਂ ਕਾਂ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ, ਇਸੇ ਪ੍ਰਕਾਰ ਨਾਮ ਤੋਂ ਵੀ ਹੁਣੇ ਸੁਣਨੇ ਮੁਖ ਨੂੰ ਕੋਈ ਸੁੱਖ ਪ੍ਰਾਪਤ ਨਹੀਂ ਹੁੰਦਾ। ਰਾਤ ਦਿਨ ਵਿਲਪਦੇ ਹੀ ਰਹਿੰਦੇ ਨੇ, ਕਰੋੜਾਂ ਵਿਘਨ ਆ ਕੇ ਲੱਗ ਜਾਂਦੇ ਨੇ।
ਤੇ ਮਹਾਰਾਜ ਫਿਰ ਇਹਨਾਂ ਵਿਘਨਾਂ ਤੋਂ ਬਚਣ ਵਾਸਤੇ ਕੀਤਾ ਕੀ ਜਾਵੇ? ਤੇ ਹਜ਼ੂਰ ਫਰਮਾਵਦੇ ਨੇ, ਝਾਲਾਗੇ ਉੱਠ ਨਾਮ ਜਪ। ਝਾਲਾਗੇ ਨਾਮ ਹੈ ਅੰਮ੍ਰਿਤ ਵੇਲੇ ਦਾ। ਰਾਤ ਬਤੀਤ ਹੋਣ ਵਾਲੀ ਹੈ ਪਰ ਪਹੁ ਫਟਾਲਾ ਹੋਇਆ ਨਹੀਂ, ਦਿਨ ਅਜੇ ਚੜਿਆ ਨਹੀਂ, ਚੌਥਾ ਪਹਿਰ ਰਾਤਰੀ ਦਾ। ਇਹ 3 ਤੋਂ 6 ਵਜੇ ਦੇ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ, ਚੌਥਾ ਪਹਿਰ। ਇਸ ਨੂੰ ਕੁਸਮੁਸਾ ਵੀ ਕਿਹਾ ਜਾਂਦਾ ਹੈ। ਇਸ ਨੂੰ ਹਜ਼ੂਰ ਜੀ ਨੇ ਅੰਮ੍ਰਿਤ ਵੇਲਾ ਵੀ ਕਥਨ ਕੀਤਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਪਹੁ ਫਟਾਲੇ ਤੋਂ ਪਹਿਲਾਂ ਦਾ ਸਮਾਂ ਹੈ। ਸਿੱਖਾ, ਅੰਮ੍ਰਿਤ ਵੇਲੇ ਝਾਲਾਗੇ ਉੱਠ ਕਰਕੇ ਨਾਮ ਜਪ। ਨਾਮ ਨੂੰ ਜਪਣਾ ਕਰ, ਸਿਮਰਨ ਕਰਨਾ ਕਰ। ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹਿ ਨਖੁੱਟੈ ਨਾਹੀ। ਇੰਨੇ ਭਾਗ ਲੱਗਦੇ ਨੇ, ਇੰਨੀਆਂ ਬਰਕਤਾਂ ਪੈ ਜਾਂਦੀਆਂ ਨੇ, ਪੀੜੀ ਦਰ ਪੀੜੀ ਖਾਣ ਦੇ ਨਾਲ ਵੀ ਪਦਾਰਥ ਮੁੱਕਦੇ ਨਹੀਂ। ਤੇ ਮਹਾਰਾਜ ਅੰਮ੍ਰਿਤ ਵੇਲੇ ਜਪ ਕੇ ਬਾਕੀ ਸਾਰਾ ਦਿਨ ਭਾਵੇਂ ਕੰਮਾਂ ਕਾਰਾਂ ਵਿੱਚ ਲੱਗ ਜਾਈਏ, ਹਜ਼ੂਰ ਕਹਿੰਦੇ ਨਿਸਬਾਸੁਰ ਆਰਾਧ। ਦਿਨ ਵੇਲੇ ਕੰਮ ਕਾਰ ਕਰਦਿਆਂ ਤੇ ਰਾਤ ਨੂੰ ਬਿਰਾਜਦੇ ਸਮੇਂ ਵੀ ਵਿਸਾਰਨਾ ਨਹੀਂ, ਰਾਤ ਦਿਨ ਹੀ ਜਪਣਾ ਹੈ। ਅੰਮ੍ਰਿਤ ਵੇਲਾ ਤੇ ਸਾਂਭਣਾ ਹੀ ਸਾਂਭਣਾ ਹੈ। ਇਹ ਨਹੀਂ ਕਿ ਬਾਕੀ ਦਿਨ ਝੂਠ ਬੋਲਦੇ ਰਹੋ। ਬਾਕੀ ਦਿਨ ਵੀ ਧਰਮ ਦੀ ਕਿਰਤ ਕਰਦਿਆਂ ਹਿਰਦੇ ਦੇ ਅੰਦਰ ਵੈਰਾਗ ਰੱਖਣਾ ਹੈ, ਮੁਖ ਦੇ ਅੰਦਰ ਭਗਤੀ ਰੱਖਣੀ ਹੈ। ਹਿਰਦੇ ਦੇ ਅੰਦਰ ਗਿਆਨ, ਮੁਖ ਭਗਤੀ, ਹਿਰਦਾ ਗਿਆਨ, ਵਰਤਨ ਵੈਰਾਗ ਰੱਖਣਾ ਹੈ। ਨਿਸਬਾਸੁਰ ਆਰਾਧ, ਰਾਤ ਦਿਨ ਨਾਮ ਦੀ ਹੀ ਆਰਾਧਨਾ ਕਰਨੀ ਹੈ। ਜੇ ਕੱਲੀ ਇਤਨੀ ਕੁ ਵਿਚਾਰ ਕਰ ਲਈ ਜੀ ਅੰਮ੍ਰਿਤ ਵੇਲਾ ਜਪ ਲਿਆ, ਹੁਣ ਸਾਰਾ ਦਿਨ ਵਿਹਲੇ। ਜੇ ਵੇਲਾ ਤੇ ਵਕਤ ਕੱਲਾ ਅੰਮ੍ਰਿਤ ਵੇਲਾ ਦਾ ਵਿਚਾਰਿਆ ਤੇ ਫਿਰ ਪ੍ਰੇਮਾ ਭਗਤੀ ਕਿਹੜੇ ਵੇਲੇ ਕਰੇਗਾ? ਸਿੱਖਾ, ਜੇ ਵੇਲਾ ਵਕਤ ਵਿਚਾਰੀਆ ਤਾਂ ਭਗਤੀ ਕਿਤ ਵਕਤ ਹੋਏ। ਪ੍ਰੇਮਾ ਭਗਤੀ ਵਾਸਤੇ ਤਾਂ ਫਿਰ 8 ਪਹਿਰ 1 ਤੈ ਲਿਵੈ ਮੰਨੇ ਨੇ ਹੁਕਮ ਅਪਾਰ ਦੀ ਅਵਸਥਾ ਨੂੰ ਸਤਿਗੁਰੂ ਜੀ ਤੋਂ ਬੇਨਤੀਆਂ ਕਰ ਕਰਕੇ ਪ੍ਰਾਪਤ ਕਰਨਾ ਪਵੇਗਾ। ਅੰਮ੍ਰਿਤ ਵੇਲੇ ਉੱਠ ਕਰਕੇ ਨਾਮ ਜਪ। ਦਿਨ ਚੜ ਗਿਆ ਫਿਰ ਵੀ ਨਾਮ ਨੂੰ ਵਿਸਾਰਨਾ ਨਹੀਂ। ਨਿਸਬਾਸੁਰ ਆਰਾਧ, ਰਾਤ ਦਿਨ ਨਾਮ ਦੀ ਆਰਾਧਨਾ ਕਰਦਾ ਹੀ ਰਹੋ। ਸੱਚੇ ਪਾਤਸ਼ਾਹ ਜੀ ਪ੍ਰਾਪਤ ਕੀ ਹੋਵੇਗਾ? ਹਜ਼ੂਰ ਫਰਮਾਉਂਦੇ ਨੇ, ਕਾਰਾ ਤੁਝੈ ਨਾ ਵਿਆਪਈ। ਸਿਖਾ, ਤੇਰੇ ਹਿਰਦੇ ਨੂੰ ਕਾੜਾ ਨਹੀਂ ਵਿਆਪੇਗਾ, ਝੋਰਾ ਨਹੀਂ ਵਿਆਪੇਗਾ, ਸੋਗ ਨਹੀਂ ਵਿਆਪੇਗਾ, ਵਿਕਾਰਾਂ ਦਾ ਰੋਗ ਵੀ ਨਹੀਂ ਵਿਆਪੇਗਾ। ਇਸੇ ਪ੍ਰਕਾਰ ਮਾਇਆ ਦੀ ਪਕੜ ਦਾ ਰੋਗ ਵੀ ਨਹੀਂ ਵਿਆਪੇਗਾ। ਕਾਰਾ ਤੁਝੈ ਨਾ ਵਿਆਪਈ, ਨਾਨਕ ਮਿਟੈ ਉਪਾਦ। ਤੇ ਹਜ਼ੂਰ ਫਰਮਾਉਂਦੇ ਨੇ, ਤੇਰੀਆਂ ਸਾਰੀਆਂ ਉਪਾਧੀਆਂ, ਰੋਗ ਤਾਂ ਮਿਟੀ ਜਾਣਗੇ, ਝੋਰੇ ਤਾਂ ਮਿਟੀ ਜਾਣਗੇ, ਉਪਾਧੀ ਜਿਹੜੇ ਅਚਨਚੇਤ ਵਿਪਤਾ ਆ ਕੇ ਪੈਣ ਵਾਲੀ, ਕਸ਼ਟ ਪੈਣ ਵਾਲੇ ਹੁੰਦੇ ਨੇ, ਉਹਨਾਂ ਦੀ ਵੀ ਨਿਵਰਤੀ ਹੋ ਜਾਵੇਗੀ। ਉਹ ਅਚਨਚੇਤ ਵਾਲੇ ਦੁੱਖ ਵੀ ਸੂਲੀ ਤੋਂ ਸੂਲ ਹੋ ਜਾਣਗੇ, ਤੈਨੂੰ ਦੁੱਖ ਨਹੀਂ ਦੇ ਸਕਣਗੇ। ਇਸ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਨੇ ਨਾਮ ਦੀ ਮਹੱਤਤਾ ਦ੍ਰਿੜ ਕਰਾਈ ਹੈ। ਅਤਿਅੰਤ ਵਡਿਆਈ ਨਾਮ ਜਪਣ ਦੀ, ਨਾਮ ਦੀ ਵਡਿਆਈ ਤੇ ਜਪਣ ਵਾਲਿਆਂ ਦੀ ਸੋਭਾ ਵੀ ਸਤਿਗੁਰੂ ਜੀ ਨੇ ਦ੍ਰਿੜ ਕਰਾਈ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ, ਜਿਹੜੇ ਮੁਖ ਨਾਮ ਤੋਂ ਵੀ ਹੁਣੇ ਨੇ, ਉਹ ਛੱਲੀ ਦੇ ਤੁਕੇ ਵਾਂਗੂ ਵਿਅਰਥ ਜਾਣ ਕਰਕੇ ਗਰਭ ਜੂਨੀਆਂ ਤੇ ਨਰਕਾਂ ਵਿੱਚ ਸੁੱਟ ਦਿੱਤੇ ਜਾਂਦੇ ਨੇ। ਉਹ ਮੁਖ ਸੋਹਣੇ ਨਹੀਂ। ਮਹਾਰਾਜ ਸੋਹਣੇ ਮੁਖ ਕਿਹੜੇ ਨੇ? ਹਜ਼ੂਰ ਫਰਮਾਉਂਦੇ ਨੇ, ਸੇਈ ਸੁੰਦਰ ਸੋਹਣੇ। ਸੁੰਦਰ ਉਹ ਨੇ ਸਰੂਪ ਕਰਕੇ, ਸੋਹਣੇ ਉਹ ਨੇ ਮਨ ਹਿਰਦੇ ਤੇ ਗੁਣਾ ਕਰਕੇ। ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧ ਸੰਗਤ ਦੇ ਵਿੱਚ ਆ ਕਰਕੇ ਬੈਠਦੇ ਨੇ, ਵਾਹਿਗੁਰੂ ਜੀ ਦਾ ਜਸ ਵਡਿਆਈ ਸਰਵਣ ਕਰਦੇ ਨੇ ਤੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਉਹ ਮੁਖ ਸੋਹਣੇ ਨੇ, ਉਹ ਹਿਰਦੇ ਸੋਹਣੇ ਨੇ, ਉਹ ਗੁਣਾ ਕਰਕੇ ਜੀਵ ਸੋਹਣੇ ਨੇ। ਹਰ ਧਨ ਜਿਨੀ ਸੰਜਿਆ, ਪਰਮਾਤਮਾ ਜੀ ਦੇ ਨਾਮ ਰੂਪੀ ਧਨ ਨੂੰ ਜਿਸ ਨੇ ਸੰਜਿਆ, ਇਕੱਤਰ ਕੀਤਾ ਹੈ, ਖੱਟ ਲਿਆ ਹੈ, ਖੱਟੀ ਕਮਾਈ ਕੀਤੀ ਹੈ ਨਾਮ ਦੀ। ਸੇਈ ਗੰਭੀਰ ਅਪਾਰ ਜੀਓ, ਉਹਨਾਂ ਨੂੰ ਗੰਭੀਰ ਤੇ ਪਾਰਾਵਾਰ ਤੋਂ ਰਹਿਤ ਬੇਅੰਤ ਸਰੂਪ ਪਰਮਾਤਮਾ ਜੀ ਦੀ ਪ੍ਰਾਪਤੀ ਹੋਈ ਹੈ। ਉਹ ਗੰਭੀਰ ਅਥਾਹ ਗੁਣਾ ਦੇ ਸਾਗਰ ਬਣ ਗਏ, ਅਪਾਰ ਪਾਰਾਵਾਰ ਤੋਂ ਰਹਿਤ ਹੋ ਗਏ। ਉਹਨਾਂ ਦੀ ਵੀ ਗਤਮਿਤ ਵਡਿਆਈ ਕਥਨ ਨਹੀਂ ਕੀਤੀ ਜਾਂਦੀ ਜਿਹੜੇ ਨਾਮ ਦੇ ਰਸੀਏ ਨੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਨਾਮ ਤੋਂ ਹੀਣੇ ਮੁਖ ਸੋਹਣੇ ਨਹੀਂ, ਉਹ ਤੇ ਛੱਲੀ ਦੇ ਤੁੱਕੇ ਵਾਂਗੂ ਖਾਲੀ ਨੇ, ਉਹ ਤੇ ਚਾਵਲਾਂ ਦੇ ਤੋਹ ਵਾਂਗੂ ਵਿਅਰਥ ਹਨ, ਖਾਲੀ ਹਨ। ਹਰ ਹਰ ਨਾਮ ਜਪਹੁ ਨਿਤ ਪ੍ਰਾਨੀ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਿਰ ਮੁਖ ਨੂੰ ਸ਼ੋਭਨੀਕ ਬਣਾਉਣ ਵਾਸਤੇ, ਜੀਵਾਂ ਦੇ ਜਨਮ ਨੂੰ ਸਫਲਿਆ ਕਰਨ ਵਾਸਤੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕਰਦੇ ਨੇ। ਹੇ ਪ੍ਰਾਣਾ ਧਾਰੀ ਜੀਵੋ, ਜਦ ਤੱਕ ਪ੍ਰਾਣਾ ਨੂੰ ਧਾਰਨ ਕੀਤਾ ਹੋਇਆ ਹੈ, ਪ੍ਰਾਣਾ ਧਾਰੀ ਤੋਂ ਭਾਵ ਜਦ ਤੱਕ ਪ੍ਰਾਣ ਧਾਰਨ ਕੀਤੇ ਨੇ, ਜਦ ਤੱਕ ਪ੍ਰਾਣ ਭਾਵ ਸਵਾਸ ਚੱਲਦੇ ਨੇ, ਹਰ ਵੇਲੇ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਹੀ ਰਹੋ। ਇਸੇ ਪ੍ਰਕਾਰ
ਹਰ ਹਰ ਨਾਮ ਜਪਹੁ ਨਿਤ ਪ੍ਰਾਣੀ। ਨਿਤਾ ਪ੍ਰਤੀ ਜਪਣਾ ਹੈ, ਹਰ ਰੋਜ਼ ਜਪਣਾ ਹੈ। ਜਦੋਂ ਤੱਕ ਪ੍ਰਾਣ ਚੱਲਦੇ ਨੇ ਪ੍ਰਾਣਾਧਾਰੀ ਜੀਵ ਨਿਤ ਸਰੂਪ, ਨਿਤ ਤੋਂ ਭਾਵ ਹੈ ਸਥਿਰ ਰਹਿਣੇ ਵਾਲਾ। ਜਿਹੜੇ ਪ੍ਰਮਾਤਮਾ ਜੀ ਨਿਤ ਰਹਿਣੇ ਵਾਲੇ ਨੇ, ਸਥਿਰ ਰਹਿਣੇ ਵਾਲੇ ਨੇ, ਜੰਮਣ ਮਰਨ ਵਿੱਚ ਨਹੀਂ, ਆਉਣ ਜਾਣ ਵਿੱਚ ਨਹੀਂ, ਸਦਾ ਤੋਂ ਸੀ ਹੁਣ ਮੌਜੂਦ ਨੇ ਤੇ ਅਨੰਤ ਕਾਲ ਤੱਕ ਰਹਿਣੇ ਵਾਲੇ ਨੇ। ਐਸੇ ਨਿਤ ਸਰੂਪ, ਸਦਾ ਸਰੂਪ ਪ੍ਰਮਾਤਮਾ ਜੀ ਦੇ ਨਾਮ ਨੂੰ ਪ੍ਰਾਣਾਧਾਰੀ ਜੀਵ ਸਦਾ ਹੀ ਜਪਦੇ ਰਹੋ, ਨਿਤਾ ਪ੍ਰਤੀ ਜਪਦੇ ਰਹੋ। ਇਸੇ ਪ੍ਰਕਾਰ ਹਰ ਹਰ ਨਾਮ ਜਪਹੁ ਨਿਤ ਪ੍ਰਾਣੀ। हे ਪ੍ਰਾਣੀ, ਹਰੀ ਪ੍ਰਮਾਤਮਾ ਵਾਹਿਗੁਰੂ ਜੀ ਨੇ ਆਪਣੇ ਪ੍ਰਾਣਾ ਦਾ ਆਧਾਰ ਹੀ ਬਣਾ ਲਵੋ। ਇਤਨਾ ਪਿਆਰ ਵਾਹਿਗੁਰੂ ਜੀ ਦੇ ਨਾਲ ਕਰਨਾ ਕਰੋ, ਆਖਾ ਜੀਵਾ ਵਿਸਰੈ ਮਰ ਜਾਓ। ਪ੍ਰਾਣਾ ਦਾ ਆਧਾਰ, ਪ੍ਰਾਣਾ ਦਾ ਆਸਰਾ। ਜਦ ਤੱਕ ਪ੍ਰਾਣ ਨੇ ਉਦੋਂ ਹੀ ਤੱਕ ਹੀ ਜਿੰਦ, ਉਦੋਂ ਤੱਕ ਹੀ ਜਾਨ ਹੈ ਨਾ। ਇਸ ਪ੍ਰਕਾਰ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਨ ਨੂੰ ਹੀ ਆਪਣੀ ਜਿੰਦ ਜਾਨ ਬਣਾ ਲਵੋ। ਵਾਹਿਗੁਰੂ ਜੀ ਦੇ ਨਾਮ ਦੇ ਨਾਲ ਇਤਨਾ ਪਿਆਰ ਕਰਨਾ ਕਰੋ, ਨਿਤਾ ਪ੍ਰਤੀ ਜਪਣਾ ਕਰੋ। ਸਥਿਰ ਸਰੂਪ ਵਾਹਿਗੁਰੂ ਜੀ ਦਾ ਨਾਮ ਅੰਤਲੇ ਸਵਾਸ ਤੱਕ ਵੀ ਕਦੇ ਭੁੱਲ ਨਾ ਜਾਵੇ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚੱਲਦੇ ਰਾਖਿਓ ਚੀਤ। ਐਸੀ ਪ੍ਰੀਤ ਨਿਭਾਵਣੀ ਹੈ। ਜਦ ਤੱਕ ਸਵਾਸ ਚੱਲਦੇ ਨੇ ਵਾਹਿਗੁਰੂ ਜੀ ਦਾ ਨਾਮ ਭੁੱਲੇ ਨਾ। ਤੇ ਜਦੋਂ ਸਰੀਰ ਚੋਂ ਪ੍ਰਾਣ ਨਿਕਲਣ ਲੱਗੇ ਨੇ, ਜਾਨ ਨਿਕਲਣ ਲੱਗੀ ਹੈ ਨਾ, ਉਦੋਂ ਵੀ ਤੇਰੇ ਹਿਰਦੇ ਦਾ ਧਿਆਨ ਸੰਬੰਧੀਆਂ ਵੱਲ ਤੇ ਘਰ ਇਤਿਆਦਿਕ ਮਕਾਨਾਂ ਵੱਲ ਨਾ ਆ ਜਾਵੇ ਕਿ ਮੇਰੇ ਤੋਂ ਵਿਜੋਗ ਹੋ ਚੱਲਿਆ ਹੈ। ਸਰੀਰ ਰਹਿ ਗਿਆ ਤਾਂ ਵੀ ਵਾਹਿਗੁਰੂ ਜੀ ਦਾ ਨਾਮ, ਜੇ ਛੁੱਟ ਰਿਹਾ ਤੇ ਤਾਂ ਵੀ ਵਾਹਿਗੁਰੂ ਜੀ ਦਾ ਨਾਮ। ਵਾਹਿਗੁਰੂ ਜੀ ਦਿੱਤਾ ਵੀ ਆਪ ਜੀ ਨੇ ਹੈ ਤੇ ਲੈਣਾ ਵੀ ਆਪ ਜੀ ਨੇ ਹੈ। ਵਾਹਿਗੁਰੂ ਜੀ ਦੁਨੀਆ ਤੇ ਭੇਜਿਆ ਵੀ ਆਪ ਜੀ ਨੇ ਹੈ ਤੇ ਆਪਣੇ ਪਾਸ ਬੁਲਾਉਣਾ ਵੀ ਆਪ ਜੀ ਨੇ ਹੈ। ਇਸ ਪ੍ਰਕਾਰ ਆਪਣੀ ਜਿੰਦ ਜਾਨ ਸਰੀਰ ਨੂੰ ਨਹੀਂ, ਵਾਹਿਗੁਰੂ ਜੀ ਦੇ ਨਾਮ ਨੂੰ ਬਣਾਵਣਾ ਕਰੋ। ਵਾਹਿਗੁਰੂ ਜੀ ਦੇ ਨਾਮ ਨੂੰ ਪ੍ਰਾਣਾ ਦਾ ਆਧਾਰ, ਜਿੰਦ ਜਾਨ ਬਣਾ ਕਰਕੇ ਸਦਾ ਸਦਾ ਵਾਸਤੇ ਹਰੀ ਜੀ ਨੂੰ ਜਪਣਾ ਕਰੋ, ਜਿਹੜਾ ਸਾਰੇ ਦੁੱਖਾਂ ਨੂੰ ਹਰ ਨਾਸ਼ ਕਰ ਲੈਣ ਵਾਲਾ ਹੈ। ਇਸੇ ਪ੍ਰਕਾਰ ਸ਼ੁਭ ਗੁਣਾ ਦੇ ਸਹਿਤ ਹਰਿਆਂ ਭਰਿਆਂ ਕਰਨੇ ਵਾਲਾ ਹੈ ਜੀ। ਨਾਮ ਬਿਹੂਨ ਤ੍ਰਿਗ ਦੇਹ ਬੇਗਾਨੀ। ਮਹਾਰਾਜ ਜਿਹੜੇ ਨਾਮ ਤੋਂ ਬਿਹੂਣੇ ਨੇ ਉਹ ਕੈਸੇ ਨੇ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਨਾਮ ਬਿਹੂਨ ਤ੍ਰਿਗ, ਤ੍ਰਿਗਾਕਾਰ ਉਹਨਾਂ ਦੇ ਜੀਵਨ ਨੂੰ, ਉਹਨਾਂ ਦੇ ਜਨਮ ਨੂੰ, ਉਹਨਾਂ ਦੀ ਜ਼ਿੰਦਗੀ ਨੂੰ, ਉਹਨਾਂ ਦੇ ਖਾਣ ਨੂੰ, ਉਹਨਾਂ ਦੇ ਪੀਣ ਨੂੰ, ਉਹਨਾਂ ਦੇ ਹੰਡਾਉਣ ਨੂੰ, ਉਹਨਾਂ ਦੇ ਜੀਉਣ ਨੂੰ। ਜਿਹੜੇ ਨਾਮ ਤੋਂ ਬਿਹੂਣੇ ਹਨ, ਜਿਹੜੇ ਨਾਮ ਨੂੰ ਨਹੀਂ ਜਪਦੇ ਹਨ। ਸਾਧ ਸੰਗਤ ਜੀ 100 ਵਾਰ ਫਿੱਟੇ ਮੂੰਹ ਆਖੀਏ ਤੇ ਇੱਕ ਲਾਹਨਤ ਬਣਦੀ ਹੈ, 100 ਵਾਰ ਲਾਹਨਤ ਆਖੀਏ ਤੇ ਇੱਕ ਤ੍ਰਿਗ ਬਣਦੀ ਹੈ। 10,000 ਵਾਰ ਕਿਸੇ ਦਾ ਮੂੰਹ ਫਿਟਕਾਰ ਬਣਦੀ ਹੈ ਤੇ ਇੱਕ ਤ੍ਰਿਗ ਬਣਦੀ ਹੈ। ਤੇ ਹਜ਼ੂਰ ਫਰਮਾਵਣਾ ਕਰਦੇ, ਤ੍ਰਿਗਾਕਾਰ ਉਹਨਾਂ ਦੇ ਜੀਵਨ ਨੂੰ, ਜਿਹੜੇ ਨਾਮ ਨੂੰ ਨਹੀਂ ਜਪਦੇ ਹਨ। ਕਿਉਂਕਿ ਜਿਸ ਦੇਹੀ ਨੂੰ ਆਪਣੀ ਕਰਕੇ, ਦੇਹੀ ਨੂੰ ਪਾਲਣ ਪੋਸ਼ਣ ਵਿੱਚ ਲੱਗੇ ਰਹੇ, ਦੇਹੀ ਦੇ ਨਾਲ ਹੀ ਪਿਆਰ ਕਰਦੇ ਰਹੇ, ਦੇਹੀ ਨੂੰ ਹੀ ਆਪਣਾ ਅਸਲ ਸਰੂਪ ਸਮਝ ਬੈਠੇ, ਭਰਮ ਵਿੱਚ ਪੈ ਕਰਕੇ ਉਹ ਦੇਹ ਬੇਗਾਨੀ, ਦੇਹ ਤੇ ਬੇਗਾਨੀ ਹੈ। ਬੇਗਾਨੀ ਗਿਆਤ, ਬੇਗਿਆਤ ਹੋ ਰਹੀ ਹੈ, ਬੇਸਮਝ ਹੋ ਰਿਹਾ ਹੈ ਜੀਵ ਦੇਹ ਦੇ ਮੋਹ ਕਰਕੇ, ਤੇ ਦੇਹ ਨੂੰ ਆਪਣੀ ਸਮਝ ਬੈਠਾ ਹੈ। ਇਸੇ ਪ੍ਰਕਾਰ ਨਾਮ ਬਿਹੂਨ ਤ੍ਰਿਗ ਦੇਹ ਬੇਗਾਨੀ। ਜਿਹੜੀ ਨਾਮ ਤੋਂ ਬਿਹੂਣੀ ਦੇਹ ਸਰੀਰ ਹੈ ਨਾ ਸਿੱਖੋ, ਉਸ ਨੂੰ ਤ੍ਰਿਗਾਕਾਰ ਲਾਹਨਤ ਹੈ ਤੇ ਬੇਗਾਨੀ ਭਾਵ ਵਿਕਾਰਾਂ ਦੇ ਅਧੀਨ ਹੋ ਰਹੀ ਹੈ। ਇਸੇ ਪ੍ਰਕਾਰ ਬੇਗਾਨੀ ਕਾਲ ਦਾ ਖਾਜਾ ਹੈ। ਜਿਸ ਦੇਹ ਨੂੰ ਆਪਣੀ ਮੰਨਿਆ ਉਹ ਆਪਣੀ ਥੋੜੀ ਹੈ, ਉਹ ਤੇ ਕਾਲ ਦੀ ਬੁਰਕੀ ਹੈ। ਜਦੋਂ ਅਕਾਲ ਪੁਰਖ ਜੀ ਦਾ ਸੁਨੇਹਾ ਆ ਗਿਆ, ਕਾਲ ਨੇ ਬੁਰਕੀ ਵਾਂਗੂ ਹੀ ਖਾ ਜਾਣਾ ਹੈ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ ਨਾ, ਬਾਰੇ ਬੂਢੇ ਤਰਨੇ ਭਈਆ, ਸਭ ਹੂ ਜਮ ਲੈ ਜਈ ਹੈ ਰੇ। ਮਾਨਸ ਬਪੁਰਾ ਮੂਸਾ ਕੀਨੋ, ਨੀਚ ਬਿਲਈਆ ਖਾਈ ਹੈ ਰੇ। ਜੀਵ ਦਾ ਮੌਤ ਅੱਗੇ ਕੋਈ ਵਸ ਥੋੜਾ ਹੈ। ਇਹ ਬਾਲਕਾਂ ਨੂੰ ਵੀ ਨਹੀਂ ਛੱਡਦੀ, ਬਾਲਕ ਅਵਸਥਾ ਵਿੱਚ ਵੀ ਖਾ ਜਾਂਦੀ ਹੈ ਸਰੀਰਾਂ ਨੂੰ। ਇਹ ਭਰ ਜੋਬਨ ਦੇ ਵਿੱਚ ਵੀ ਨਹੀਂ ਛੱਡਦੀ ਹੈ। ਤਰੁਣੇ ਤੋਂ ਭਾਵ ਹੈ ਜਵਾਨ, ਇਹ ਜਵਾਨਾਂ ਨੂੰ, ਭਰ ਜੋਬਨ ਵਾਲਿਆਂ ਨੂੰ ਵੀ ਖਾ ਜਾਂਦੀ ਹੈ। ਲਿਹਾਜ਼ ਇਹ ਮੌਤ ਬਜ਼ੁਰਗਾਂ ਦਾ ਵੀ ਨਹੀਂ ਕਰਦੀ। ਇਹ ਬਜ਼ੁਰਗ ਅਵਸਥਾ ਦੇ ਵਿੱਚ ਵੀ ਬੂਢੇ, ਬਾਰੇ ਬੂਢੇ ਬਜ਼ੁਰਗ ਜਿਹੜੇ ਨੇ, ਤਰੁਣੇ ਭਈਆ ਸਭ ਹੂ ਜਮ ਲੈ ਜਈ ਹੈ ਰੇ। ਜਮ ਸਾਰਿਆਂ ਨੂੰ ਲੈ ਜਾਂਦਾ ਹੈ, ਮੌਤ ਸਾਰਿਆਂ ਨੂੰ ਖਾ ਜਾਂਦੀ ਹੈ। ਮਾਨਸ ਬਪੁਰਾ ਮੂਸਾ ਕੀਨੋ, ਮਾਨਸ ਤੋਂ ਭਾਵ ਹੈ ਮਨੁੱਖ, ਬੰਦਾ, ਤੇ ਮੂਸਾ ਦਾ ਅਰਥ ਹੈ ਚੂਹਾ। ਜਿਹੜਾ ਮਨੁੱਖ ਦਾ ਸਰੀਰ ਹੈ, ਇਹ ਤੇ ਮੌਤ ਦੇ ਅੱਗੇ ਪ੍ਰਮਾਤਮਾ ਜੀ ਨੇ ਚੂਹਾ ਬਣਾਇਆ। ਚੂਹਾ
ਮੀਚ ਬਲਈਆ ਖਾਈ ਹੈ ਰੇ। ਜਿਵੇਂ ਬਿੱਲੀ ਝਾਟੀ ਚੂਹੇ ਨੂੰ ਖਾ ਜਾਂਦੀ ਹੈ ਨਾ, ਇਸ ਪ੍ਰਕਾਰ ਸਾਧ ਸੰਗਤ ਜੀ ਮੀਚ ਤੋਂ ਭਾਵ ਹੈ ਮੌਤ, ਬਲਈਆ ਤੋਂ ਭਾਵ ਹੈ ਬਿੱਲੀ। ਮੌਤ ਰੂਪੀ ਬਿੱਲੀ ਝਾਟੀ ਸਰੀਰ ਰੂਪੀ ਚੂਹੇ ਨੂੰ ਖਾ ਜਾਂਦੀ ਹੈ, ਜੀਵ ਨਹੀਂ ਬਚਾ ਸਕਦਾ। ਹੈ ਤੇ ਇਹ ਮੌਤ ਰੂਪੀ ਬਿੱਲੀ ਦਾ ਖਾਜਾ, ਅਕਾਲ ਦਾ ਖਾਜਾ, ਅਕਾਲ ਦੀ ਕਰਾਹੀ, ਅਕਾਲ ਦੀ ਬੁਰਕੀ, ਪਰ ਲਾਹਨਤ ਜੋਗ ਫਿਟਕਾਰ ਜੋਗ ਜੀਵ ਸਮਝਦਾ ਸਰੀਰ ਮੇਰਾ ਪ੍ਰਾਨੀ ਜਾਣੈ ਇਹੋ ਤਨ ਮੇਰਾ, ਬਹੁਰ ਬਹੁਰ ਵਾਹੂ ਲਪਟੇਰਾ। ਸਰੀਰ ਨੂੰ ਆਪਣਾ ਜਾਣ ਕਰਕੇ ਬਾਰ-ਬਾਰ ਇਹਦੇ ਹੀ ਮੋਹ ਦੇ ਵਿੱਚ ਲਿਪਾਇਮਾਨ ਹੋ ਰਿਹਾ ਹੈ। ਭਰਮ ਦਾ ਮੋਹਿਆ ਹੋਇਆ ਅਗਿਆਨੀ ਜੀਵ ਨਹੀਂ ਬੁੱਝਦਾ ਹੈ। ਨਾਮ ਤੋਂ ਹੀਣਾ, ਨਾਮ ਦੇ ਗਿਆਨ ਤੋਂ, ਸਤਿਗੁਰੂ ਜੀ ਦੇ ਉਪਦੇਸ਼ ਦੇ ਗਿਆਨ ਤੋਂ ਹੀਣਾ ਸਖਣਾ ਜੀਵ ਨਹੀਂ ਬੁੱਝਦਾ। ਇਹ ਦੇਹ ਤੇ ਬੇਗਾਨੀ ਹੈ, ਇਹ ਤੇ ਕਾਲ ਦਾ ਖਾਜਾ ਸੀ। ਆਪਣੀ ਕਰਕੇ ਮੰਨ ਲਿਆ। ਤੇ ਜਿਹੜੇ ਆਪਣੇ ਸਤਿਗੁਰੂ ਜੀ ਸਨ, ਜੋ ਆਪਣੇ ਪਰਮਾਤਮਾ ਜੀ ਨੇ, ਉਸ ਪਰਮਾਤਮਾ ਜੀ ਦਾ ਨਾਮ ਨੂੰ ਨਹੀਂ ਜਪਿਆ ਹੈ। ਐਸੀ ਨਾਮ ਵੀ ਹੁਣੀ ਦੇਹ ਨੂੰ ਤ੍ਰਿਗਾਕਾਰ ਹੈ ਜੀ। ਰਹਾਉ ਵਿਸਰਾਮ ਦੇ ਕਰਕੇ ਸਾਹਿਬ ਜੀ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਨਾਮ ਬਿਨਾ ਨਾਹੀ ਮੁਖ ਭਾਗ। ਸਿੱਖੋ, ਨਾਮ ਤੋਂ ਬਿਨਾ ਜਿਹੜਾ ਜੀਵ ਦਾ ਮੁਖ ਹੈ ਨਾ, ਇਹ ਭਾਗਾਂ ਵਾਲਾ ਨਹੀਂ ਬਣਦਾ ਹੈ, ਇਹ ਸ੍ਰੇਸ਼ਟ ਭਾਗਾਂ ਵਾਲਾ ਨਹੀਂ ਬਣਦਾ ਹੈ। ਇਸੇ ਪ੍ਰਕਾਰ ਨਾਮ ਬਿਨਾ ਨਾਹੀ ਮੁਖ ਭਾਗ। ਕੁੱਲ ਦੁਨੀਆ ਬ੍ਰਹਿਮੰਡਾਂ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਹੀ ਮੁੱਖ ਮੁਖੀ ਹੈ। ਤੇ ਜਦੋਂ ਤੱਕ ਜੀਵ ਨਾਮ ਨੂੰ ਨਹੀਂ ਜਪਦਾ ਹੈ, ਨਾ ਹੀ ਮੁੱਖ ਭਾਗ ਮੁਖੀ ਨਾਮ ਨੂੰ ਨਾ ਜਪਣੇ ਕਰਕੇ, ਅਥਵਾ ਕੱਚਿਆਂ ਪਿੱਲਿਆਂ ਦੇ ਦਰਾਂ ਤੇ ਤੁਰਿਆ ਫਿਰਦਾ ਤੇ ਕੰਨਾਂ ਵਿੱਚ ਮੰਤਰ ਲੈਂਦਾ ਫਿਰਦਾ ਹੈ। ਤੇ ਜਿਹੜੇ ਪੂਰੇ ਸਤਿਗੁਰੂ ਜੀ, ਮੁਖੀ ਸਤਿਗੁਰੂ ਜੀ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਪੂਰੇ ਸਤਿਗੁਰੂ ਜੀ ਦਾ ਨਾਮ ਮੰਤਰ ਮੁਖੀ ਸਤਿਗੁਰੂ ਜੀ ਦਾ ਪ੍ਰਾਪਤ ਨਹੀਂ ਨਾ ਕਰਦਾ, ਉਦੋਂ ਤੱਕ ਭਾਗ ਇਸ ਜੀਵ ਦੇ ਸ੍ਰੇਸ਼ਟ ਭਾਗ ਨਹੀਂ ਉਗੜਦੇ ਹਨ। ਸ੍ਰੇਸ਼ਟ ਭਾਗ ਜੀਵ ਦੇ ਖੁੱਲ੍ਹਦੇ ਨਹੀਂ, ਪ੍ਰਕਾਸ਼ਮਾਨ ਹੁੰਦੇ ਹੀ ਨਹੀਂ, ਉਦੋਂ ਤੱਕ ਅਭਾਗਾ ਹੀ ਬਣਿਆ ਰਹਿੰਦਾ ਹੈ। ਇਸੇ ਪ੍ਰਕਾਰ ਨਾਮ ਬਿਨਾ ਨਾਹੀ ਮੁਖ ਭਾਗ। ਪਿਆਰਿਓ, ਨਾਮ ਤੋਂ ਬਿਨਾ ਜਿਹੜਾ ਮੁਖ ਹੈ ਉਹ ਸ਼ੋਭਨੀਕ ਨਹੀਂ, ਨਾਮ ਤੋਂ ਬਿਨਾ ਸੁੰਦਰ ਨਹੀਂ। ਜਿਤਨੇ ਸ਼ਿੰਗਾਰ ਕਰਨੇ ਨੇ ਕਰ ਲਵੇ, 16 ਸ਼ਿੰਗਾਰ ਵੀ ਕਰ ਲਵੇ, 32 ਸ਼ੁਭ ਲੱਛਣ ਵੀ ਪ੍ਰਾਪਤ ਕਰ ਲਵੇ, ਪਰ ਜੇ ਨਾਮ ਨਹੀਂ ਜਪਦਾ ਤੇ ਹਜ਼ੂਰ ਫਰਮਾਉਂਦੇ ਨੇ ਨਾ ਸੋ ਹੈ 32 ਲਖਣਾ, 32 ਸ਼ੁਭ ਲੱਛਣਾ ਵਾਲਾ ਹੋ ਕਰਕੇ, ਸ਼ੁਭ ਗੁਣਾ ਵਾਲਾ ਵੀ ਹੋ ਕਰਕੇ ਨਾਮ ਤੋਂ ਬਿਨਾਂ ਸ਼ੋਭਦਾ ਨਹੀਂ। ਇਸ ਕਰਕੇ ਨਾਮ ਹੀ ਸਾਰੇ ਸ਼ਿੰਗਾਰਾਂ ਚੋਂ ਮੁਖੀ ਹੈ। ਕਿਤਨੇ ਗਹਿਣੇ ਪਾ ਲਵੇ ਜੀਵ, ਕਿਤਨਾ ਆਪਣੇ ਆਪ ਨੂੰ ਸ਼ਿੰਗਾਰ ਲਵੇ, ਵਡਭਾਗਾ ਨਹੀਂ ਬਣਦਾ, ਸ੍ਰੇਸ਼ਟ ਭਾਗਾਂ ਵਾਲਾ ਨਹੀਂ ਬਣਦਾ, ਭਾਗ ਨਹੀਂ ਜਾਗਦੇ ਹਨ। ਤੇ ਫਿਰ ਸਤਿਗੁਰੂ ਜੀ ਨੇ ਜੀਵ ਦੇ ਉੱਪਰ ਕਿਰਪਾਲਤਾ ਕੀਤੀ। ਜਿਨ ਤੂੰ ਸਾਜ ਸਵਾਰ ਸੀਗਾਰਿਆ, ਜਿੱਥੇ ਦੇਹੀ ਦੇ ਉੱਪਰ ਰੋਮ ਇਤਿਆਦਿਕ ਦੇ ਨਾਲ ਤੇ ਸੁੰਦਰ ਅੰਗਾਂ ਦੇ ਨਾਲ ਪ੍ਰਮਾਤਮਾ ਜੀ ਨੇ ਦੇਹੀ ਨੂੰ ਸ਼ਿੰਗਾਰਿਆ ਹੈ ਨਾ, ਸਾਧ ਸੰਗਤ ਜੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ 5 ਕਕਾਰਾਂ ਰੂਪੀ ਗਹਿਣੇ ਪਾ ਕੇ ਵੀ ਗੁਰਸਿੱਖ ਨੂੰ ਸ਼ਿੰਗਾਰਿਆ ਹੈ। ਹੁਣ ਤਨ ਤੇ ਸ਼ਿੰਗਾਰ ਦਿੱਤਾ 5 ਗਹਿਣੇ, 5 ਕਕਾਰ ਪਾ ਕਰਕੇ, ਤੇ ਮਨ ਨੂੰ ਵੀ ਸ਼ਿੰਗਾਰਨਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨ ਨੂੰ ਨਾਮ ਦਾ ਗਹਿਣਾ ਪਾ ਦਿੱਤਾ। ਗਹਿਣਾ ਵੀ ਐਸਾ ਪਾਇਆ ਜਿਹੜਾ ਅੰਤਮ ਸਮੇਂ ਵੀ ਨਾਲ ਜਾਂਦਾ ਹੈ। ਜਨ ਨਾਨਕ ਅੰਤਵਾਰ ਨਾਮ ਗਹਿਣਾ, ਨਾਮ ਰੂਪੀ ਗਹਿਣਾ ਪਾ ਕਰਕੇ ਸ਼ਿੰਗਾਰ ਦੇਣਾ ਕੀਤਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਸ ਦੇ ਮੁਖ ਭਾਗ, ਮੁਖ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਮ ਜਪਣੇ ਦੀ ਦਾਤ ਬਖਸ਼ ਦਿੱਤੀ। ਸਿਖਾ ਰਸਨਾ ਦੇ ਨਾਲ ਸਦਾ ਨਾਮ ਜਪਦਾ ਰਹੋ। ਤੇ ਜਿਹੜਾ ਨਾਮ ਮੁਖ ਦੇ ਨਾਲ, ਜ਼ੁਬਾਨ ਦੇ ਨਾਲ, ਰਸਨਾ ਦੇ ਨਾਲ ਹਰ ਵੇਲੇ ਜਪਦਾ ਹੈ, ਉਹ ਹੀ ਦੁਨੀਆ ਦੇ ਵਿੱਚ ਮੁਖੀ ਪ੍ਰਧਾਨ ਪੂਜਨੀਕ ਬਣ ਜਾਂਦਾ ਹੈ। ਦੁਨੀਆ ਸੰਤ ਜਾਣ ਕੇ, ਮਹਾਤਮਾ ਜਾਣ ਕੇ, ਨਾਮ ਰਸੀਆ ਜਾਣ ਕੇ, ਮੁਖੀ ਜਾਣ ਕੇ। ਇਸੇ ਪ੍ਰਕਾਰ ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ। ਜਿਹੜੇ ਪੂਰੇ ਸਤਿਗੁਰੂ ਜੀ ਦੇ ਚਰਨਾਂ ਵਿਖੇ ਆ ਕਰਕੇ ਮੱਥਾ ਨਿਵਾਉਂਦੇ, ਮਸਤਕ ਟੇਕਦੇ ਨੇ, ਉਹ ਪ੍ਰਧਾਨ ਨੇ। ਅਥਵਾ ਪੂਰਨ ਪੁਰਖ ਵੀ ਉਹ ਨੇ। ਦੁਨੀਆ ਦੇ ਅੰਦਰ ਮੁੱਖ ਭਾਵ ਪ੍ਰਧਾਨ ਵੀ ਉਹ ਨੇ ਜਿਹੜੇ ਨਾਮ ਦੇ ਰਸੀਏ ਨੇ। ਇਸ ਕਰਕੇ ਹਜ਼ੂਰ ਫਰਮਾਉਂਦੇ ਨੇ, ਪਿਆਰਿਓ, ਮੁਖ ਉਸੇ ਦੇ ਭਾਗ ਜਾਗਦੇ ਨੇ। ਮੁਖ ਉਹੀਓ ਸੁੰਦਰ ਹੈ, ਸੋਹਣਾ ਹੈ, ਜਿਸ ਮੁਖ ਨੂੰ ਸਤਿਗੁਰੂ ਜੀ ਨੇ ਨਾਮ ਜਪਣੇ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਇਸੇ ਪ੍ਰਕਾਰ ਨਾਮ ਬਿਨਾ ਨਾਹੀ ਮੁਖ ਭਾਗ। ਨਾਮ ਤੋਂ ਵੀ ਹੋਣਾ ਜਿਹੜਾ ਜੀਵ ਹੈ, ਸਭਨਾਂ ਤੋਂ ਮੁਖੀ ਵੱਡਾ ਹੈ ਪਰਮੇਸ਼ਰ। ਵਾਹਿਗੁਰੂ ਜੀ ਪਰਮੇਸ਼ਰ ਜੀ ਦੇ ਦਰ ਤੇ ਸ੍ਰੇਸ਼ਟ ਭਾਗਾਂ ਵਾਲਾ ਨਾ ਹੋਣੇ ਕਰਕੇ ਉਹ ਨਹੀਂ ਪਹੁੰਚਦਾ, ਕਿਉਂਕਿ ਨਾਮ ਤੋਂ ਵੀ ਹੋਣਾ ਹੈ। ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ, ਕਿਉਂਕਿ ਭਾਗ ਹੀ ਨਹੀਂ ਖੁੱਲਦੇ।
ਭਰਤ ਬਿਹੂਨ ਕਹਾ ਸੁਹਾਗ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਗਜ਼ਾਮਪਲਸ ਦੇ ਕਰਕੇ ਸਮਝਾਉਂਦੇ ਨੇ, ਉਦਾਹਰਣ ਦਿੰਦੇ ਨੇ। ਹੁਣ ਬੀਬੀ ਦਾ ਪਤੀ ਹੀ ਨਾ ਹੋਵੇ ਤੇ ਬੀਬੀ ਕਹੇ ਜੀ ਮੈਂ ਸੁਹਾਗ ਵਾਲੀ ਆ, ਵਡਿਆਈ ਪ੍ਰਾਪਤ ਨਹੀਂ ਕਰ ਸਕਦੀ। ਜਦੋਂ ਪਤੀ ਹੀ ਨਹੀਂ ਤੇ ਸੁਹਾਗ ਕਿੱਥੇ? ਕਾਹਦਾ ਸੁਹਾਗ? ਪਤੀ ਦੇ ਨਾਲ ਹੀ ਬੀਬੀ ਸ੍ਰੇਸ਼ਟ ਸੁਭਾਗਵਤੀ ਹੁੰਦੀ ਹੈ। ਜਿਵੇਂ ਭਰਤ ਬਿਹੂਨ ਕਹਾ ਸੁਹਾਗ, ਪਤੀ ਤੋਂ ਬਿਨਾਂ ਬੀਬੀ ਦਾ ਸੁਹਾਗ ਨਹੀਂ ਹੋ ਸਕਦਾ। ਇਸੇ ਪ੍ਰਕਾਰ ਪਤੀ ਤੋਂ ਬਿਹੂਨ ਜੇ ਕੋਈ ਬਾਹਰ ਮੋਹ ਲਾਉਣ ਦਾ, ਨੇਹੋ ਲਾਉਣ ਦਾ ਯਤਨ ਕਰੇ ਤੇ ਮੁਆਫ ਕਰਨਾ, ਉਹ ਕੁਲੱਖਣੀ ਤੇ ਅਖਵਾ ਸਕਦੀ ਹੈ, ਸੁਲੱਖਣੀ ਨਹੀਂ ਅਖਵਾ ਸਕਦੀ। ਹਜ਼ੂਰ ਫਰਮਾਵਣਾ ਕਰਦੇ ਨੇ, ਸਕੇ ਸੰਬੰਧੀ ਇਤਿਆਦਿਕ ਚਾਹੇ ਸਾਥ ਦੇਣ ਵਾਲੇ ਸਰੀਰ ਦੁਨੀਆ ਦੇ ਅੰਦਰ ਬੇਅੰਤ ਹੋਣ, ਉਹ ਸੰਗੀ ਸਾਥੀ ਹੋ ਸਕਦੇ ਨੇ, ਮਿੱਤਰ ਹੋ ਸਕਦੇ ਨੇ, ਸੰਬੰਧੀ ਹੋ ਸਕਦੇ ਨੇ, ਪਰ ਸੁਹਾਗ ਨਹੀਂ ਹੋ ਸਕਦਾ। ਸੁਹਾਗ ਕੇਵਲ ਤਾਂ ਕੇਵਲ ਪਤੀ ਹੀ ਹੁੰਦਾ ਹੈ। ਇਸੇ ਪ੍ਰਕਾਰ ਦੁਨੀਆ ਦੇ ਅੰਦਰ ਰਹਿੰਦਿਆਂ ਹੋਇਆ ਜੀਵ ਮੰਤਰਾਂ ਦਾ ਜਪ ਕਰ ਲਵੇ, ਤਪ ਕਰ ਲਵੇ, ਜੰਗਲਾਂ ਵਿੱਚ ਭਰਮਦਾ ਫਿਰੇ, ਬੇਅੰਤ ਸਾਧਨ ਕਰ ਲਵੇ, ਪਰ ਵਾਹਿਗੁਰੂ ਜੀ ਦੀ ਪ੍ਰਾਪਤੀ ਤੋਂ ਬਿਨਾਂ ਜੀਵ ਜਿਹੜਾ ਹੈ ਇਹ ਸੁਹਾਗ ਦੇ ਸਹਿਤ ਨਹੀਂ ਹੁੰਦਾ, ਕਿਉਂਕਿ ਸਭਨਾ ਦਾ ਖਸਮ ਤੇ ਵਾਹਿਗੁਰੂ ਹੀ ਹੈ ਨਾ। ਸੱਚ ਸਭਨਾ ਕਾ ਖਸਮ ਹੈ, ਉਹ ਸੱਚਾ ਸਾਹਿਬ ਹੀ ਸਭਨਾ ਦਾ ਖਸਮ ਹੈ। ਉਸ ਤੋਂ ਬਿਨਾਂ ਜੀਵ ਆਤਮਾ ਜੋ ਸੁਹਾਗਵਤੀ ਨਹੀਂ ਹੁੰਦੀ ਹੈ। ਤੇ ਅਕਾਲ ਪੁਰਖ ਵਾਹਿਗੁਰੂ ਜੀ ਹੀ ਸਭਨਾ ਦੇ ਪ੍ਰੀ ਪਰਮੇਸ਼ਰ ਪਤੀ ਨੇ, ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਪ੍ਰਾਪਤ ਕੀਤਾ, ਉਹ ਸੁਹਾਗ ਵਾਲੇ ਨੇ। ਜਿਵੇਂ ਬੀਬੀ ਪਤੀ ਤੋਂ ਬਿਨਾਂ ਸੁਹਾਗ ਵਾਲੀ ਨਹੀਂ, ਇਸੇ ਪ੍ਰਕਾਰ ਨਾਮ ਤੋਂ ਬਿਨਾਂ ਜਿਹੜਾ ਮੁਖ ਹੈ ਉਹ ਸੁਭਾਗਾ ਨਹੀਂ, ਉਹ ਸੋਹਣਾ ਨਹੀਂ, ਉਹ ਵਡਿਆਈ ਵਾਲਾ ਨਹੀਂ, ਉਹ ਆਭਾ ਵਾਲਾ ਨਹੀਂ, ਉਹ ਪ੍ਰਫੁੱਲਤਤਾ ਵਾਲਾ ਨਹੀਂ ਹੈ ਜੀ। ਨਾਮ ਵਿਸਾਰ ਲਗੈ ਅਨਸਵਾਏ। ਤੇ ਜਿਹੜੇ ਜੀਵ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਛੱਡ ਕਰਕੇ ਅਨ ਸਵਾਏ, ਅਨ ਦਾ ਭਾਵ ਹੈ ਹੋਰ, ਸਵਾਏ ਦਾ ਭਾਵ ਹੈ ਸਵਾਰਥ, ਹੋਰਨਾ ਸਵਾਰਥਾਂ ਵਿੱਚ ਲੱਗੇ ਨੇ। ਕੋਈ ਖਾਣ ਦੇ ਵਿੱਚ ਲੱਗਾ ਹੈ, ਕੋਈ ਜੋੜਨ ਦੇ ਵਿੱਚ ਲੱਗਾ ਹੈ, ਕੋਈ ਹੰਡਾਉਣ ਦੇ ਵਿੱਚ ਲੱਗਾ ਹੈ, ਕੋਈ ਭੋਗਣ ਦੇ ਵਿੱਚ ਲੱਗਾ ਹੈ, ਕੋਈ ਇਕੱਤਰ ਕਰਨ ਦੇ ਵਿੱਚ ਲੱਗਾ ਹੈ। ਇਸੇ ਪ੍ਰਕਾਰ ਕੋਈ ਜੜ ਮਾਇਆ ਤੇ ਕੋਈ ਚੇਤਨ ਮਾਇਆ ਦੇ ਪਿੱਛੇ ਦੌੜ ਰਿਹਾ ਹੈ। ਤੇ ਹਜ਼ੂਰ ਜੀ ਫਰਮਾਵਣਾ ਕਰਦੇ ਨੇ, ਨਾਮ ਨੂੰ ਵਿਸਾਰ ਕਰਕੇ ਜਿਤਨੇ ਵੀ ਵਿਵਹਾਰਾਂ ਦੇ ਅੰਦਰ ਜੀਵ ਲੱਗਾ ਹੋਇਆ ਹੈ, ਇਸੇ ਪ੍ਰਕਾਰ ਨਾਮ ਵਿਸਾਰ ਲਗੈ ਅਨਸਵਾਏ। ਨਾਮ ਨੂੰ ਵਿਸਾਰ ਕਰਕੇ ਹੋਰਨਾਂ ਸਾਧਨਾ ਦੇ ਜਲ ਧਾਰਿਆਂ, ਧੂਣੀਆਂ, ਤਪਾਨ ਇਤਿਆਦਿਕ ਦੇ ਵਿੱਚ ਹੀ ਲੱਗਾ ਹੋਇਆ ਹੈ। ਵਾਹਿਗੁਰੂ ਜੀ ਦੇ ਗੁਰਮੰਤਰ ਨਾਮ ਨੂੰ ਛੱਡ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਹੋਰ ਅਨਮਤੀਆਂ ਤੋਂ ਮੰਤਰ ਲੈ ਕਰਕੇ ਜਾਪ ਕਰਦਾ ਪਿਆ ਹੈ। ਲੱਗਾ ਹੈ ਅਨਸਵਾਏ, ਹੋਰ ਨਹੀਂ ਸਵਾਰਥਾਂ ਵਿੱਚ ਲੱਗ ਗਿਆ। ਜੇ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ, ਸ਼ਕਤੀਆਂ ਪ੍ਰਾਪਤ ਹੋ ਜਾਣ, ਮੈਨੂੰ ਵੀ ਮੱਥੇ ਟਿਕਦੇ ਹੋਣ, ਮੈਨੂੰ ਵੀ ਪੈਸੇ ਲੋਕੀ ਆ ਕਰਕੇ ਚੜਾਉਣ, ਮੇਰੀ ਵੀ ਪੂਜਾ ਹੋਵੇ, ਹਜ਼ੂਰ ਫਰਮਾਵਣਾ ਕਰਦੇ ਇਹ ਅਨਸਵਾਏ ਕਾਰਜ ਨੇ। ਸਿੱਧਾਂ ਨੇ ਸਾਧ ਸੰਗਤ ਜੀ ਬੜੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ, ਪਰ ਆਪਣੀ ਹੀ ਪੂਜਾ ਵਿੱਚ ਲੱਗੇ ਰਹੇ, ਪਰਮਾਤਮਾ ਜੀ ਦੀ ਪ੍ਰਾਪਤੀ ਤੋਂ ਸਖਣੇ ਰਹਿ ਗਏ। ਇਸ ਕਰਕੇ ਅਨਸਵਾਏ ਦੇ ਵਿੱਚ ਲੱਗ ਕਰਕੇ ਕ੍ਰੋਧ ਤੇ ਈਰਖਾ ਦੀ ਅੱਗ ਦੇ ਵਿੱਚ ਹੀ ਸੜਦੇ ਰਹੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਹੜੇ ਨਾਮ ਤੋਂ ਹੀਣੇ ਨੇ, ਹੋਰ ਸਵਾਰਥਾਂ ਦੇ ਅੰਦਰ ਲੱਗੇ ਹੋਏ ਨੇ। ਤਾਂ ਕੀ ਆਸ ਨਾ ਪੂਜੈ ਕਾਏ। ਉਹਨਾਂ ਦੀ ਕੋਈ ਆਸਾ ਜਿਹੜੀ ਹੈ ਉਹ ਪੂਜੈ ਪੁੱਗਦੀ ਨਹੀਂ ਹੈ, ਪੂਜੈ ਪੁੱਜਦੀ ਨਹੀਂ ਹੈ, ਪੂਰੀ ਨਹੀਂ ਹੁੰਦੀ ਹੈ। ਮਨ ਕੀ ਮਨ ਹੀ ਮਾਹੀ ਰਹੀ। ਮਨ ਦੀਆਂ ਖਵਾਹਿਸ਼ਾਂ ਅਧੂਰੀਆਂ ਮਨ ਦੇ ਵਿੱਚ ਲੈ ਕੇ ਦੁਨੀਆ ਤੋਂ ਖਾਲੀ ਹੱਥ ਨੰਗੇ ਪੈਰੀ ਤੁਰ ਜਾਂਦੇ ਨੇ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਖਰਾ ਭਿਆਨਕ ਡਰਾਵਣੇ ਵਰਗਾ ਫਿਰ ਦਿਸਦਾ ਹੈ, ਕਿਉਂਕਿ ਨਾਮ ਰੂਪੀ ਬਸਤਰ ਤੇ ਮਿਲਿਆ ਹੀ ਨਹੀਂ। ਜਿਉਂਦੇ ਜੀ ਨਾਮ ਜੂ ਨਹੀਂ ਜਪਿਆ, ਨਾਮ ਰੂਪੀ ਵਾਹਿਗੁਰੂ ਜੀ ਦਾ ਧਨ ਇਕੱਤਰ ਕੀਤਾ ਹੀ ਨਹੀਂ, ਦੌਲਤ ਇਕੱਠੀ ਕੀਤੀ ਨਹੀਂ, ਧਨ ਖਟਿਆ ਹੀ ਨਹੀਂ, ਅਨ ਸਵਾਏ ਦੇ ਵਿੱਚ ਜੂ ਲੱਗਾ ਰਿਹਾ, ਹੋਰਨਾਂ ਪ੍ਰਯੋਜਨਾਂ ਦੇ ਅੰਦਰ ਜੂ ਲੱਗਾ ਰਿਹਾ। ਇਸ ਕਰਕੇ ਹਜ਼ੂਰ ਫਰਮਾਵਣਾ ਕਰਦੇ ਨੇ, ਇਸੇ ਪ੍ਰਕਾਰ ਤਾਂ ਕੀ ਆਸ ਨਾ ਪੂਜੈ ਕਾਏ। ਕਬੀਰ ਵਿਕਾਰ ਹੈ ਚਿਤਵਤੇ, ਝੂਠੇ ਕਰਤੇ ਆਸ। ਜਿਹੜੇ ਝੂਠੇ ਪੁਰਸ਼ ਨੇ ਵਿਕਾਰਾਂ ਦੀ ਚਿਤਵਨੀ ਲੈ ਕਰਕੇ ਤੇ ਹਰ ਵੇਲੇ ਵਿਕਾਰ ਭੋਗਣ ਦੀ ਇੱਛਾ ਕਰਦੇ ਨੇ। ਇਸੇ ਪ੍ਰਕਾਰ ਝੂਠਾ ਕਰਤੇ ਆਸ, ਝੂਠੇ ਨਾਸ਼ਵਾਨ ਪਦਾਰਥਾਂ ਨੂੰ ਹੀ ਪ੍ਰਾਪਤ ਕਰਨੇ ਦੀ ਇੱਛਾ ਧਾਰਨ ਕਰਕੇ ਰੱਖਦੇ ਨੇ। ਮਨੋਰਥ ਕੋਈ ਨਾ ਪੂਰਿਓ, ਉਹਨਾਂ ਦੇ ਜਿਹੜੇ ਮਨ ਦੇ ਮਨੋਰਥ, ਮਨ ਦੀਆਂ ਕਾਮਨਾਵਾਂ ਨੇ, ਉਹ ਪੂਰੀਆਂ ਨਹੀਂ ਹੁੰਦੀਆਂ। ਝਾਲੇ ਊਠ ਨਿਰਾਸ, ਦੁਨੀਆ ਤੋਂ ਨਿਰਾਸ ਨਿਰਾਸ ਹੋ ਕਰਕੇ ਖਾਲੀ ਹੀ ਉੱਠ ਜਾਂਦੇ ਨੇ। ਹਜ਼ੂਰ ਫਰਮਾਵਣਾ ਕਰਦੇ ਨੇ, ਇਸ ਪ੍ਰਕਾਰ ਵਾਹਿਗੁਰੂ ਜੀ ਦੀ ਬੰਦਗੀ ਛੱਡ ਕਰਕੇ, ਨਾਮ ਦਾ ਸਿਮਰਨ ਛੱਡ ਕੇ ਜਿਹੜੇ ਹੋਰ ਸਵਾਰਥਾਂ ਵਿੱਚ ਲੱਗੇ ਨੇ,
ਉਹਨਾਂ ਦੇ ਮਨ ਦੀਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ, ਮਨ ਦੇ ਮਨੋਰਥ ਸਿੱਧ ਨਹੀਂ ਹੁੰਦੇ ਹਨ ਜੀ। ਕਰ ਕਿਰਪਾ ਪ੍ਰਭ ਆਪਣੀ ਦਾਤ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਝੂਠੇ ਪਦਾਰਥਾਂ ਦੇ ਮੋਹ ਦੇ ਵਿੱਚ ਖਚਤ ਨਾ ਹੋਈਏ, ਗਲਤਾਨ ਨਾ ਹੋਈਏ, ਜੜ ਮਾਇਆ ਤੇ ਚੇਤਨ ਮਾਇਆ ਦਾ ਮੋਹ ਸਾਨੂੰ ਕੋਹੇ ਨਾ। ਇਸ ਦੇ ਵਾਸਤੇ ਕੀ ਯਤਨ ਕਰੀਏ? ਤੇ ਹਜ਼ੂਰ ਫਰਮਾਉਂਦੇ ਨੇ ਸਤਿਗੁਰੂ ਜੀ ਦੇ ਅੱਗੇ ਸਦਾ ਅਰਦਾਸ ਕਰਦੇ ਰਹਿਣਾ ਹੈ। ਸਦਾ ਅਰਦਾਸ, ਸਦਾ ਬੇਨਤੀ, ਸਿਮਰ ਹੋ ਕਰਕੇ ਜੋਦੜੀ ਕਰਦੇ ਰਹਿਣਾ ਹੈ। ਸੋ ਕੀ ਬੇਨਤੀ ਕਰਨੀ? ਇਸੇ ਪ੍ਰਕਾਰ ਕਰ ਕਿਰਪਾ ਪ੍ਰਭ ਆਪਣੀ ਦਾਤ। हे ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਰ ਕਿਰਪਾ ਸਾਡੇ ਉੱਪਰ ਆਪਣੀ ਕਿਰਪਾਲਤਾ ਦਇਆ ਦ੍ਰਿਸ਼ਟੀ ਧਾਰਨ ਕਰਕੇ ਆਪਣੇ ਨਾਮ ਦੀ ਦਾਤ ਸਾਨੂੰ ਬਖਸ਼ ਦੇਵੋ। ਮਹਾਰਾਜ ਆਪ ਜੀ ਦੇ ਦਰ ਤੇ ਭਿਖਾਰੀ ਹਾਂ। ਕਰਤਾ ਤੂੰ ਮੇਰਾ ਜਜਮਾਨ। हे ਕਰਤਾ ਪੁਰਖ ਵਾਹਿਗੁਰੂ ਜੀ, ਕਰਤਾ ਪੁਰਖ ਦੇ ਸਰਗੁਣ ਸਰੂਪ 10 ਪਾਤਸ਼ਾਹੀ 10 ਸਤਿਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਸਾਡੇ ਜਜਮਾਨ ਹੋ। ਅਸੀਂ ਆਪ ਜੀ ਦੇ ਦਰ ਦੇ ਡੂਮ ਹਾਂ, ਮਰਾਸੀ ਹਾਂ ਤੁਹਾਡੇ ਦਰ ਤੇ। ਇੱਕ ਦਖਣਾ ਹਉ ਤੈ ਪਹਿ ਮੰਗੋ। ਆਪ ਜੀ ਦੇ ਪਾਸੋਂ ਇੱਕ ਦਕਸ਼ਣਾ, ਇੱਕ ਦਾਨ ਮੰਗਦੇ ਹਾਂ, ਦੇਹੋ ਆਪਣਾ ਨਾਮ। ਕਿਰਪਾਲਤਾ ਕਰਕੇ ਨਾਮ ਰੂਪੀ ਭਿਖਿਆ, ਨਾਮ ਰੂਪੀ ਦਕਸ਼ਣਾ ਸਾਨੂੰ ਦੇ ਦੇਵੋ। हे ਸਤਿਗੁਰੂ ਪਰਮ ਕਿਰਪਾਲੂ ਜੀ, ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੋ ਜੀ। ਨਾਨਕ ਨਾਮ ਜਪੈ ਦਿਨ ਰਾਤ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਪਿਆਰਿਓ, ਅਸੀਂ ਵੀ ਉਸ ਪਰਮੇਸ਼ਰ ਜੀ ਦੇ ਨਾਮ ਨੂੰ ਦਿਨ ਰਾਤ ਜਪਣਾ ਕਰਦੇ ਹਾਂ। ਇਸੇ ਪ੍ਰਕਾਰ ਨਾਨਕ ਨਾਮ ਜਪੈ ਦਿਨ ਰਾਤ। ਆਦ ਸਮੇਂ ਤੋਂ ਜਿਤਨੇ ਭਗਤ ਹੋਏ ਨੇ ਨਾ ਗੁਰਸਿੱਖੋ, ਉਹਨਾਂ ਨੇ ਦਿਨ ਰਾਤ 8 ਪਹਿਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਅਰਾਧਿਆ ਹੈ। ਇਸੇ ਪ੍ਰਕਾਰ ਨਾਨਕ ਨਾਮ ਜਪੈ ਦਿਨ ਰਾਤ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ। ਸਿੱਖੋ ਅਰਦਾਸਾਂ ਬੇਨਤੀਆਂ ਕਰਦੇ ਗੁਰ ਚਰਨਾਂ ਦੇ ਨਾਲ ਜੁੜਿਆ ਹੋਇਆ ਰਾਤ ਦਿਨ ਨਾਮ ਜਪਦੇ ਰਹੋ, ਕਦੇ ਵਿਸਾਰਨਾ ਨਹੀਂ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਸ ਪ੍ਰਕਾਰ 8 ਪਹਿਰ ਬੰਦਗੀ ਦੇ ਵਿੱਚ ਹੀ ਲੱਗੇ ਰਹਿਣਾ ਹੈ। ਸਾਧ ਸੰਗਤ ਜੀ, ਭਾਵੇਂ ਕਥਾ ਦੇ ਨਿਯਤ ਸਮੇਂ ਦੀ ਸਮਾਪਤੀ ਹੈ, ਪਰ ਅੱਜ ਗੁਰਮੁਖ ਪਿਆਰੇ ਪ੍ਰਬੰਧਕ ਜਨਾਂ ਵੱਲੋਂ ਹੁਕਮ ਆਇਆ ਹੈ, ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਨਹੀਂ ਹੋਣੀ ਹੈ। ਇਸ ਕਰਕੇ 9:10 ਤੱਕ ਕਥਾ ਵਿਚਾਰ ਜੋ ਹੈ ਅਸੀਂ ਸਤਿਗੁਰੂ ਜੀ ਦੇ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਾਂਗੇ। ਇੱਕ ਸ਼ਬਦ ਦੀ ਵਿਚਾਰ ਸੂਖਸ਼ਮ ਰੂਪ ਦੇ ਅੰਦਰ ਹੋਰ ਸਰਵਣ ਕਰੀਏ। ਗੌੜੀ ਮਹੱਲਾ ਪੰਜਵਾ। ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀ। ਤੂੰ ਸਮਰੱਥ, ਤੂੰ ਹੈ ਮੇਰਾ ਸੁਆਮੀ। ਇਹ ਸੱਚੇ ਪਾਤਸ਼ਾਹ ਜੀ, ਅਸੀਂ ਤੇ ਇੰਨੇ ਅਲਪਾਗਾਂ, ਆਪ ਜੀ ਬਚਨ ਕਰਦੇ ਹੋ ਅਰਦਾਸਾਂ ਕਰੋ ਤੇ ਅਰਦਾਸਾਂ ਕਰਕੇ ਨਾਮ ਦੀ ਦਾਤ ਮੰਗੋ। ਅਰਦਾਸ ਕਰਨੀ ਸੱਚੇ ਪਾਤਸ਼ਾਹ 8 ਪਹਿਰ ਨਾਮ ਜਪਦੇ ਰਹੀਏ, ਨਾਮ ਕਦੇ ਭੁੱਲੇ ਨਾ। ਪਰ ਸਾਡੀ ਤਾਂ ਮਾਤੀ ਐਸੀ ਕਮਲੀ ਹੈ, ਐਸੇ ਅਲਪੱਗ ਮਸਤਾਨੇ ਆ ਅਸੀਂ। ਮਹਾਰਾਜ ਜੀ ਐਸੇ ਭੁੱਲੜ ਅਗਿਆਤ ਆ ਅਸੀਂ, ਸਾਨੂੰ ਤੇ ਬੇਨਤੀਆਂ ਕਰਨੀਆਂ ਵੀ ਨਹੀਂ ਆਉਂਦੀਆਂ। ਬੇਨਤੀਆਂ ਕਰੀਏ ਕਿਵੇਂ? ਕਿਰਪਾ ਕਰਕੇ ਸਾਨੂੰ ਬੇਨਤੀਆਂ ਕਰਨੇ ਦੀ ਜਾਚ ਹੀ ਦੱਸ ਦਿਓ ਕਿ ਨਾਮ ਦੀ ਦਾਤ ਪ੍ਰਾਪਤ ਕਰਨ ਵਾਸਤੇ ਬੇਨਤੀਆਂ ਕਿਵੇਂ ਕਰੀਦੀਆਂ ਨੇ ਸਾਹਿਬ ਜੀ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸਿੱਖੋ ਐਵੇਂ ਅਰਦਾਸ ਕਰਨੀ ਏ, ਸੱਚੇ ਪਾਤਸ਼ਾਹ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ, ਤੂੰ ਸਮਰੱਥ, ਆਪ ਜੀ ਸਰਬ ਕਲਾ ਸਮਰੱਥ ਹੋ। ਦੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਮਹਾਰਾਜ ਸਾਡਾ ਹਿਰਦਾ ਤੇ ਕੱਚੇ ਪਾਰੇ ਵਾਂਗੂ ਡੋਲਦਾ ਹੈ, ਦੀਵੇ ਦੀ ਲਾਟ ਵਾਂਗੂ ਡੋਲਦਾ ਹੈ। ਇਸ ਨੂੰ ਡੋਲਣ ਤੋਂ ਰੱਖ ਲਵੋ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਸੱਚੇ ਸਾਹਿਬ ਜੀ, ਤੂੰ ਹੈ ਮੇਰਾ ਸੁਆਮੀ। ਆਪ ਜੀ ਹੀ ਸਾਡੇ ਮਾਲਕ ਹੋ, ਆਪ ਜੀ ਹੀ ਸਾਡੇ ਸਾਹਿਬ ਹੋ, ਆਪ ਜੀ ਹੀ ਸਾਡੇ ਦਾਤਾ ਸਰੂਪ ਹੋ। ਸਰਬ ਕਲਾ ਸਮਰੱਥ ਵੀ ਆਪ, ਸਾਡੇ ਮਨ ਦੇ ਸੁਆਮੀ, ਸਾਡੇ ਤਨ ਦੇ ਮਾਲਕ, ਇਸੇ ਪ੍ਰਕਾਰ ਸਾਡੀ ਆਤਮਾ ਦੇ ਮਾਲਕ, ਮਨ ਬਾਣੀ ਸਰੀਰਕ ਦੇ ਮਾਲਕ ਆਪ ਜੀ ਹੋ। ਆਪ ਜੀ ਗਰੀਬ ਨਵਾਜ ਸਾਹਿਬ ਜੀ ਸਾਡੇ ਰਖਵਾਲਾ ਰੂਪ ਵੀ ਹੋ, ਸਾਡੇ ਸਾਹਿਬ ਰੂਪ ਵੀ ਹੋ, ਸਾਡੇ ਗੁਰੂ ਸਰੂਪ ਵੀ ਹੋ ਤੇ ਸਾਡੇ ਪਰਮੇਸ਼ਵਰ ਸਰੂਪ ਵੀ ਹੋ। ਸਰਬ ਕਲਾ ਸਮਰੱਥ ਜੀਓ। ਸਭ ਕਿਛ ਤੁਮ ਤੇ ਤੂੰ
ਅੰਤਰਜਾਮੀ। ਆਪ ਜੀ ਦਿਲਾਂ ਦੀਆਂ ਬੁੱਝਣਹਾਰ, ਦਿਲਾਂ ਦੇ ਜਾਨੀ ਹੋ। ਅੰਤਰਜਾਮੀ, ਅੰਦਰ ਦੀ ਜਾਣਨ ਵਾਲੇ। ਸਭ ਕਿਛ ਤੁਮ ਤੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਅਸੀਂ ਅੱਜ ਤੱਕ ਜੋ ਵੀ ਪਦਾਰਥ ਅਥਵਾ ਸੁੱਖ ਪ੍ਰਾਪਤ ਕੀਤੇ ਨੇ, ਸਭ ਕੁਝ ਤੁਮ ਤੇ ਆਪ ਤੋਂ ਹੀ ਪ੍ਰਾਪਤ ਕੀਤੇ ਨੇ। ਆਪ ਜੀ ਤੋਂ ਬਿਨਾਂ ਸੱਚੇ ਪਾਤਸ਼ਾਹ ਕੋਈ ਸੁੱਖਾਂ ਦਾ ਦਾਤਾ ਨਹੀਂ। ਮਹਾਰਾਜ, ਜਿਤਨੇ ਪਦਾਰਥਾਂ ਨੂੰ ਅਸਾਂ ਨੇ ਖਾਇਆ ਪੀਤਾ ਭੋਗਿਆ ਹੈ ਨਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਆਪ ਜੀ ਦੇ ਪਦਾਰਥਾਂ ਨੂੰ ਹੀ ਖਾਣਾ ਕੀਤਾ ਹੈ, ਆਪ ਜੀ ਦੀਆਂ ਬਖਸ਼ਿਸ਼ਾਂ ਨੂੰ ਅੱਗੇ ਵੀ ਖਾਣਾ ਹੈ। ਮਹਾਰਾਜ ਗਰੀਬ ਨਵਾਜ ਜੀ, ਸਭ ਕੁਛ ਤੁਮ ਤੇ। ਇਹ ਜਿਤਨੇ ਵੀ ਕਰੋੜਾ ਬ੍ਰਹਿਮੰਡ ਤੇ ਅਸੰਖਾਂ ਜੀਵ ਪੈਦਾ ਹੋਏ ਨੇ ਨਾ, ਇਹ ਸਾਰੇ ਖੰਡ ਬ੍ਰਹਿਮੰਡ ਆਪ ਜੀ ਦੇ ਫੁਰਨੇ ਮਾਤਰ ਦੇ ਨਾਲ ਹੀ ਪ੍ਰਗਟ ਹੋ ਗਏ, ਤੇ ਸਾਰੇ ਜੀਵ ਆਪ ਜੀ ਤੋਂ ਹੀ ਜੋ ਪ੍ਰਗਟ ਹੋਏ ਪੈਦਾ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਭ ਕੁਛ ਤੁਮ ਤੇ। ਸਭ ਕੁਛ ਜਿਤਨੇ ਵੀ ਪਦਾਰਥ ਜੀਵ ਇਤਿਆਦਿਕ ਪ੍ਰਾਪਤ ਕਰਦੇ ਨੇ, ਆਪ ਜੀ ਦੇ ਦਰ ਤੋਂ ਹੀ ਮੰਗ ਕਰਕੇ ਲੈਂਦੇ ਨੇ। ਸੱਚੇ ਸਾਹਿਬ, ਆਪ ਦਾਤਾ ਜੂ ਹੋਏ। ਦੱਤਾ ਦਾਤਾ ਏਕ ਹੈ, ਸਭ ਕਉ ਦੇਵਨਹਾਰ। ਦੇਂਦੇ ਟੋਟ ਨਾ ਆਵਈ, ਅਗੰਤ ਭਰੇ ਭੰਡਾਰ। ਸਭ ਕੁਛ ਜਿਤਨੇ ਵੀ ਜੀਵ ਨੇ, ਤੁਮ ਤੇ ਆਪ ਜੀ ਦੇ ਪਾਸੋਂ ਹੀ ਸਾਰੀਆਂ ਦਾਤਾਂ ਪ੍ਰਾਪਤ ਕਰਦੇ ਨੇ। ਆਪ ਜੀ ਦੇ ਪਾਸੋਂ ਹੀ ਸੁੱਖਾਂ ਦੀਆਂ ਦਾਤਾਂ ਪ੍ਰਾਪਤ ਕਰਦੇ ਨੇ। ਸੱਚੇ ਪਾਤਸ਼ਾਹ, ਆਪ ਜੀ ਅੰਦਰ ਦੀਆਂ ਜਾਣਨ ਵਾਲੇ ਹੋ, ਅੰਤਰਜਾਮੀ ਹੋ। ਹਰ ਇੱਕ ਦੇ ਹਿਰਦੇ ਦੀ ਜਾਣ ਕਰਕੇ ਤਿੰਨਾਂ ਦੀਆਂ ਸ਼ੁਭ ਕਾਮਨਾਵਾਂ ਸਭਨਾਂ ਦੀਆਂ ਹੀ ਪੂਰਨ ਕਰਨ ਵਾਲੇ ਹੋ ਜੀ। ਪਾਰ ਬ੍ਰਹਮ ਪੂਰਨ ਜਨ ਓਟ। ਹੇ ਪਾਰ ਬ੍ਰਹਮ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਆਦ ਅੰਤ ਤੋਂ ਰਹਿਤ, ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਬ੍ਰਹਮ ਸਰੂਪ ਜੀਓ। ਪੂਰਨ ਜਨ ਓਟ। ਆਪ ਜੀ ਜ਼ਰੇ ਜ਼ਰੇ ਦੇ ਅੰਦਰ ਪੂਰਨ ਹੋ ਰਹੇ ਹੋ, ਵਸੇ ਹੋਏ ਹੋ। ਇਸੇ ਪ੍ਰਕਾਰ ਪੂਰਨ ਤੋਂ ਭਾਵ ਹੈ ਮੁਕੰਮਲ, ਕੰਪਲੀਟ। ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਜਿਹੜੇ ਜਨ ਨੇ ਨਾ, ਉਹਨਾਂ ਨੂੰ ਪੂਰਨ ਰੂਪ ਦੇ ਵਿੱਚ, ਮੁਕੰਮਲ ਰੂਪ ਦੇ ਵਿੱਚ ਆਪ ਜੀ ਦੀ ਹੀ ਓਟ ਹੈ, ਆਪ ਜੀ ਦਾ ਹੀ ਆਸਰਾ ਹੈ। ਹੇ ਪਾਰ ਬ੍ਰਹਮ ਪੂਰਨ ਪਰਮੇਸ਼ਰ ਜੀ, ਆਪ ਪੂਰੇ ਹੋ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਮਹਾਰਾਜ, ਆਪ ਹੀ ਪੂਰਨ ਪੂਰੇ ਹੋ, ਤੇ ਆਪ ਜੀ ਹੀ ਪੂਰਾ ਸਰੂਪ ਹੋ ਕਰਕੇ ਜਨਾਂ ਦੇ ਹਿਰਦੇ ਦਾ ਆਧਾਰ, ਮਨ ਦੀ ਓਟ ਹੋ। ਇਸੇ ਪ੍ਰਕਾਰ ਪਾਰ ਬ੍ਰਹਮ ਪਰਮੇਸ਼ਰ ਜੀ, ਆਪ ਜੀ ਪੂਰਨ ਸਭਨਾਂ ਦੇ ਪੇਟ ਦੀ ਪੂਰਤੀ ਕਰਨ ਵਾਲੇ ਹੋ। ਰਿਜ਼ਕ ਦੇ ਕਰਕੇ ਪੇਟ ਢਿੱਡ ਸਭਨਾਂ ਦੇ ਆਪ ਜੀ ਹੀ ਭਰਦੇ ਹੋ, ਆਪਣੇ ਜਨਾਂ ਦੀ ਆਪ ਹੀ ਓਟ ਹੋ। ਸੋ ਪਾਰ ਬ੍ਰਹਮ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮਾਤਮਾ ਜੀ, ਜਿਨ੍ਹਾਂ ਨੇ ਆਪ ਜੀ ਦੀ ਓਟ ਤੱਕੀ ਹੈ, ਆਪ ਜੀ ਨੇ ਉਹਨਾਂ ਦੇ ਹਿਰਦੇ ਦੇ ਅੰਦਰ ਪੂਰਨ ਰੂਪ ਦੇ ਅੰਦਰ ਸੁਖ ਬਖਸ਼ਿਆ ਹੈ। ਹਿਰਦੇ ਨੇ ਹੀ ਸੁੱਖਾਂ ਦਾ ਖਜ਼ਾਨਾ, ਸੁੱਖਾਂ ਦਾ ਭੰਡਾਰ ਬਣਾ ਦਿੱਤਾ ਹੈ। ਪੂਰਨ ਜਨ ਓਟ। ਸੱਚੇ ਪਾਤਸ਼ਾਹ, ਜਿਨ੍ਹਾਂ ਜਨਾਂ ਨੇ ਆਪ ਜੀ ਦੀ ਓਟ ਲਈ ਹੈ, ਆਪ ਜੀ ਨੇ ਤਿੰਨਾਂ ਨੂੰ ਪੂਰਨ ਕਰ ਦਿੱਤਾ ਹੈ, ਉਹਨਾਂ ਦੇ ਅਧੂਰੇਪਨ ਨੂੰ ਮੇਟ ਦਿੱਤਾ ਹੈ। ਆਪਣੇ ਨਾਲ ਅਭੇਦਤਾ ਬਖਸ਼ਿਸ਼ ਕਰਕੇ, ਅਭੇਦਤਾ ਆਪਣੇ ਵਿੱਚ ਉਹਨਾਂ ਨੂੰ ਭੇਦ ਕਰ ਲੈਣਾ ਕੀਤਾ ਹੈ, ਆਪਣੇ ਵਿੱਚ ਮਿਲਾ ਲੈਣਾ ਕੀਤਾ ਹੈ। ਪੂਰਨ ਮੁਕੰਮਲ ਅਵਸਥਾ ਜੋ ਬ੍ਰਹਮ ਗਿਆਨ ਦੀ ਹੈ, ਆਪ ਜੀ ਨੇ ਤਿੰਨਾਂ ਨੂੰ ਬਖਸ਼ਿਸ਼ ਕਰ ਦੇਣਾ ਕੀਤੀ ਹੈ ਜੀ। ਤੇਰੀ ਸਰਣ ਉਧਰਹਿ ਜਨ ਕੋਟ। ਤੇ ਸੱਚੇ ਪਾਤਸ਼ਾਹ, ਜਿਹੜੇ ਜਿਹੜੇ ਆਪ ਜੀ ਦੇ ਮੁਬਾਰਕ ਚਰਨਾਂ ਦੀ ਸ਼ਰਨ ਵਿੱਚ ਪੈ ਗਏ ਨਾ, ਉਧਰ ਇਹ ਜਨ ਕੋਟ। ਕੋਟ ਤੋਂ ਭਾਵ ਹੈ ਕਰੋੜ। ਕਈ ਕਰੋੜਾਂ ਜਨ, ਕਈ ਕਰੋੜਾਂ ਜੀਵ, ਉਹ 100 ਕਰੋੜ, 1000 ਕਰੋੜ, ਲੱਖ ਕਰੋੜ, ਅਰਬ ਕਰੋੜ, ਖਰਬ ਕਰੋੜ, ਨੀਲ ਕਰੋੜ, ਪਦਮ ਕਰੋੜ, ਸੰਖ ਕਰੋੜ, ਅਸੰਖ ਕਰੋੜ। ਕਿੰਨੇ ਕਰੋੜ ਨੇ, ਉਹਨਾਂ ਕਰੋੜਾਂ ਦੀ ਗਿਣਤੀ ਨਹੀਂ। ਕਿੰਨੇ ਕੁ ਕਰੋੜਾਂ ਆਪ ਜੀ ਦੀ ਨਜ਼ਰ ਦੇ ਨਾਲ ਉਧਰ ਗਏ, ਉਧਰ ਇਹ ਜਨ ਕੋਟ। ਕਿੰਨੇ ਕੁ ਕਰੋੜਾਂ ਉਧਰ ਗਏ ਸੱਚੇ ਪਾਤਸ਼ਾਹ ਮਹਾਰਾਜ, ਉਹ ਤੇ ਧਿਆਨ ਵਿੱਚ ਵੀ ਨਹੀਂ ਆਉਂਦੇ। ਬੇਅੰਤ ਹੀ ਕਰੋੜਾਂ ਆਪ ਜੀ ਦੀ ਸ਼ਰਨ ਵਿੱਚ ਪੈ ਕਰਕੇ ਉਧਰੇ ਹਨ। ਇਸੇ ਤਰ੍ਹਾਂ ਤੇਰੀ ਸਰਣ ਉਧਰਹਿ ਜਨ ਕੋਟ। ਜਿਹੜੇ ਪ੍ਰਾਣਾਧਾਰੀ ਜੀਵ, ਜਿਹੜੇ ਜਗਿਆਸੂ ਹੋ ਕਰਕੇ, ਜਗਿਆਸਾ ਦੇ ਸਹਿਤ ਹੋ ਕਰਕੇ ਆਪ ਜੀ ਦੇ ਮੁਬਾਰਕ ਚਰਨਾਂ ਦੀ ਸ਼ਰਨ ਵਿੱਚ ਪਏ ਨੇ ਨਾ, ਉਹ ਸੰਸਾਰ ਸਾਗਰ ਤੋਂ ਉਧਰੇ ਤਰ ਗਏ ਨੇ। ਜਨ ਕੋਟ, ਉਹਨਾਂ ਜਨਾਂ ਦੇ ਕੋਟ, ਕਰੋੜਾਂ ਜਨਮਾਂ ਦੇ ਜਿਤਨੇ ਕੀਤੇ ਹੋਏ ਗੁਨਾਹ ਸਨ ਨਾ, ਮਹਾਰਾਜ ਜੀ ਆਪ ਜੀ ਨੇ ਸਾਰੇ ਬਖਸ਼ ਲੈਣਾ ਕੀਤੇ ਨੇ। ਅਸੰਖ ਖਤੇ। ਇਹ ਪਾਠ ਸਾਧ ਸੰਗਤ ਜੀ ਖੱਤੇ ਨਹੀਂ ਕਰਨਾ। ਕਈ ਵਾਰ ਸ਼ਰਵਣ ਕਰਨ ਵਿੱਚ ਆਉਂਦਾ, ਜਦੋਂ ਜਗਿਆਸੂ ਪੜ੍ਹਦੇ ਨੇ ਤੇ ਪੜ੍ਹਦੇ ਨੇ ਜੀ, ਅਸੀਂ ਖੱਤੇ ਬਹੁਤ ਕਮਾਵਦੇ। ਖੱਤਾ ਖੇਤ ਨੂੰ ਕਿਹਾ ਜਾਂਦਾ, ਪੈਲੀ ਨੂੰ, ਜ਼ਮੀਨ ਨੂੰ। ਇੱਥੇ ਭਾਵ ਹੈ ਖਤੇ। ਇਹ
ਅਰਬੀ ਫਾਰਸੀ ਭਾਸ਼ਾ ਦਾ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਖਤਾ ਤੋਂ ਭਾਵ ਹੁੰਦਾ ਗੁਨਾਹ। ਖੱਖੇ ਦੇ ਚਰਨ ਚ ਬਿੰਦੀ ਲੱਗਦੀ ਆ, ਖਤਾ। ਖਤੇ ਤੋਂ ਭਾਵ ਹੁੰਦਾ ਗੁਨਾਹ। ਮਹਾਰਾਜ ਜੀ ਅਸੀਂ ਬੇਅੰਤ ਗੁਨਾਹ ਕਮਾਉਣ ਵਾਲੇ ਗੁਨਾਹ ਹੀ ਗੁਨਾਹ ਕਰਦੇ ਹਾਂ, ਅੰਤ ਨਾ ਪਾਰਾਵਾਰ। ਸਾਡੇ ਤੇ ਗੁਨਾਹ ਇਤਨੇ ਨੇ ਜਿਨ੍ਹਾਂ ਦਾ ਉਰਵਾਰ ਪਾਰ ਅੰਤ ਨਹੀਂ ਹੁੰਦਾ। ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਮ ਪਾਪੀ ਵੱਡ ਗੁਨਹਗਾਰ। ਸੱਚੇ ਪਾਤਸ਼ਾਹ ਆਪ ਜੀ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਬਖਸ਼ ਲਓ, ਅਸੀਂ ਤੇ ਵੱਡੇ ਭਾਰੀ ਗੁਨਾਹਗਾਰ ਹਾਂ। ਜੇ ਸਾਡੇ ਕਰਮਾਂ ਦਾ ਗੁਨਾਹਾਂ ਦਾ ਲੇਖਾ ਕੀਤਾ ਨਾ, ਆਪਣੀ ਕਰਨੀ ਕਰ ਨਰਕ ਹੂ ਨਾ ਪਾਵਾਂ ਠੌਰ, ਤੁਮਰੇ ਬਿਰਦ ਕਰ ਆਸਰੋ ਸਮਾਰਹੁ। ਸੱਚੇ ਪਾਤਸ਼ਾਹ ਫਿਰ ਤੇ ਸਾਨੂੰ ਨਰਕਾਂ 'ਚ ਵੀ ਢੋਈ ਨਹੀਂ ਮਿਲਣੀ, ਫਿਰ ਤੇ ਸਾਨੂੰ ਨਰਕਾਂ ਨੇ ਵੀ ਨਹੀਂ ਝੱਲਣਾ ਹੈ। ਪਰ ਆਪ ਜੀ ਦਾ ਬਿਰਦ ਐਸਾ, ਆਪ ਜੀ ਨੇ ਕਰੋੜਾਂ ਨੂੰ ਉਧਾਰਿਆ ਹੈ। ਤੁਮਰੀ ਸ਼ਰਨ ਉਧਰਹਿ। ਜਿਹੜੇ ਆਪ ਜੀ ਦੀ ਸ਼ਰਨ ਪੈਂਦੇ ਨੇ ਉਹ ਤਰ ਜਾਂਦੇ ਨੇ ਸੰਸਾਰ ਸਾਗਰ ਤੋਂ। ਜਨ ਕੋਟ ਉਹਨਾਂ ਜਨਾਂ ਦੇ ਕਰੋੜਾਂ ਹੀ ਗੁਨਾਹਾਂ ਨੂੰ ਖਿਨ ਮਾਤਰ ਸਮੇਂ ਦੇ ਵਿੱਚ ਆਪ ਜੀ ਬਖਸ਼ ਦੇਣ ਵਾਲੇ ਹੋ। ਰਹਾਉ ਵਿਸਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ, ਜੇ ਤੇ ਜੀ ਤੇ ਸਭ ਤੇਰੇ। ਹੇ ਸੱਚੇ ਪਾਤਸ਼ਾਹ ਜੀ, ਜੇ ਤੇ ਜਿੰਨੇ ਵੀ ਜੀਵ ਇਹ ਸ੍ਰਿਸ਼ਟੀ ਦੇ ਅੰਦਰ ਨਜ਼ਰ ਆਉਂਦੇ ਨੇ ਨਾ, ਤੇ ਇਹ ਸਾਰੇ ਦੇ ਸਾਰੇ ਸਭ ਤੇਰੇ, ਸਾਰੇ ਹੀ ਆਪ ਜੀ ਦੇ ਪੈਦਾ ਕੀਤੇ ਹੋਏ ਨੇ। ਸਭਨਾਂ ਦੇ ਜਨਮਦਾਤਾ ਆਪ ਹੋ, ਪੈਦਾ ਕਰਤਾ ਆਪ ਹੋ। ਮਹਾਰਾਜ ਸਾਰੇ ਆਪ ਜੀ ਤੋਂ ਹੀ ਪ੍ਰਗਟ ਹੋਏ ਹਨ। ਇਸੇ ਪ੍ਰਕਾਰ ਜੇ ਤੇ ਜੀ ਤੇ ਸਭ ਤੇਰੇ। ਜਿਤਨੇ ਵੀ ਜੀਵ ਨਜ਼ਰ ਆਉਂਦੇ ਨੇ ਤੇ ਜਿਹੜੇ ਨਜ਼ਰ ਨਹੀਂ ਵੀ ਆਉਂਦੇ, ਸੂਖਮ ਜੀਵ ਨੇ। ਸੂਖਮ ਤੇ ਸਥੂਲ ਜਿਤਨੇ ਜੀਵ ਨੇ, ਜੀਵ ਤੇ ਜੰਤੂ ਜਿਤਨੇ ਛੋਟੇ ਤੇ ਵੱਡੇ ਨੇ, ਮਹਾਰਾਜ ਇਹ ਸਾਰੇ ਆਪ ਜੀ ਦੇ ਹੀ ਦਿੱਤੇ ਹੋਏ ਪਦਾਰਥਾਂ ਨੂੰ ਖਾਂਦੇ ਨੇ। ਸਭ ਤੇਰੇ, ਸਾਰੇ ਆਪ ਜੀ ਦੇ ਹੀ ਦਿੱਤੇ ਹੋਏ ਸੁੱਖਾਂ ਨੂੰ ਭੋਗਦੇ ਨੇ। ਮਹਾਰਾਜ ਸਭਨਾਂ ਦੇ ਦਾਤਾ ਸਵਰੂਪ ਆਪ ਹੋ। ਇਸੇ ਪ੍ਰਕਾਰ ਜੇ ਤੇ ਜੀ ਤੇ ਸਭ ਤੇਰੇ। ਮਹਾਰਾਜ ਜਿਤਨੇ ਵੀ ਸੂਖਮ ਸਥੂਲ ਸਰੀਰ ਹਨ, ਜੀਵ ਹਨ, ਸਭ ਤੇਰੇ, ਸਾਰੇ ਤੇਰੇ ਹੀ ਆਸਰੇ ਹਨ। ਆਪ ਜੀ ਦੇ ਆਸਰੇ ਸਾਰੇ ਜੀਵ ਨੇ। ਆਪ ਜੀ ਦੇ ਆਸਰੇ ਤੋਂ ਬਿਨਾਂ ਤੇ ਦੂਸਰਾ ਸਾਹ ਵੀ ਨਹੀਂ ਆ ਸਕਦਾ। ਸੱਚੇ ਪਾਤਸ਼ਾਹ ਸਾਰੇ ਆਪ ਜੀ ਦੇ ਭਰੋਸੇ ਕਰਕੇ ਹੀ ਰਹਿੰਦੇ ਨੇ, ਆਪ ਜੀ ਦੇ ਆਸਾ ਦੇ ਕਰਕੇ ਹੀ ਜਿਉਂਦੇ ਨੇ। ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹੱਥ ਤੁਮਾਰੇ। ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਆਪ ਜੀ ਨੇ ਧਾਰਨ ਕੀਤਾ, ਸਹਿਤ ਆਸਰੇ ਦੇ ਕੀਤਾ ਹੈ। ਤੇ ਗਰੀਬ ਨਵਾਜ ਸਾਹਿਬ ਜੀ, ਸਭਨਾਂ ਦੀ ਰਿਜ਼ਕ ਰੂਪੀ ਡੋਰੀ ਵੀ ਤੁਹਾਡੇ ਹੱਥ ਹੈ, ਜ਼ਿੰਦਗੀ ਰੂਪੀ ਡੋਰੀ ਵੀ ਤੁਹਾਡੇ ਹੱਥ ਹੈ। ਇਸੇ ਪ੍ਰਕਾਰ ਸੁੱਖਾਂ ਰੂਪੀ ਡੋਰੀ ਵੀ ਤੁਹਾਡੇ ਹੱਥ ਵਿੱਚ ਹੈ, ਪਰਾਲਬਧ ਰੂਪੀ ਡੋਰੀ ਵੀ ਤੁਹਾਡੇ ਹੀ ਹੱਥ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਰਤਾਰ ਜੋ ਹੋਏ, ਕਰਤਾਰ ਤਾਰ ਡੋਰੀ ਸਭਨਾਂ ਦੇ ਕਰ ਤੁਹਾਡੇ ਹੱਥ ਵਿੱਚ ਹੈ। ਗਰੀਬ ਨਿਵਾਜ ਸਾਹਿਬ ਜੀ, ਜੇ ਤੇ ਜੀਏ ਤੇ ਸਭ ਤੇਰੇ। ਜਿਤਨੇ ਵੀ ਜੀਵ ਨੇ ਸਾਰੇ ਤੁਹਾਡੇ ਹੀ ਧਾਰਨ ਕੀਤੇ, ਤੁਹਾਡੇ ਆਸਰੇ ਰਹਿੰਦੇ ਨੇ, ਤੁਹਾਡੇ ਹੀ ਦਿੱਤੇ ਸੁੱਖਾਂ ਨੂੰ ਲੈਂਦੇ ਨੇ, ਤੁਹਾਡੇ ਹੀ ਪਾਸੋਂ ਸਾਰੇ ਦਾਤਾ ਮੰਗ ਕਰਕੇ ਆਪਣੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ। ਇਸੇ ਪ੍ਰਕਾਰ ਜੇ ਤੇ ਜੀ ਤੇ ਸਭ ਤੇਰੇ। हे ਸੱਚੇ ਸਾਹਿਬ ਜੀ, ਜਿਤਨੇ ਵੀ ਜੀਵ ਦੇ ਦ੍ਰਿਸ਼ ਅਦ੍ਰਿਸ਼ ਨਜ਼ਰ ਆਉਂਦੇ ਜਾਂ ਨਹੀਂ ਆਉਂਦੇ, ਸੂਖਮ ਜਿਹੜੇ ਨਜ਼ਰ ਵੀ ਨਹੀਂ ਆਉਂਦੇ, ਉਹ ਵੀ ਸੱਚੇ ਪਾਤਸ਼ਾਹ ਸਭ ਤੇਰੇ, ਸਾਰੇ ਤੇਰੇ ਦਰ ਦੇ ਭਿਖਾਰੀ ਨੇ। ਸਭ ਤੁਝੇ ਪਾਸੋਂ ਮੰਗਦੇ, ਨਿਤ ਕਰ ਅਰਦਾਸ। ਤਾਂ ਸੱਚੇ ਪਾਤਸ਼ਾਹ ਜੀ ਜਿਤਨੇ ਵੀ ਜੀਵ ਨਾਮ ਜਪਦੇ ਨੇ ਨਾ, ਸਭ ਤੇਰੇ, ਸਾਰੇ ਆਪ ਜੀ ਤੇਰੇ ਪਾਸੋਂ ਹੀ ਨਾਮ ਨੂੰ ਪ੍ਰਾਪਤ ਕਰਕੇ ਨਾਮ ਨੂੰ ਜਪਦੇ ਹਨ। ਆਪਣੀ ਪ੍ਰਬਲ ਇੱਛਾ ਦੇ ਨਾਲ ਜਾਂ ਚਤੁਰਾਈ ਸਿਆਣਪ ਦੇ ਨਾਲ ਨਹੀਂ, ਸਭ ਤੇਰੇ ਪਾਸੋਂ ਹੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਕੇ ਨਾਮ ਦੇ ਰਸੀਏ ਹੋ ਕਰਕੇ ਨਾਮ ਨੂੰ ਜਪਦੇ ਹਨ ਜੀ। ਤੁਮਰੀ ਕਿਰਪਾ ਤੇ ਸੂਖ ਘਨੇਰੇ। ਸੋ ਸਾਧ ਸੰਗਤ ਜੀ, ਇਹ ਜਿਹੜਾ ਪਾਠ ਹੈ ਕਿਰਪਾ, ਇਹ ਦੋ ਪਾਠ ਆਉਂਦੇ ਨੇ, ਕਿਰਪਾ ਕਿਰਪਾ। ਕੱਕੇ ਦੇ ਚਰਨ ਵਿੱਚ ਰਾਰਾ, ਕੱਕੇ ਨੂੰ ਸਿਹਾਰੀ, ਚਰਨ ਵਿੱਚ ਰਾਰਾ ਤੇ ਪੱਪੇ ਕੰਨਾ। ਤੇ ਵਿਆਕਰਣ ਦੇ ਅਨੁਸਾਰ ਨੰਨੇ ਅੱਖਰ ਨੂੰ ਛੱਡ ਕਰਕੇ ਹੋਰ ਜਿਸ ਵੀ ਅੱਖਰ ਦੇ ਚਰਨ ਵਿੱਚ ਰਾਰਾ ਆ ਜਾਵੇ, ਉਹ ਅੱਖਰ ਦੀ ਆਵਾਜ਼ ਅੱਧੀ ਰਹਿ ਜਾਂਦੀ ਏ ਤੇ ਰਾਰੇ ਦੀ ਆਵਾਜ਼ ਪੂਰੀ ਲੱਗਦੀ ਏ, ਪੂਰੀ ਆਵਾਜ਼ ਬੋਲੀ ਜਾਂਦੀ, ਉਚਾਰਨ ਕੀਤੀ ਜਾਂਦੀ ਏ। ਤੇ ਜਿਸ ਅੱਖਰ ਦੇ ਚਰਨ ਵਿੱਚ ਰਾਰਾ ਹੋਵੇ ਨਾ, ਉਸ ਅੱਖਰ ਦੀ ਜਿਹੜੀ ਲਗ ਮਾਤਰ ਹੋਵੇ ਉਹ ਪੂਰੇ ਰਾਰੇ ਨੂੰ ਜਾਂਦੀ ਏ। ਇਸ ਪ੍ਰਕਾਰ ਕੱਕੇ ਸਿਹਾਰੀ, ਚਰਨ ਵਿੱਚ ਰਾਰਾ ਤੇ ਪੱਪੇ ਕਿੰਨਾ ਪਾਠ ਹੈ ਕਿਰਪਾ। ਇਸ ਨੂੰ ਪੜਿਆ ਜਾਵੇਗਾ ਕੱਕਾ ਅੱਧਾ, ਰਾਰੇ ਸਿਹਾਰੀ, ਪੱਪੇ ਕਿੰਨਾ ਕਿਰਪਾ। ਸੋ ਇੱਕ ਪਾਠ ਕਿਰਪਾ, ਦੂਜਾ ਕਿਰਪਾ। ਹਜ਼ੂਰ ਫਰਮਾਵਣਾ ਕਰਦੇ ਨੇ, ਤੁਮਰੀ ਕਿਰਪਾ ਤੇ ਸੂਖ ਘਨੇਰੇ। ਸੱਚੇ ਪਾਤਸ਼ਾਹ ਜੀ
ਆਪ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਅੰਦਰ, ਦਇਆ ਦ੍ਰਿਸ਼ਟੀ ਦੇ ਅੰਦਰ, ਨਦਰ ਦੇ ਅੰਦਰ ਜਿਸ ਦੇ ਉੱਪਰ ਆਪ ਜੀ ਕਿਰਪਾ ਦ੍ਰਿਸ਼ਟੀ ਧਾਰਨ ਕਰਦੇ ਹੋ, ਇਸ ਨੂੰ ਸੁਖ ਘਨੇਰੇ ਅਤਿਅੰਤ ਸੁਖ ਮਿਲਦੇ ਨੇ। ਘਨੇਰੇ ਬਹੁਤੇ ਹੀ ਜ਼ਿਆਦਾ, ਜਿਨ੍ਹਾਂ ਸੁੱਖਾਂ ਦਾ ਕੋਈ ਉਰਵਾਰ ਪਾਰ ਅੰਤ ਨਾ ਆਵੇ, ਕੋਈ ਗਿਣਤੀ ਨਾ ਆਵੇ। ਇੰਨੇ ਸੁਖ ਪ੍ਰਾਪਤ ਹੁੰਦੇ ਨੇ ਸੱਚੇ ਸਾਹਿਬ, ਉਹਨਾਂ ਸੁੱਖਾਂ ਦੀ ਗਿਣਤੀ ਵੀ ਨਹੀਂ ਕੀਤੀ ਜਾਂਦੀ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਵਹਿ ਸੁਖ ਘਨੇਰੇ। ਉੱਥੇ ਵੀ ਇਸੇ ਪ੍ਰਕਾਰ ਵਚਨ ਸੱਚੇ ਪਾਤਸ਼ਾਹ ਆਪ ਜੀ ਦੀ ਨਦਰ ਕਿਰਪਾ ਦ੍ਰਿਸ਼ਟੀ ਦੇ ਅੰਦਰ ਬਹੁਤੇ ਹੀ ਸੁਖ ਹਨ ਜੀ। ਜੋ ਕਿਛ ਵਰਤੈ ਸਭ ਤੇਰਾ ਭਾਣਾ, ਜੋ ਕਿਛ ਵੀ ਜਗਤਰ ਸੰਸਾਰ ਦੇ ਅੰਦਰ ਵਰਤ ਰਿਹਾ ਨਾ, ਸੱਚੇ ਪਾਤਸ਼ਾਹ ਸਭ ਤੇਰਾ ਭਾਣਾ, ਆਪ ਜੀ ਦੇ ਭਾਣੇ ਦੇ ਅਨੁਸਾਰ ਹੀ ਵਾਪਰ ਰਿਹਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਆਪ ਜੀ ਦੇ ਹੁਕਮ ਤੋਂ ਬਾਹਰਾ, ਭਾਣੇ ਤੋਂ ਬਾਹਰਾ ਕੋਈ ਵੀ ਨਹੀਂ ਹੈ। ਇਸੇ ਪ੍ਰਕਾਰ ਜੋ ਕਿਛ ਵਰਤੈ ਸਭ ਤੇਰਾ ਭਾਣਾ, ਜੋ ਕੁਛ ਵੀ ਜਗਤ ਸੰਸਾਰ ਦੇ ਅੰਦਰ ਵਰਤ ਰਿਹਾ ਹੈ ਮਹਾਰਾਜ ਤੇਰਾ ਭਾਣਾ। ਭਾਣਾ ਤੋਂ ਭਾਵ ਹੈ ਭਾ ਜਾਵੇ। ਜੋ ਆਪ ਜੀ ਨੂੰ ਭਾਉਂਦਾ ਹੈ ਉਹੀ ਹੀ ਵਾਪਰਦਾ ਹੈ, ਉਹੀ ਹੀ ਵਰਤਦਾ ਹੈ। ਆਪ ਜੀ ਦੀ ਇੱਛਾ ਤੋਂ ਬਾਹਰਾ ਪੱਤਾ ਵੀ ਨਹੀਂ ਹਿੱਲ ਸਕਦਾ, ਇੱਕ ਕਿਣਕਾ ਵੀ ਨਹੀਂ ਹਿੱਲ ਸਕਦਾ। ਆਪ ਜੀ ਦੀ ਇੱਛਾ ਸ਼ਕਤੀ ਤੋਂ ਬਾਹਰਾ ਤੇ ਜੀਵ ਅੱਖ ਵੀ ਨਹੀਂ ਝਪਕ ਸਕਦਾ। ਜੇ ਸਾਹ ਲੈ ਲਿਆ ਤੇ ਛੱਡ ਨਹੀਂ ਸਕਦਾ, ਜੇ ਛੱਡ ਲਿਆ ਤੇ ਲੈ ਨਹੀਂ ਸਕਦਾ, ਆਪ ਜੀ ਦੀ ਇੱਛਾ ਸ਼ਕਤੀ ਤੋਂ ਬਿਨਾਂ। ਜੋ ਕਿਛ ਵਰਤੈ, ਜੋ ਕੁਛ ਵੀ ਆਪ ਜੀ ਦੇ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਵਰਤਾਰਾ ਵਰਤ ਰਿਹਾ, ਸਭ ਤੇਰਾ ਭਾਣਾ। ਜਿਹੜੇ ਤੇਰਾ ਭਾਣਾ ਤੈਨੂੰ ਭਾ ਗਏ ਨੇ, ਆਪ ਜੀ ਨੂੰ ਚੰਗੇ ਲੱਗਦੇ ਨੇ, ਉਹਨਾਂ ਦੇ ਹਿਰਦੇ ਦੇ ਅੰਦਰ ਹੀ ਨਾਮ ਦੀ ਸਦਾ ਚਿਤਵਨੀ ਚੱਲਦੀ ਹੈ। ਉਹੀ ਨਾਮ ਦਾ ਚਿੰਤਨ ਕਰਦੇ ਹਨ। ਹੁਕਮ ਬੂਝੈ ਸੋ ਸੱਚ ਸਮਾਣਾ, ਇਹ ਹੁਕਮੀ ਪਰਮੇਸ਼ਰ ਜੀ, ਜਿਹੜਾ ਆਪ ਜੀ ਦੇ ਹੁਕਮ ਨੂੰ ਬੁੱਝ ਲੈਂਦਾ ਹੈ, ਆਪ ਜੀ ਦੇ ਭਾਣੇ ਦੇ ਅੰਦਰ ਰਹਿਣਾ ਜਾਣ ਲੈਂਦਾ ਹੈ, ਸੋ ਸੱਚ ਸਮਾਣਾ। ਸੱਚ ਸਰੂਪ ਪਰਮੇਸ਼ਰ ਜੀਓ, ਉਹ ਆਪ ਜੀ ਦੇ ਅੰਦਰ ਸਮਾ ਜਾਂਦਾ ਹੈ। ਉਹ ਆਪ ਜੀ ਦੇ ਅੰਦਰ ਅਭੇਦ ਹੋ ਜਾਂਦਾ, ਅਭੇਦਤਾ ਪ੍ਰਾਪਤ ਕਰਦਾ, ਇਕਮਿਕ ਹੋ ਜਾਂਦਾ ਹੈ ਜੀ। ਕਰ ਕਿਰਪਾ ਦੀਜੈ ਪ੍ਰਭ ਦਾਨ, ਇਸ ਪ੍ਰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਚਰਜਤਾ ਰੂਪੀ ਵਡਿਆਈ ਨੂੰ ਪ੍ਰਗਟ ਕਰਕੇ, ਤੇ ਜੋ ਗੁਰਸਿੱਖਾਂ ਦੀ ਅਰਦਾਸ ਸੀ, ਮਹਾਰਾਜ ਸਾਨੂੰ ਤੇ ਮੰਗਣਾ ਨਹੀਂ ਆਉਂਦਾ, ਤੇ ਹਜ਼ੂਰ ਨੇ ਦਰਸਾਵਣਾ ਕੀਤਾ, ਸਿੱਖੋ ਜਦੋਂ ਮੰਗਣਾ ਤੇ ਪਹਿਲਾਂ ਵਡਿਆਈ ਕਰਨੀ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਜਿਸ ਦੀਆਂ ਵਡਿਆਈਆਂ ਕਹਿਣ ਵਿੱਚ ਨਹੀਂ ਨਾ ਆਉਂਦੀਆਂ। ਸਮੱਗਰ ਵਡਿਆਈਆਂ ਸਮੱਗਰ ਮਹਿਮਾ, ਕਬੀਰ ਸਾਤ ਸਮੁੰਦਰ ਮਸ ਕਰਾਓ, ਕਲਮ ਕਰਾਓ ਬਨ ਰਾਏ, ਬਸਦਾ ਕਾਗਦ ਜਾਓ ਕਰਾਓ, ਹਰ ਜਸ ਲਿਖਣ ਨਾ ਜਾਏ। ਇੰਨੀ ਵਡਿਆਈ ਹੈ ਉਸ ਸਾਹਿਬ ਜੀ ਦੀ। 7 ਸਮੁੰਦਰਾਂ ਦੇ ਪਾਣੀ ਨੂੰ ਸਿਆਹੀ ਬਣਾ ਲੈਣਾ ਕਰੀਏ, ਜਿਤਨੀ ਵੀ ਬਨਾਸਪਤੀ ਹੈ ਸਾਰੀ ਦੀਆਂ ਕਲਮਾਂ ਬਣਾ ਲਈਏ, ਜਿਤਨੀ ਧਰਤੀ ਹੈ ਸਾਰੀ ਪ੍ਰਿਥਵੀ ਮੰਡਲ ਦੇ ਕਾਗਜ਼ ਬਣਾ ਲਈਏ, ਤੇ ਸੱਚੇ ਪਾਤਸ਼ਾਹ ਹਵਾ ਦੀ ਰਫ਼ਤਾਰ ਦੇ ਨਾਲ ਆਪ ਜੀ ਦੇ ਗੁਣ ਲਿਖੀਏ ਨਾ, ਤਾਂ ਵੀ ਆਪ ਜੀ ਦੀਆਂ ਵਡਿਆਈਆਂ ਲਿਖੀਆਂ ਨਹੀਂ ਜਾਂਦੀਆਂ। ਇਤਨੀਆਂ ਵਡਿਆਈਆਂ ਨੇ ਆਪ ਜੀ ਦੀਆਂ। ਇਸ ਪ੍ਰਕਾਰ ਵੱਡੇ ਸਾਹਿਬ ਜੀ ਦੀਆਂ ਵਡਿਆਈਆਂ ਕਰਕੇ ਫਿਰ ਆਜਜ਼ੀ ਹੋ ਕਰਕੇ ਮੰਗਣਾ ਹੈ। ਕਰ ਕਿਰਪਾ, ਸੱਚੇ ਪਾਤਸ਼ਾਹ ਸਾਡੇ ਉੱਪਰ ਕਿਰਪਾ ਕਰੋ, ਦਇਆ ਦ੍ਰਿਸ਼ਟੀ ਕਰੋ। ਜੇ ਮਹਾਰਾਜ ਪੁੱਛਣ ਭਾਈ ਕੀ ਮੰਗਦਾ ਹੈ, ਦੀਜੈ ਪ੍ਰਭ ਦਾਨ। ਸੱਚੇ ਪਾਤਸ਼ਾਹ ਆਪ ਜੀ ਦੇ ਦਰ ਤੇ ਭਿਖਾਰੀਆਂ, ਕਿਰਪਾਲਤਾ ਕਰਕੇ ਸਾਡੀ ਹਿਰਦੇ ਰੂਪੀ ਸ਼ਰਧਾ ਰੂਪੀ ਝੋਲੀ ਦੇ ਅੰਦਰ ਇਹ ਦਾਨ ਪਾ ਦਿਓ। ਨਾਨਕ ਸਿਮਰੈ ਨਾਮ ਨਿਧਾਨ, ਇਹ ਨਾਨਕ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਚ ਦੱਸਦੇ ਨੇ ਬੇਨਤੀ ਕਰਨੇ ਦੀ। ਸੱਚੇ ਪਾਤਸ਼ਾਹ ਇਹ ਖੈਰ ਸਾਡੀ ਝੋਲੀ ਚ ਪਾ ਦਿਓ, ਸਿਮਰੈ ਨਾਮ। ਅਸੀਂ ਆਪ ਜੀ ਦੇ ਨਾਮ ਨੂੰ ਸਦਾ ਹੀ ਸਿਮਰਦੇ ਰਹੀਏ, ਮਨ ਕਰਕੇ ਵੀ ਨਾਮ ਨੂੰ ਸਿਮਰੀਏ, ਬਾਣੀ ਕਰਕੇ ਵੀ ਨਾਮ ਨੂੰ ਸਿਮਰੀਏ, ਹਿਰਦੇ ਕਰਕੇ ਵੀ ਨਾਮ ਦੀ ਹੀ ਆਰਾਧਨਾ ਕਰੀਏ। ਜਿਹੜਾ ਆਪ ਜੀ ਦਾ ਨਾਮ ਨਿਧਾਨ ਹੈ, ਸੁਖ ਨਿਧਾਨ ਹੈ, ਸੁੱਖਾਂ ਦਾ ਖਜ਼ਾਨਾ ਹੈ। ਗੁਣੀ ਨਿਧਾਨ ਹੈ, ਗੁਣਾ ਦਾ ਖਜ਼ਾਨਾ ਹੈ। ਜਿਹੜਾ ਆਪ ਜੀ ਦਾ ਨਾਮ ਨਿਧਾਨ ਨਿਧੀਆਂ ਦਾ ਖਜ਼ਾਨਾ ਹੈ। 9 ਨਿਧੀਆਂ, ਇਸੇ ਪ੍ਰਕਾਰ 18 ਸਿੱਧੀਆਂ ਆਪ ਜੀ ਦੇ ਨਾਮ ਜਪਣ ਵਾਲੇ ਦੇ ਚਰਨਾਂ ਦੀਆਂ ਦਾਸੀਆਂ ਹੋ ਜਾਂਦੀਆਂ ਨੇ। ਨਵ ਨਿਧੀ 18 ਸਿੱਧੀ ਪਿਛੈ ਲਗਿਆ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਈ। ਸਾਰੀਆਂ ਨਿਧੀਆਂ ਦਾ, ਰਿੱਧੀਆਂ ਦਾ, ਸਿੱਧੀਆਂ ਦਾ ਖਜ਼ਾਨਾ ਜੋ ਨਾਮ ਹੈ ਨਾ, ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ, ਸਾਡੀ ਹਿਰਦੇ ਰੂਪੀ ਝੋਲੀ ਦੇ ਅੰਦਰ ਇਹ ਖੈਰ ਪਾ ਦਿਓ। ਸਾਨੂੰ ਆਪਣੇ ਦਰ ਦੇ ਮੰਗਤੇ ਜਾਣ ਕਰਕੇ ਸਾਹਿਬ ਜੀ ਨਾਮ ਰੂਪੀ ਦਾਤ ਖੈਰ ਦੇ ਰੂਪ ਵਿੱਚ ਪਾ ਦੇਣਾ ਕਰੋ ਸਿੱਖੋ। ਇਸ ਪ੍ਰਕਾਰ ਵਾਹਿਗੁਰੂ ਜੀ ਦੀ ਵਡਿਆਈ ਕਰਕੇ ਨਾਮ ਦੀ ਦਾਤ ਸਤਿਗੁਰੂ ਜੀ ਦੇ ਦਰ ਤੋਂ ਮੰਗਣੀ ਹੈ। ਸਤਿਗੁਰੂ ਜੀ ਜਦੋਂ ਜੀਵ ਦੇ ਉੱਪਰ ਕਿਰਪਾਲੂ ਹੁੰਦੇ ਨੇ, ਬਖਸ਼ਿਸ਼ ਕਰਦੇ ਨੇ, ਨਦਰ ਕਰਦੇ ਨੇ ਨਾ,
ਤੇ ਫਿਰ ਸਾਰਿਆਂ ਤੋਂ ਵੱਡੀ ਭਾਰੀ ਬਖਸ਼ਿਸ਼ ਨਾਮ ਦੀ ਕਰਦੇ ਨੇ, ਤੇ ਨਾਮ ਦੀ ਦਾਤ ਗੁਰਸਿੱਖ ਨੂੰ ਦ੍ਰਿੜ ਕਰਾ ਕਰਕੇ ਜਪਵਾ ਕਰਕੇ ਫਿਰ ਸਿਮਰਨ ਦੀ ਦਾਤ ਬਖਸ਼ਦੇ ਨੇ। ਫਿਰ ਵਾਹਿਗੁਰੂ ਜੀ ਦੀ ਉਸਤਤ ਦੇ ਵਿੱਚ ਜੁੜ ਕਰਕੇ ਸਤਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਦੇ ਨਾਲ ਜਿਹੜਾ ਜੀਵ ਹੈ ਰਾਤ ਦਿਨ ਨਾਮ ਨੂੰ ਜਪਦਾ ਹੈ, ਸਤਿਗੁਰੂ ਜੀ ਦੇ ਹਿਰਦੇ ਨੂੰ ਭਾ ਜਾਂਦਾ ਹੈ, ਤੇ ਫਿਰ ਸਤਿਗੁਰੂ ਜੀ ਕਿਰਪਾਲਤਾ ਕਰਕੇ ਵਾਹਿਗੁਰੂ ਜੀ ਦੇ ਨਾਲ ਇੱਕ-ਮਿਕ ਕਰ ਦਿੰਦੇ ਨੇ, ਅਭੇਦ ਕਰ ਦਿੰਦੇ ਨੇ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਅਥਵਾ ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਐਸੀ ਨਦਰ ਸਤਿਗੁਰੂ ਜੀ ਕਰਦੇ ਨੇ ਪਿਆਰਿਓ। ਇਸ ਕਰਕੇ ਸਤਿਗੁਰੂ ਜੀ ਦੇ ਦਰ ਤੋਂ ਅਰਦਾਸਾਂ ਕਰਕੇ ਹੀ ਨਾਮ ਦੀ ਦਾਤ ਮੰਗਣੀ ਹੈ, ਤੇ ਵਾਹਿਗੁਰੂ ਜੀ ਦੇ ਦਰ ਤੇ ਸਦਾ ਹੀ ਆਜਜ਼ੀ ਹੋ ਕਰਕੇ ਰਹਿਣਾ ਹੈ। ਗਰੀਬ ਸਤਿਗੁਰੂ ਜੀ ਦੇ ਹਿਰਦੇ, ਗਰੀਬ ਨਿਵਾਜ ਸਤਿਗੁਰੂ ਜੀ ਦੇ ਹਿਰਦੇ ਨੂੰ ਅਰਦਾਸਾਂ ਬੇਨਤੀਆਂ ਭਾ ਜਾਣ। ਸਾਡੀਆਂ ਅਰਦਾਸਾਂ ਬੇਨਤੀਆਂ ਸਤਿਗੁਰੂ ਜੀ ਪ੍ਰਵਾਨ ਕਰ ਲੈਣ। ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ ਕਰਕੇ ਸਭਨਾਂ ਨੂੰ ਕਿਰਤਾਰਥ ਕਰਨ ਜੀ। ਇਹ ਪਾਵਨ ਉਪਦੇਸ਼ ਦੀ ਬਖਸ਼ਿਸ਼ ਜਗਿਆਸੂ ਜਨਾਂ ਦੀ ਬੇਨਤੀ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਨੇ ਫਰਮਾਇਆ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਅੰਮ੍ਰਿਤ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਤਖਤਾਂ ਤੇ ਸੁਭਾਇਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਨੇ। ਸਤਿਗੁਰੂ ਜੀ ਬਖਸ਼ ਲਵੋ। ਸਤਿਗੁਰੂ ਜੀ ਦੀ ਸੰਗਤ ਗੁਰੂ ਰੂਪ ਹੋਣੇ ਕਰਕੇ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਅੱਗੇ ਵਾਸਤੇ ਸਮੱਤ ਬਖਸ਼ਣੀ। ਸਤਿਗੁਰਾਂ ਦੇ ਅੰਮ੍ਰਿਤਮਈ ਉਪਦੇਸ਼ ਹਿਰਦੇ ਦੇ ਵਿੱਚ ਵਸਾ ਲੈਣੇ, ਜਿਸ ਦੇ ਨਾਲ ਸਾਡਾ ਪੜ੍ਹਿਆ ਸੁਣਿਆ ਕਥਨ ਕੀਤਾ ਸਫਲਾ ਹੋਏ, ਥਾਂ ਪੈ ਜਾਵੇ ਗੁਰ ਚਰਨਾਂ ਵਿਖੇ ਪ੍ਰਵਾਨ ਚੜ ਜਾਈਏ। ਕਰ ਕਿਰਪਾ ਦੀਜੈ ਪ੍ਰਭ ਦਾਨ, ਨਾਨਕ ਸਿਮਰੈ ਨਾਮ ਨਿਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।